ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਰੋਜ਼ਾਨਾ ਦੀ ਤਰ੍ਹਾਂ ਅੱਜ ਦੇ ਕੈਂਪ ਦੀ ਸ਼ੁਰੂਆਤ ਆਪਾਂ ਜਪ ਸੇਵਾ ਤੋਂ ਕਰਾਂਗੇ ਜੀ। ਅੱਜ ਦੀ ਜਪ ਸੇਵਾ ਲੈਣ ਜਾ ਰਹੇ ਹਨ ਜੀ ਕਮਲਜੀਤ ਕੌਰ ਜੀ, ਰਮਨਜੀਤ ਕੌਰ ਜੀ, ਜੋਨ ਰਾਮਪੁਰਾ ਤੋਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਆਰੰਭ ਕਰੋ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਧੰਨਵਾਦ ਜੀ। ਆਪ ਜੀ ਨੇ ਬਹੁਤ ਵਧੀਆ ਢੰਗ ਦੇ ਨਾਲ ਜਪ ਸੇਵਾ ਨਿਭਾਈ ਜੀ। ਇਸ ਤੋਂ ਬਾਅਦ ਅੱਜ ਦੀ ਕੀਰਤਨ ਸੇਵਾ ਲੈਣ ਜਾ ਰਹੇ ਹਨ ਜੀ ਜੀਵਨਜੋਤ ਕੌਰ ਜੀ, EPP ਨੰਬਰ 13177, ਜੋਨ ਤਰਨਤਾਰਨ ਤੋਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸਚ ਹੋਵੇ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸਚ ਹੋਵੇ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਤਾਰਿਓ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਤਾਰਿਓ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਹਰਿ ਜਨ ਰਾਖੈ ਗੁਰ ਗੋਬਿੰਦ ਰਾਖੈ ਗੁਰ ਗੋਬਿੰਦ। ਹਰਿ ਜਨ
राखै गुरु गोविंद, राखै गुरु गोविंद। कंठ लाए अवगुण सब मेटे, दयाल पुरख बख्शंद। कंठ लाए अवगुण सब मेटे, दयाल पुरख बख्शंद। जो मांगे ठाकुर अपने ते, सोई सोई देवे। जो मांगे ठाकुर अपने ते, सोई सोई देवे। वाहिगुरु जी का खालसा, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਜੋ ਆਪਨੇ ਇੰਨੀ ਪਿਆਰੀ ਆਵਾਜ਼ ਦੇ ਵਿੱਚ ਸਾਨੂੰ ਕੀਰਤਨ ਸਰਵਣ ਕਰਵਾਇਆ ਜੀ। ਸੋ ਅਸੀਂ ਅੱਜ ਦੇ ਮੇਨ ਸੈਸ਼ਨ ਵੱਲ ਵਧਦੇ ਹਾਂ ਜੀ, ਜੋ ਕਿ ਲੈਣ ਜਾ ਰਹੇ ਹਨ ਭਾਈ ਅਮਰ ਸਿੰਘ ਜੀ, ਜਿਨ੍ਹਾਂ ਦਾ ਵਿਸ਼ਾ ਹੈ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਹਾਂਜੀ, ਮੇਰੀ ਆਵਾਜ਼ ਸਾਰਿਆਂ ਨੂੰ ਸੁਣ ਰਹੀ ਹੈ ਜੀ? ਹਾਂਜੀ ਕਲੀਅਰ ਹੈ ਜੀ। ਠੀਕ ਹੈ, ਠੀਕ ਹੈ ਜੀ, ਠੀਕ ਹੈ ਭੈਣ ਜੀ, ਮਿਹਰਬਾਨੀ ਜੀ। ਸਭ ਤੋਂ ਪਹਿਲਾਂ ਐਜੂਕੇਸ਼ਨ ਪੰਜਾਬ ਪ੍ਰੋਜੈਕਟ ਵਾਲਿਆਂ ਦਾ ਤੇ ਆਪ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਈਏ, ਜਿੱਥੇ ਕਿਤੇ ਵੀ ਹੋ ਮੇਰੀ ਆਵਾਜ਼ ਸੁਣ ਰਹੇ ਹੋ ਸਾਰੇ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਗੱਲ ਮੈਂ ਕਹਿਣੀ ਚਾਹੁੰਦਾ ਹਾਂ ਕਿ ਜੋ ਕੁਛ ਐਜੂਕੇਸ਼ਨ ਪੰਜਾਬ ਪ੍ਰੋਜੈਕਟ ਕਰ ਰਹੀ ਹੈ, ਸਾਨੂੰ ਚਾਹੀਦਾ ਸੀਗਾ ਸਾਡੀ ਕੌਮ ਦੀਆਂ ਜਿਹੜੀਆਂ ਬਹੁਤ ਵੱਡੀਆਂ ਸੰਸਥਾਵਾਂ ਨੇ ਉਹਨਾਂ ਨੂੰ ਇਹ ਕੰਮ ਕਰਨਾ ਚਾਹੀਦਾ ਸੀ, ਪਰ ਖੈਰ ਉਹ ਨਹੀਂ ਕਰ ਰਹੀ। ਤੇ ਕਿਤੇ ਨਾ ਕਿਤੇ ਇਸ ਕੰਮ ਦੇ ਉੱਤੇ ਨਹੀਂ ਹੋ ਰਿਹਾ ਕੰਮ। ਬਾਕੀ ਬਹੁਤ ਕੰਮ ਹੋ ਰਹੇ ਨੇ, ਗੁਰਦੁਆਰੇ ਬਣ ਰਹੇ ਨੇ, ਪਰ ਜਿਸ ਚੀਜ਼ ਵੱਲ ਜਿੱਥੋਂ ਅਸੀਂ ਪਿੱਛੇ ਜਾ ਰਹੇ ਹਾਂ ਐਜੂਕੇਸ਼ਨ ਤੋਂ, ਕਿਉਂਕਿ ਦੋ ਚੀਜ਼ਾਂ ਦੀ ਲੋੜ ਹੈ ਸਾਨੂੰ, ਐਜੂਕੇਸ਼ਨ ਤੇ ਹੈਲਥ, ਦੋਨਾਂ ਤੋਂ ਅਸੀਂ ਪਿੱਛੇ ਜਾ ਰਹੇ ਹਾਂ। ਤੇ ਮੈਂ ਮਹਿਸੂਸ ਕਰਦਾ ਕਿ ਤੇ ਦੋਨੋਂ ਚੀਜ਼ਾਂ ਸਾਡੇ ਕੋਲ ਹੋਣ ਤੇ ਅਸੀਂ ਪਹਿਲਾਂ ਹੀ ਦੁਨੀਆ ਦੀ ਨੰਬਰ 1 ਕੌਮਾਂ ਦੇ ਵਿੱਚ ਹਾਂ ਤੇ ਅਸੀਂ ਹੋਰ ਅੱਗੇ ਜਾਵਾਂਗੇ, ਜਿੱਥੇ ਮਨੁੱਖਤਾ ਦੀ ਸੇਵਾ ਅਸੀਂ ਅੱਗੇ ਕਰਦੇ ਹਾਂ ਤੇ ਇਹ ਤੋਂ ਵੀ ਵੱਧ ਚੰਗੇ ਤਰੀਕੇ ਨਾਲ ਸੇਵਾ ਕਰਾਂਗੇ। ਜਿੰਨਾ ਵੱਡਾ ਕੰਮ ਜਿਹੜਾ ਐਜੂਕੇਸ਼ਨ ਪੰਜਾਬ ਪ੍ਰੋਜੈਕਟ ਕਰ ਰਹੀ ਹੈ, ਮੈਨੂੰ ਲੱਗਦਾ ਕਿ ਲਗਭਗ ਤੁਸੀਂ 374 ਜਾਣੇ ਇਸ ਵਕਤ ਜੁੜੇ ਹੋ ਨਾਲ, ਪਰ ਸਾਰੇ ਲਾਈਟ ਜਿਹਾ ਲੈ ਰਹੇ ਕਿ ਐਜੂਕੇਸ਼ਨ ਪੰਜਾਬ ਪ੍ਰੋਜੈਕਟ ਨਾਲ ਠੀਕ ਆ, ਕਲਾਸ ਜੁੜੇ ਆ, ਸਾਨੂੰ ਫ੍ਰੀ ਜਿਹੜੀ ਸਟੱਡੀ ਦੇ ਰਹੇ ਨੇ ਤੇ ਸਾਨੂੰ ਲੋੜ ਹੀ ਨਹੀਂ ਕੈਮਰੇ ਆਨ ਕਰਨ ਦੀ। ਆਪਾਂ ਕੀ ਲੈਣਾ ਕੈਮਰੇ ਆਨ ਕਰਕੇ, ਆਪਾਂ ਲੰਮੇ ਪੈ ਕੇ ਵੀ ਸੁਣਾਂਗੇ, ਠੀਕ ਹੈ ਜੀ, ਅੱਖਾਂ ਬੰਦ ਕਰਕੇ ਵੀ ਸੁਣਾਂਗੇ। ਜੇ ਅਸੀਂ ਕੈਮਰੇ ਆਨ ਕਰ ਲਏ ਸਾਡਾ ਪਤਾ ਲੱਗ ਜਾਣਾ ਅਸੀਂ ਕਿਵੇਂ ਬੈਠੇ ਹਾਂ ਕਿਵੇਂ ਨਹੀਂ। ਤੇ ਬਹੁਤੇ ਤੇ ਇਹ ਵੀ ਨਹੀਂ ਹੁਣ ਸਾਰਿਆਂ ਨੇ ਕੈਮਰੇ ਆਨ ਕਰਨੇ ਸ਼ੁਰੂ ਹੋ ਗਏ। ਮੈਂ ਕਹਾਂ ਕਿ ਇੱਕ ਗੱਲ ਧਿਆਨ ਚ ਦਿਓ, ਮੈਂ ਆਪਣੇ ਵਿਸ਼ੇ ਨੂੰ ਸਟਾਰਟ ਕਰਨ ਤੋਂ ਪਹਿਲਾਂ ਕਹਿਣੀ ਚਾਹੁੰਦਾ ਹਾਂ ਕਿ ਜਿੰਨੇ ਵੀ ਬੱਚੇ ਤੁਸੀਂ ਪੜ੍ਹ ਰਹੇ ਹੋ ਨਾ ਐਜੂਕੇਸ਼ਨ ਪੰਜਾਬ ਪ੍ਰੋਜੈਕਟ ਦੇ, ਸੰਗਤ ਦੇ ਇੱਕ ਰੁਪਈਏ ਨਾਲ ਦਸਵੰਧ ਨਾਲ ਪੜ੍ਹ ਰਹੇ, ਬੜਾ ਵੱਡਾ ਕਰਜ਼ ਆ ਸਾਡੇ ਉੱਤੇ। ਜੇ ਅਸੀਂ ਇੱਕ ਰੁਪਏ ਨੂੰ ਵੀ ਕਿਤੇ ਸਮਝ ਗਏ ਨਾ, ਉਹ ਇੱਕ ਜਿਹੜਾ ਦਸਵੰਧ ਦਾ ਇੱਕ ਰੁਪਈਆ ਸਾਨੂੰ ਮਿਲ ਰਿਹਾ, ਉਹ ਲੈਣ ਵਾਲੇ ਕਿਵੇਂ ਅੱਗੇ ਜਾ ਰਹੇ ਨੇ, ਉਹ ਕਿਹੜੇ ਮੂੰਹ ਨਾਲ ਮੰਗ ਰਹੇ ਨੇ, ਤੁਹਾਡੇ ਲਈ ਮੰਗ ਰਹੇ ਨੇ, ਤੇ ਅਸੀਂ ਉਸ ਚੀਜ਼ ਨੂੰ ਕੀ ਲਾਈਟ ਲੈ ਕਿ ਕੋਈ ਗੱਲ ਨਹੀਂ ਐਜੂਕੇਸ਼ਨ ਪੰਜਾਬ ਪ੍ਰੋਜੈਕਟ ਲਾ ਰਹੀ ਹੈ, ਕਲਾਸਾਂ ਲਾ ਲਓ, ਵਿਹਲੇ ਬੈਠੇ। ਪਰ ਧਿਆਨ ਦਿਓ ਬੇਟਾ, ਮੈਨੂੰ ਪਤਾ ਕਿ ਤੁਹਾਡੇ ਵਿੱਚ ਬਹੁਤ ਸੁਹਿਰਦ ਬੱਚੇ ਹੈਗੇ, ਮੇਰੇ ਵਰਗੇ ਕਮਲੇ 2-4 ਹੋਣੀਆਂ ਜਿਹਨਾਂ ਕਹਿੰਦੇ ਕਿ ਕੋਈ ਗੱਲ ਨਹੀਂ, ਪਰ ਧਿਆਨ ਦਿਓ ਮੈਂ ਆਪਣੇ ਸਮੇਂ ਨੂੰ ਸੰਕੋਚ ਰਿਹਾ ਕਿਉਂਕਿ ਮੈਨੂੰ ਜ਼ਰੂਰੀ ਬੋਲਣਾ ਪਿਆ, ਕਿਉਂਕਿ ਮੈਂ ਸਾਰੇ ਕੈਮਰੇ ਚੈੱਕ ਕੀਤੇ ਅੱਗੇ ਜਾ ਕੇ, ਪਰ ਸਿਰਫ ਫਰੰਟ ਦੇ ਉੱਤੇ 13 ਕੈਮਰੇ ਸੀਗੇ ਜਿਹੜੇ ਆਨ ਸੀ, ਬਾਕੀ ਸਾਰੇ ਬੰਦ ਸੀ। ਏਦਾਂ ਨਾ ਕਰਿਆ ਕਰੋ। ਕੈਮਰੇ ਆਉਣ ਦਾ ਮਤਲਬ ਹੈ ਕਿ ਮੈਂ ਹੁਣ ਸਾਹਮਣੇ ਬੈਠਾ ਹਾਂ, ਮੈਨੂੰ ਭਾਵੇਂ ਵੇਖ ਰਿਹਾ ਭਾਵੇਂ ਨਹੀਂ ਵੇਖ ਰਿਹਾ, ਪਰ ਇਸ ਵਕਤ ਮੈਂ ਕੈਮਰੇ ਦੇ ਮੂਹਰੇ ਬੈਠਾ ਤੇ ਮੈਨੂੰ ਸਾਰੇ ਦੇਖ ਰਹੇ। ਤੇ ਤੁਹਾਨੂੰ ਦੇਖਣ ਦਾ ਮਤਲਬ ਕਿ ਮੈਂ ਗੁਰੂ ਦੇ ਸਨਮੁਖ ਬੈਠਾ, ਆਪਣੇ ਗੁਰੂ ਦੇ ਨਾਲ ਗੱਲਾਂ ਬਾਤਾਂ ਕਰਨ ਲੱਗਾ ਹਾਂ, ਮੈਨੂੰ ਕੁਛ ਮਿਲਣ ਲੱਗਾ। ਤੇ ਜਿਹਨੂੰ ਮਿਲਣਾ ਹੋਵੇ ਨਾ ਤੇ ਉਹ ਅਟੈਂਸ਼ਨ ਹੋ ਕੇ ਬਹਿਣਾ, ਅਟੈਂਟਿਵ ਹੋ ਕੇ, ਅਟੈਂਸ਼ਨ ਚ ਹੋ ਕੇ ਬਹਿਣਾ, ਸਾਵਧਾਨ ਹੋ ਕੇ ਬਹਿਣਾ। ਪਰ ਜਿਹਨੇ ਨਹੀਂ ਲੈਣਾ ਹੁੰਦਾ ਮੇਰੇ ਵਾਂਗੂ ਲੰਮੇ ਪੈ ਕੇ ਕੋਈ ਗੱਲ ਨਹੀਂ, ਆਉਣ ਦਿਓ। ਧਿਆਨ ਦਿਓ ਕਿ ਜਿਹਨੇ ਲੈਣਾ ਹੋਵੇ ਉਹਦੇ ਹੱਥ ਐ ਹੋਣੀ ਚਾਹੀਦੀ, ਦੇਣ ਵਾਲੇ ਦੇ ਹੱਥ ਤੇ ਹਮੇਸ਼ਾ ਆਉਂਦੀ, ਸਾਡੇ ਐ ਨਹੀਂ ਹੁੰਦੇ, ਅਸੀਂ ਐ ਕਰਕੇ ਕਰਦੇ ਹਾਂ ਸੁੱਤੇ ਆ। ਖੈਰ
मैं अपने विषय में स्टार्ट कर लगा शहीदां दे सरताज धन गुरु अर्जन साहिब महाराज जी की शहादत दे नाल संबंधित आप जी जुड़े हो। सो एक आप जी नूं गुरबाणी दा प्रमाण मैं सुणाउणा है। सच्चे पातशाह किरपा करन, सारे ध्यान दिओ। धन गुरु नानक साहब महाराज जी का एक प्रमाण है। सच्चे पातशाह कहंदे जाओ तो प्रेम खिलन का चाओ, सिर तर तली गली मेरी आओ, इतमार्ग पैर तरी जाए, सिर दी जाए कान न की जाए। ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਅਸੀਂ ਯਾਦ ਕਰਦੇ ਨੇ, ਚੇਤਾ ਰੱਖਿਓ ਇਹ ਪ੍ਰਮਾਣ ਜਿਹੜੇ ਅਸੀਂ ਪੜ੍ਹੇ ਆ, ਮੈਂ ਹੁਣ ਤੁਹਾਡੇ ਸਾਹਮਣੇ ਰੱਖਿਆ, ਇਹ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਮਾਣ ਹੈ। ਜੋ ਤੋਂ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵਾਰਸ ਦੇ ਵਧੀਕ ਦੇ ਵਿੱਚ ਪ੍ਰਮਾਣ ਜਿਹੜਾ ਤੁਹਾਡੇ ਨਾਲ ਮੈਂ ਸਾਂਝਾ ਕੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਪਹਿਲਾਂ ਹੀ ਗੱਲ ਲਿਖੀ ਹੈ ਕਿ ਸਿਰ ਤਲੀ ਤੇ ਟਿਕਾਉਣਾ ਹੈ। ਹੁਣ ਦੇਖਿਓ, ਦੋ ਚਾਰ ਗੱਲਾਂ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ। ਸਿਰ ਤਲੀ ਤੇ ਟਿਕਾਉਣ ਦਾ ਕੀ ਮਤਲਬ ਹੁੰਦਾ? ਛੋਟੀ ਜੀ ਗੱਲ ਹੈ ਬੜੀ ਵੱਡੀ, ਪਰ ਮੈਂ ਫਿਰ ਵੀ ਤੁਹਾਡੇ ਧਿਆਨ ਚ ਦੇਵਾਂਗਾ। ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦਾ ਮਤਲਬ ਕੀ ਹੈ? ਕਿ ਅੱਜ ਕੰਸੈਪਟ ਇਹ ਲਿਆ, ਹੁਣ ਅੱਜ ਦੇ ਸਮੇਂ ਦੇ ਵਿੱਚ ਅਸੀਂ ਵੀ ਗੁਰੂ ਨੂੰ ਪਿਆਰ ਕਰਦੇ ਹਾਂ, ਆਪਾਂ ਸਿਰ ਤਲੀ ਤੇ ਕਿਵੇਂ ਟਿਕਾਉਣਾ ਹੈ। ਤੁਹਾਡੇ ਲਈ ਮੈਂ ਤੁਹਾਡੀ ਯਤਨ ਕਰਾਂਗਾ ਕਿ ਜਿੰਨੀ ਕਿਉਂਕਿ ਆਪਣੀ ਜਿਹੜਾ ਲੈਵਲ ਹੈ ਨਾ, ਮੈਂ ਉਸ ਲੈਵਲ ਤੇ ਆ ਕੇ ਗੱਲ ਕਰਨ ਲੱਗਾ। ਸਿਰ ਤਲੀ ਤੇ ਟਿਕਾਉਣ ਦਾ ਮਤਲਬ ਹੁਣ ਇਹ ਹੈ ਕਿ ਐਜੂਕੇਸ਼ਨ ਪੰਜਾਬ ਪ੍ਰੋਜੈਕਟ ਦੀ ਕਲਾਸ ਲੱਗੀ ਹੈ ਤੇ ਸਿਰ ਤਲੀ ਤੇ ਬਈ ਅਟੈਂਟਿਵ ਹੋ ਕੇ ਹਾਂ ਸਾਹਮਣੇ ਸੁਣਾਗਾ, ਬਹਿਣਾ ਨਹੀਂ, ਲੰਮੇ ਨਹੀਂ ਪਾਉਂਗਾ। ਹੁਣ 1 ਘੰਟਾ 2 ਘੰਟੇ 3 ਘੰਟੇ ਲੱਗੀ ਹੈ, ਸਿਰ ਤਲੀ ਤੇ। ਤੇ ਜੇ ਸਿਰ ਤਲੀ ਤੇ ਨਹੀਂ ਹੈ, ਭਾਵ ਮੈਂ ਅਟੈਂਟਿਵ ਹੋ ਕੇ ਨਹੀਂ ਲਾਉਣੀ ਕਲਾਸ, ਕੋਈ ਗੱਲ ਨਹੀਂ, ਲੱਗੀ ਜਾਵੇ ਜਿੱਦਾਂ ਮਰਜ਼ੀ, ਮੈਂ ਇੱਧਰ ਕੰਮ ਕਰਦਾ ਉੱਧਰ ਦਾ ਕੰਮ ਕਰਦਾ, ਨਾਲ ਕਲਾਸ ਲਾਈ ਜਾਵਾਂਗਾ, ਇਦਾਂ ਸਿਰ ਤਲੀ ਤੇ ਨਹੀਂ। ਇਹਨੂੰ ਕਹਿੰਦੇ ਸਿਰ ਤਲੀ ਤੇ ਟਿਕਾਉਣਾ। ਗੁਰੂ ਦੇ ਹੁਕਮ ਨੂੰ ਜੋ ਮੇਰੇ ਗੁਰੂ ਨੇ ਕਹਿ ਦਿੱਤਾ ਨਾ, ਬਸ ਮੰਨਣਾ ਹੈ। ਜੋ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਮੇਰੀ ਸੰਸਥਾ ਕਹਿੰਦੀ ਹੈ ਮੈਨੂੰ, ਮੇਰੇ ਆਗੂ ਮੈਨੂੰ ਕਹਿੰਦੇ ਨੇ, ਜੇ ਉਹ ਮੇਰੇ ਭਲੇ ਦੀ ਗੱਲ ਹੈ ਤਾਂ ਮੈਂ ਸਿਰ ਤਲੀ ਤੇ ਟਿਕਾਉਣਾ, ਭਾਵ ਮੈਂ ਹੁਣ ਮੰਨਣ ਨੂੰ ਤਿਆਰ ਹੈ। ਇਹਨੂੰ ਕਹਿੰਦੇ ਸਿਰ ਤਲੀ ਤੇ ਟਿਕਾਉਣਾ। ਗੁਰੂ ਦਾ ਗੁਰ ਕਹਿਆ ਸੁਕਾਰ ਕਮਾਵੇ, ਗੁਰ ਕੀ ਕਰਨੀ ਕਾਹਿਤਾ। ਜੋ ਮੇਰੇ ਗੁਰੂ ਨੇ ਕਹਿ ਦਿੱਤਾ ਹੁਣ ਮੈਨੂੰ ਪ੍ਰਵਾਨ ਹੈ। ਮੇਰੇ ਗੁਰੂ ਨੇ ਕਹਿ ਦਿੱਤਾ ਕਿ ਆਹ ਫਲਾਣਾ ਕੰਮ ਕਰਨਾ ਹੈ, ਸੱਤ ਹੈ ਜੀ, ਫਲਾਣਾ ਆਹ ਕੰਮ ਕਰਨਾ, ਸੱਤ ਹੈ ਜੀ। ਗੁਰ ਕੀ ਆਗਿਆ ਸਤ 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 ਕਰ ਜਾ। ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ ਨਾ, ਪਤਾ ਕੀ ਮਿਲਦਾ ਹੈ? ਕੋਈ ਛੋਟੀ ਜਿਹੀ ਐਗਜ਼ਾਮਪਲ ਦੇ ਲੈਂਦਾ। ਹੁਣ ਇੱਕ ਬੱਚਾ ਬਾਪ ਦੀ ਬੜੀ ਕੇਅਰ ਕਰਦਾ, ਬੜੀ ਸੇਵਾ ਕਰਦਾ, ਬਾਪ ਨੂੰ ਚੰਗੀਆਂ ਚੰਗੀਆਂ ਚੀਜ਼ਾਂ ਲਿਆ ਕੇ ਦਿੰਦਾ ਹੈ, ਬਾਪ ਨੂੰ ਵਧੀਆ ਵਧੀਆ ਖਾਣ ਲਈ ਚੀਜ਼ਾਂ ਲਿਆ ਕੇ ਦਿੰਦਾ ਆ, ਵਧੀਆ ਕੱਪੜੇ ਦਿੰਦਾ ਆ। ਪਰ ਬਾਪ ਕਹਿੰਦਾ ਪੁੱਤ ਮੇਰੀ ਆਹ ਗੱਲ ਸੁਣ, ਆਹ ਕੰਮ ਨਾ ਕਰਿਆ ਤੂੰ। ਪੁੱਤ ਕੀ ਕਹਿੰਦਾ? ਕਹਿੰਦਾ ਆਹ ਗੱਲ ਨਹੀਂ ਮੇਰੇ ਕੋਲ ਮੰਨੀ ਜਾਣੀ ਤੁਹਾਡੀ, ਮੇਰੇ ਕੋਲ ਜੋ ਚੀਜ਼ਾਂ ਚਾਹੀਦੀਆਂ ਮੈਂ ਦੇ ਦਾਂਗਾ, ਪਰ ਤੁਹਾਡੀ ਗੱਲ ਨਹੀਂ ਮੰਨਣੀ। ਤੇ ਬਾਪ ਕਹਿੰਦਾ ਮੈਨੂੰ ਤੇਰੀ ਕਿਸੇ ਚੀਜ਼ ਦੀ ਲੋੜ ਨਹੀਂ, ਜਾ ਵਾਪਸ ਲੈ ਲੈ ਸਾਰੀ, ਮੈਨੂੰ ਤੇਰੇ ਕੱਪੜੇ ਵੀ ਚੰਗੇ ਨਹੀਂ ਚਾਹੀਦੇ, ਖਾਣਾ ਵੀ ਚੰਗਾ ਨਹੀਂ ਚਾਹੀਦਾ। ਜੇ ਤੂੰ ਮੇਰੀ ਗੱਲ ਨਹੀਂ ਮੰਨਦਾ, ਮੈਨੂੰ ਆਪਣਾ ਬਾਪ ਹੀ ਨਹੀਂ ਮੰਨਦਾ, ਗੱਲਾਂ ਹੀ ਬਾਤੀ ਹੈ ਨਾ। ਤੇ ਜੇ ਗੱਲਾਂ ਦੇ ਨਾਲ ਹੀ ਤੂੰ ਆਪਣੇ ਆਪ ਨੂੰ ਆਖੇ ਕਿ ਮੈਂ ਨਹੀਂ, ਗੱਲਾਂ ਦੇ ਨਾਲ ਨਹੀਂ, ਮੇਰੀ ਗੱਲ ਵੀ ਮੰਨ। ਹੁਣ ਚੇਤਾ ਰੱਖਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਸੀਂ ਸਾਰੇ ਮੰਨਦੇ ਹਾਂ, ਪਰ ਗੁਰੂ ਦੀ ਮੰਨਣ ਵਾਲਾ ਕੋਈ ਟਾਵਾਂ ਹੈ, ਕੋਈ ਵਿਰਲਾ ਹੈ। ਹੁਣ ਇਹੀ, ਕਿਉਂਕਿ ਮੈਂ ਪ੍ਰਮਾਣ ਤੋਂ ਹੀ ਗੱਲ ਸ਼ੁਰੂ ਕਰਨੀ ਆ। ਜੋ ਤਾਂ ਪ੍ਰੇਮ ਖਿਲਣ ਕਾ ਚਾਓ, ਜੇ ਤੈਨੂੰ ਪ੍ਰੇਮ ਖਿਲਣ ਦਾ ਚਾਹ ਹੈ, ਜੇ ਵਾਕਈ ਹੀ ਚਾਹੁੰਦੇ ਕਿ ਐਜੂਕੇਸ਼ਨ ਪੰਜਾਬ ਪ੍ਰੋਜੈਕਟ ਕੋਲੋਂ ਕੁਝ ਲੈਣਾ ਹੈ, ਜੇ ਚਾਹ ਹੈ ਅੰਦਰ, ਤੇ ਸਿਰ ਤਲੀ ਤੇ ਟਿਕਾਉਣਾ, ਭਾਵ ਫਿਰ ਇੱਕ ਵੀ ਕਲਾਸ ਮਿਸ ਨਹੀਂ ਹੋਣੀ ਚਾਹੀਦੀ। ਫਿਰ ਮੈਂ ਸਮਰਪਿਤ ਹਾਂ ਇਸ ਚੀਜ਼ ਨੂੰ, ਫਿਰ ਜੋ ਮਰਜ਼ੀ ਹੋ ਜਾਵੇ ਮੈਂ ਸਾਰੇ ਕੰਮ ਬੰਦ ਕਰ ਦੇਵਾਂਗਾ, ਸਿਰ ਤਲੀ ਤੇ ਆ ਮੇਰਾ। ਫਿਰ ਪਾਸ਼ਾ ਕਹਿੰਦੇ ਕਿ ਫਿਰ ਪਛਾਣ ਨਹੀਂ ਮੁੜਨਾ। ਫਿਰ ਇਹ ਨਹੀਂ ਐਜੂਕੇਸ਼ਨ ਸੰਗਤ ਦਾ ਪੈਸਾ, ਐਜੂਕੇਸ਼ਨ ਪੰਜਾਬ ਪ੍ਰੋਜੈਕਟ ਮੇਰੇ ਸਿਰ ਤੇ ਲਾ ਰਹੀ ਆ ਤੇ ਮੈਂ ਉਸ ਪੈਸੇ ਨੂੰ ਵੇਸਟ ਕਰਾਂ, ਆਪਣੀ ਸਟੱਡੀ ਕਰਨੀ ਉਹ ਧਿਆਨ ਨਾ ਦੇਵਾਂ। ਇਹ ਤਮਾਰਗ ਪੈਰ ਧਰੀਚਿਆ। ਹੁਣ ਇੱਥੇ ਪੈਰ ਧਰ ਲਿਆ ਨਾ, ਸਿਰ ਦੀਜੇ ਕਾਣ, ਹੁਣ ਫਸਟ ਆਉਣਾ ਆ, ਵਿਨ ਕਰਨਾ ਹੈ। ਤੇ ਮਨ ਦੇ ਵਿੱਚ ਇਹ ਕਹਿਣਾ ਆਈ ਕੈਨ ਡੂ ਇਟ, ਆਈ ਵਿਲ ਡੂ ਇਟ, ਮੈਂ ਕਰ ਸਕਦਾ ਤੇ ਮੈਂ ਕਰਾਂਗਾ। ਜਦੋਂ ਇਹ ਪ੍ਰਾਣ ਅੰਦਰ ਆਏਗਾ ਨਾ ਬੇਟਾ, ਆਪਣੇ ਆਪ ਫਿਰ ਅੰਦਰ ਦੀਆਂ ਚੀਜ਼ਾਂ ਨਾ ਬਾਹਰ ਹੋ, ਆਪਣੇ ਆਪ ਗੁਰੂ ਦੇ ਨਾਲ ਪਿਆਰ ਜੁੜਦਾ ਹੈ। ਤੇ ਫਿਰ ਜਿਹੜੀ ਗੱਲ ਵੀ, ਜਿੱਥੇ ਮੇਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੈਨੂੰ ਕਹਿੰਦੇ ਨੇ, ਵਾਹਿਗੁਰੂ ਅਕਾਲ ਪੁਰਖ ਕਹਿੰਦਾ ਆ, ਮੈਂ ਆਪਣੇ ਆਪ ਮੰਨਣੀ ਸ਼ੁਰੂ ਕਰ ਦਿੰਦਾ। ਹੁਣ ਗੁਰੂ ਮੈਨੂੰ ਆਪਣੇ ਆਪ ਅੰਦਰੋਂ ਹੀ, ਹੁਣ ਕਿਸੇ ਨੂੰ ਆਪਾਂ ਬੜਾ ਕਿਸੇ ਨੂੰ ਕਹਿੰਦੇ ਆ ਕਿ ਤੂੰ ਕੇਸ ਰੱਖ, ਦਾੜੀ ਨਾ ਕਟਾ, ਪਰ ਆਪਾਂ ਨੂੰ ਕਹੀਏ ਕਿ ਤੂੰ ਗੁਰੂ ਦੀ ਗੱਲ ਮੰਨ, ਸਾਡੀ ਨਾ ਮੰਨ, ਤੇ ਆਪਣੇ ਆਪ ਨੈਚੁਰਲ ਉਹਦੇ ਅੰਦਰੋਂ ਚੀਜ਼ਾਂ ਉੱਠਣਗੀਆਂ। ਨਹੀਂ, ਵਾਕਈ ਗੁਰੂ ਮੇਰਾ ਕਹਿੰਦਾ ਕਿ ਆਹ ਸਾਬਤ ਸੁਰ ਕੀ ਚੀਜ਼ਾਂ ਤੂੰ ਸੰਭਾਲ ਕੇ ਰੱਖ। ਸੋ ਇਸੀ ਪ੍ਰਮਾਣ ਜਿਹੜਾ ਤੁਹਾਡੇ ਸਾਹਮਣੇ ਰੱਖਿਆ, ਜੋ ਤੋਂ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪਛਾਣ ਹੀ ਹਟਣਾ ਪਵੇ ਜੋ ਮਰਜ਼ੀ। ਸੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਿਨ੍ਹਾਂ ਦੀ ਸ਼ਹਾਦਤ ਕੱਲ ਦਾ ਦਿਨ ਹੈ, ਸ਼ਹਾਦਤ ਗੁਰੂ
ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੈ। ਤੇ ਉਸੇ ਸਬੰਧ ਦੇ ਵਿੱਚ ਆਪਾਂ ਜੁੜੇ ਹਾਂ। ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕਰਾਉਣ ਦੇ ਵਿੱਚ ਬੜੇ ਕਾਰਨ ਸਨ, ਇੱਕ ਕਾਰਨ ਨਹੀਂ ਸੀ, ਬਹੁਤ ਜ਼ਿਆਦਾ ਕਾਰਨ। ਪਰ ਅਸੀਂ ਲਗਭਗ ਮੈਂ ਕੋਈ ਤੁਹਾਡੇ ਸਾਹਮਣੇ 7-8 ਕਾਰਨ ਤੁਹਾਡੇ ਸਾਹਮਣੇ ਰੱਖਣ ਲੱਗਾ ਕਿ ਜਿਹੜੇ ਕਾਰਨ ਸਨ ਜਦੋਂ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ। ਹੁਣ ਸ਼ਹੀਦ ਕਿਉਂ ਕਾਰਨ ਸੀਗੇ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਸ਼ਹੀਦੀ ਜਿਹੜੀ ਉਹ ਪ੍ਰਾਰੰਭ ਹੁੰਦੀ ਕਿਉਂ ਹੁੰਦੀ? ਕਿਉਂਕਿ ਗੁਰੂ ਨਾਨਕ ਦਾ ਘਰ ਜਿਹੜਾ ਹੈ ਨਾ, ਇਹ ਕਿਸੇ ਦੇ ਸਾਹਮਣੇ ਝੁਕਦਾ ਨਹੀਂ। ਚੇਤਾ ਰੱਖਿਓ, ਇਹ ਕਿਤੇ ਵੀ ਜਗ੍ਹਾ ਜ਼ੁਲਮ ਹੁੰਦਾ ਹੋਏਗਾ ਨਾ, ਗੁਰੂ ਨਾਨਕ ਦਾ ਘਰ ਉੱਥੇ ਮੂਹਰੇ ਖੜਾ ਹੋਏਗਾ। ਇਹ ਕਿਸੇ ਦੇ ਸਾਹਮਣੇ ਹੁਣ ਚੇਤਾ ਰੱਖਿਓ, ਗੁਰੂ ਨਾਨਕ ਦੇ ਸਿੱਖ ਦੇ ਸਾਹਮਣੇ, ਜਿਹਨੂੰ ਹੁਣ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘ ਬਣਾ ਦਿੱਤਾ, ਸਿੰਘ ਦੇ ਸਾਹਮਣੇ ਕਿਸੇ ਦੀ ਧੀ ਪੈਣ ਨਾਲ ਵਧੀਕ ਨਹੀਂ ਹੋ ਸਕਦੀ। ਹੁਣ ਚੇਤਾ ਰੱਖੋ, ਕਿੱਡੀ ਵੱਡੀ ਗੱਲ ਹੈ। ਮੈਂ ਅੱਗੇ ਵੀ ਬੇਨਤੀ ਕੀਤੀ ਸੀ ਛੋਟੀ ਜਿਹੀ, ਜ਼ਰੂਰ ਕਿਰਪਾ ਕਰਿਓ, ਯਤਨ ਕਰਾਂਗੇ, ਸ਼ਾਇਦ ਮੈਂ ਵੀਰਾਂ ਨੂੰ ਕਹਾਂਗੇ ਤੁਹਾਨੂੰ ਫਿਲਮ ਜ਼ਰੂਰ ਦਿਖਾਵਾਂ। ਇੱਕ ਫਿਲਮ ਹੈਗੀ ਆ ਦਾ ਟਰਬਨ ਆਜ, ਫਿਲਮ ਦਾ ਨਾਂ ਹੈ, ਤਾਂ YouTube 'ਚ ਸਰਚ ਕਰਕੇ ਜ਼ਰੂਰ ਦੇਖਿਓ ਕਿ ਸਿਰ ਦੇ ਉੱਤੇ ਬੰਨੀ ਪੱਗ ਦਾ ਮਤਲਬ ਕੀ ਹੁੰਦਾ ਹੈ, ਉਹਦੀ ਅਹਿਮੀਅਤ ਕੀ ਹੈ। ਜਦੋਂ ਸਿੱਖ ਤੇ ਸਿੰਘ ਦੇ ਵਿੱਚ ਜਦੋਂ ਫਰਕ ਮਿਟ ਕੇ ਅਸੀਂ ਦੇਖਦੇ ਹਾਂ ਨਾ, ਉਹਦੀ ਆਪਣੀ ਪ੍ਰਭਾਵ ਉਹਦਾ ਸਾਹਮਣੇ ਕੀ ਆਉਂਦਾ ਹੈ, ਪੇਸ਼ਕਾਰੀ ਕੀ ਹੁੰਦੀ ਹੈ, ਤੇ ਨੈਚੁਰਲ ਹੈ ਆਪਣੇ ਆਪ ਪਤਾ ਲੱਗਦਾ ਕਿ ਸਿੱਖੀਜ਼ਮ ਕਿੱਡਾ ਵੱਡਾ ਫਰਾਕ ਦਿਲੀ ਵਾਲਾ ਹੈ। ਸਿੱਖ ਦੇ ਸਾਹਮਣੇ ਕਿਸੇ ਨਾਲ ਵੀ ਜ਼ੁਲਮ ਨਹੀਂ ਹੋ ਸਕਦਾ। ਹੁਣ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ, ਕਿਉਂਕਿ ਬਾਤ ਆਪਣੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਸ਼ੁਰੂ ਹੁੰਦੀ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਕਿਉਂਕਿ ਇਹ ਗੱਲ 1521 ਦੇ ਵਿੱਚ ਸ਼ੁਰੂ ਹੋਈ ਹੈ, ਜਿਸ ਦਿਨ ਪਹਿਲੀ ਟੱਕਰ ਹੋਈ ਸਾਡੀ। ਕਿਹਦੇ ਨਾਲ ਟੱਕਰ ਹੋਈ ਆ? ਪਹਿਲੀ ਵਾਰ ਟੱਕਰ ਸਾਡੀ ਜ਼ੁਲਮ ਦੇ ਖਿਲਾਫ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਘਰ ਦੀ ਟੱਕਰ ਕਿੱਥੇ? ਐਮਨਾਬਾਦ ਦੀ ਧਰਤੀ ਤੇ 1521 ਈਸਵੀ ਨੂੰ ਹੋਈ, ਜਿੱਥੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਬਰ ਨੂੰ ਕਹਿੰਦੇ ਨੇ, ਤੂੰ ਜਾਬਰ ਹੈ। ਹੁਣ ਦੇਖੋ, ਵੱਡੀ ਗੱਲ ਹੈ। ਹੁਣ ਮੋਦੀ ਨੂੰ, ਆਪਾਂ ਮੋਦੀ ਨੂੰ ਸਾਰੇ ਗਾਲਾਂ ਕੱਢੀ ਜਾਂਦੇ ਇੱਥੇ ਹਨ, ਪਰ ਮੋਦੀ ਦੇ ਮੂੰਹ ਦੇ ਉੱਤੇ ਕਹਿਣਾ ਕਿ ਤੂੰ ਗਲਤ ਕਰ ਰਿਹਾ, ਇਹ ਕੋਈ ਵਿਰਲੇ ਟਾਵੇਂ ਦੇ ਵਿੱਚ ਹੋਏਗਾ। ਪਰ ਹੈਗਾ ਆਇਆ ਕਿੰਨਾ ਦੇ ਹਿੱਸੇ? ਪੰਜਾਬ ਦੇ ਹਿੱਸੇ। ਜਿਵੇਂ ਅੱਜ ਪੰਜਾਬ ਵਾਲੇ ਨੂੰ ਕਹਿ ਰਹੇ ਨੇ ਕਿ ਤੂੰ ਗਲਤ ਕਰ ਰਿਹਾ, ਕਿਉਂਕਿ ਹੋਰ ਉੱਠਿਆ ਕੋਈ ਵੀ ਜਿੱਥੇ ਕਾਨੂੰਨ ਪਾਸ ਹੋਏ ਆ 3, ਕੋਈ ਵੀ ਨਹੀਂ ਉੱਠਿਆ ਪੰਜਾਬ ਤੋਂ ਪਹਿਲਾਂ। ਪੰਜਾਬ ਨੇ ਹੀ ਆਵਾਜ਼ ਉਠਾਈ, ਕਿਉਂਕਿ ਇੱਥੇ ਬਸ਼ਿੰਦੇ ਉਹ ਬੈਠੇ ਨੇ ਜਿਨ੍ਹਾਂ ਦੀਆਂ ਰਗਾਂ ਵਿੱਚ ਗੁਰੂ ਨਾਨਕ ਦੀ ਬਾਣੀ ਦਾ ਖੂਨ ਚੱਲ ਰਿਹਾ। ਖੈਰ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਬਰ ਨੂੰ ਜਾਬਰ ਕੀਤਾ। ਟੱਕਰ ਜਿਹੜੀ ਆਰੰਭ ਹੋ ਗਈ ਬਾਬਰ ਕੇ ਤੇ ਬਾਬੇ ਕਿਆਂ ਦੇ ਸਾਹਮਣੇ ਆਪਸ ਵਿੱਚ। ਤੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਫੜ ਕੇ ਉਹਨੇ ਜੇਲ੍ਹ ਵਿੱਚ ਪਾਇਆ। ਜਦੋਂ ਆਪਣੀ ਗਲਤੀ ਦਾ ਅਹਿਸਾਸ ਹੋਇਆ, ਉਹਨੇ ਮਾਫੀ ਵੀ ਮੰਗੀ, ਮੇਰੇ ਕੋਲ ਗਲਤੀ ਹੋਈ। ਫਿਰ ਪਾਤਸ਼ਾਹ ਨੇ ਕਿਹਾ, ਪਾਪ ਕੀ ਜੰਜ ਲੈ ਕਾਬਲੋਂ ਤਾਂ ਹੈ। ਪੂਰਾ ਸ਼ਬਦ ਜਿਹੜਾ ਹੈ ਗੁਰਬਾਣੀ ਵਿੱਚ ਲਿਖਿਆ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਾਅਦ ਗੁਰੂ ਅਮਰ ਅੰਗਦ ਸਾਹਿਬ ਜੀ ਦਾ ਸਮਾਂ ਆਉਂਦਾ ਹੈ। ਹਮਾਯੂ ਬਾਦਸ਼ਾਹ ਹੁੰਦਾ, ਉਹ ਚੜ ਕੇ ਆਉਂਦਾ ਸੱਚੇ ਪਾਤਸ਼ਾਹ ਤੇ ਬਾਦਸ਼ਾਹ ਕਹਿੰਦੇ ਜਿੱਥੇ ਤੂੰ ਕਿਰਪਾਨ ਚੁੱਕਣੀ ਚਾਹੀਦੀ ਉੱਥੇ ਚੁੱਕੀ। ਫਿਰ ਗੁਰੂ ਅਮਰਦਾਸ ਸਾਹਿਬ ਜੀ ਦਾ ਸਮਾਂ ਆਉਂਦਾ। ਫਿਰ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਅਕਬਰ ਬਾਦਸ਼ਾਹ ਆਇਆ ਇਸ ਹਿੰਦੁਸਤਾਨ ਦਾ, ਇਸ ਭਾਰਤ ਦੇਸ਼ ਦਾ। ਪਰ ਅਕਬਰ ਦੇ ਅੰਦਰ ਬੜੀ ਹਲੀਮੀ ਹੈ, ਬੜਾ ਪਿਆਰ ਹੈ, ਬੜੀ ਫਰਾਕ ਦਿਲੀ ਹੈ। ਉਹਨੇ ਸੱਚੇ ਪਾਤਸ਼ਾਹ, ਕਿਉਂਕਿ ਉਹਨੂੰ ਬੜੀਆਂ ਜਿਹੜੀਆਂ ਸ਼ਿਕਾਇਤਾਂ ਜਾ ਰਹੀਆਂ ਸਨ ਗੁਰੂ ਨਾਨਕ ਦੇ ਘਰ, ਬੜੀਆਂ ਸ਼ਿਕਾਇਤਾਂ ਗਈਆਂ, ਪਰ ਉਹ ਇਹੋ ਜਿਹਾ ਬੰਦਾ ਸੀ ਕਿ ਜਿਹੜੇ ਗੁਣਾਂ ਦੀ ਕਦਰ ਕਰਦਾ ਸੀ, ਧਾਰਮਿਕ ਗ੍ਰੰਥਾਂ ਦੀ ਕਦਰ ਕਰਦਾ ਸੀ। ਉਹ ਗੁਰੂ ਨਾਨਕ ਦੇ ਘਰੇ ਆਇਆ, ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਆਇਆ। ਜਦੋਂ ਇੱਥੇ ਸੰਗਤ ਪੰਗਤ ਦਾ ਵੇਖਿਆ ਉਹਨੇ, ਤੇ ਬੜਾ ਪ੍ਰਭਾਵਿਤ ਹੋਇਆ ਕਿ ਇਹ ਜਿਹੜਾ ਘਰ ਹੈ ਇਹ ਸਭ ਤੋਂ ਸਾਂਝਾ ਹੈ, ਫਰਾਕ ਦਿਲੀ ਪੈਦਾ ਹੋਈ। ਉਸ ਤੋਂ ਬਾਅਦ ਸਮਾਂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦਾ ਉਧਰ ਅਕਬਰ ਹੈ। ਫਿਰ ਸਮਾਂ ਆਉਂਦਾ ਆ ਗੁਰੂ, ਕਿਉਂਕਿ ਇਹ ਸਮਾਂ ਜਿਹੜਾ ਕਾਲ ਜਿਹੜਾ ਬਿਲਕੁਲ ਸਹੀ ਚੱਲਦਾ ਰਿਹਾ, ਸ਼ਾਂਤ ਨਹੀਂ ਚੱਲਦਾ ਰਿਹਾ। ਗੁਰੂ ਅਰਜਨ ਸਾਹਿਬ ਮਹਾਰਾਜ ਗੁਪਤਾ ਗੱਦੀ ਤੇ ਬੈਠਦੇ ਨੇ ਇੱਧਰ, ਕਿਉਂਕਿ ਜਦੋਂ ਅਕਬਰ ਇੱਥੇ ਆਉਂਦਾ ਹੈ ਤੇ ਨਾਲ ਸਲੀਮ ਵੀ ਆਉਂਦਾ ਹੈ। ਕੁਝ ਸਮਾਂ ਜਦੋਂ ਸੱਚੇ ਪਾਤਸ਼ਾਹ ਨੂੰ ਮਿਲਣ ਆਉਂਦਾ, ਸਲੀਮ ਵੀ ਵੇਖ ਕੇ ਗਿਆ ਹੈ। ਸਲੀਮ ਜਿਹੜਾ ਜਹਾਂਗੀਰ ਬਣਦਾ ਹੈ। ਜਦੋਂ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੱਦੀ ਤੇ ਬੈਠਦੇ ਨੇ ਤੇ ਇਸ ਗੁਰੂ ਨਾਨਕ ਦੇ ਘਰ ਦੀ ਗੋਇੰਦਵਾਲ ਦੀ ਬਾਤ ਜਿਹੜੀ ਹੈ ਉਹ ਪਹੁੰਚਦੀ ਹੈ ਚਾਰ ਚੁਫੇਰੇ ਤੇ ਸਿੱਖੀਜ਼ਮ ਦੇ ਵਿਰੋਧੀ ਜਿਹੜੇ ਨੇ। ਕਿਉਂਕਿ ਟੱਕਰ ਜਦੋਂ ਸ਼ੁਰੂ ਹੋਈ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ, ਉੱਥੋਂ ਹੀ ਟੱਕਰ ਸ਼ੁਰੂ ਹੋਈ। ਇਹ ਅੱਗ ਸੁਲਗਦੀ, ਕਿਉਂਕਿ ਮੈਂ ਜੇ ਕਿਤੇ ਰੁਕ ਕੇ ਗੱਲ ਕਰਾਂ, ਟੱਕਰ ਉਤੋਂ ਵੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਤੇ ਉਹ ਟੱਕਰ 9 ਸਾਲ ਦੀ ਉਮਰ ਦੇ ਵਿੱਚ ਜਿਹੜੇ ਜਨਊ ਪਾਤਸ਼ਾਹ ਨੇ ਪਾਇਆ ਨਹੀਂ, ਤੇ ਟੱਕਰ ਉੱਥੋਂ ਵੀ ਸ਼ੁਰੂ ਹੋ ਗਈ। ਪ੍ਰੋਹਤਾਂ ਨੇ ਗੁਰੂ ਨਾਨਕ ਨੂੰ ਖਤਮ ਕਰਨ ਦੀਆਂ ਬੜੀਆਂ ਚਾਲਾਂ ਚਲਾਈਆਂ, ਕਿਉਂਕਿ ਇਹ ਧਰਮ ਜਿਹੜਾ ਨਾ ਕਿਸੇ ਤਰੀਕੇ ਦਬਾਇਆ ਜਾ ਸਕੇ, ਕਿਉਂਕਿ ਇਹ ਧਰਮ ਹੀ ਅਲੱਗ ਹੈ। ਦਾਤੇ ਨੇ ਨਾਨਕ ਨਿਰਮਲ ਪੰਥ ਚਲਾਇਆ, ਜਿਹਦੇ ਵਿੱਚ ਮੈਲ ਨਹੀਂ ਹੈ, ਜਿਹਦੇ ਵਿੱਚ ਕਿਸੇ ਨੂੰ ਨੀਵਾਂ ਨਹੀਂ ਦਿਖਾਇਆ ਜਾਂਦਾ, ਜਿਹਦੇ ਵਿੱਚ ਕਿਸੇ ਨਾਲ ਰੰਗ
ਜਿਵੇਂ ਕਿਸੇ ਦਾ ਰੰਗ ਦੇ ਉੱਤੋਂ ਨਫ਼ਰਤ ਕੀਤੀ ਜਾਂਦੀ ਹੈ, ਇਹ ਉਹ ਘਰ ਨਹੀਂ ਹੈ ਜਿੱਥੇ ਸੰਭੇ ਸਾਂਝੀ ਵਾਸ ਦਾਇਮ ਕੋਈ ਨਾ ਦਿਸੇ ਘਰ। ਇਹ ਉਹ ਗੁਰੂ ਨਾਨਕ ਦਾ ਘਰ ਹੈ ਜਿੱਥੇ ਸਾਰੇ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕ ਸਕਦੇ ਨੇ, ਸੰਗਤ ਵਿੱਚ ਬੈਠ ਕੇ ਸਾਰੇ ਬਾਣੀ ਦਾ ਕੀਰਤਨ ਸੁਣ ਸਕਦੇ ਨੇ, ਕਿਸੇ ਨੂੰ ਵੀ ਆਉਣ ਜਾਣ ਤੇ ਰੋਕ ਨਹੀਂ ਹੈ। ਇਹ ਉਹ ਘਰ ਹੈ ਜਿੱਥੇ ਔਰਤ ਦਾ ਸਤਿਕਾਰ ਇੰਨਾ ਕੁ ਜ਼ਿਆਦਾ ਕੀਤਾ ਜਾਂਦਾ ਆ ਕਿ ਔਰਤ ਵੀ ਇਹ ਕਹਿੰਦੀ ਹੈ ਕਿ ਮੈਂ ਰੱਬ ਦੀ ਢੱਕੀ ਹੋਈ ਨਹੀਂ ਆਈ। ਸੱਚੇ ਪਾਤਸ਼ਾਹ ਬਾਣੀ 'ਚ ਲਿਖ ਕੇ ਗਏ ਨੇ, ਸੋਚਿਓ ਦਾ ਕੀ ਹੈ, ਜਿਤ ਜੰਮੇ ਰਾਜਾ। ਇਹ ਉਹ ਗੁਰੂ ਨਾਨਕ ਦਾ ਘਰ। ਹੁਣ ਇਹ ਜਿਹੜੀਆਂ ਸਾਰੀਆਂ ਗੱਲਾਂ ਸਨ ਅੰਦਰੇ ਅੰਦਰ ਸੁਲਗਦੀਆਂ ਰਹੀਆਂ, ਸੁਲਗਦੇ ਰਹੀਆਂ। ਪ੍ਰੋਫਤਾਂ ਨੇ ਵੀ ਚਾਲਾਂ ਚੱਲੀਆਂ। ਪ੍ਰੋਫਤ ਤੋਂ ਭਾਵ ਜਿਹੜੇ ਬ੍ਰਾਹਮਣ ਸਨ ਉਹਨਾਂ ਨੇ ਚਾਲਾਂ ਚਲਾਈਆਂ, ਕਾਜ਼ੀਆਂ ਨੇ ਚਾਲਾਂ ਚਲਾਈਆਂ, ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਆਉਣ ਵਾਲਿਆਂ ਦੀ ਗਿਣਤੀ ਬੇਤਹਾਸ਼ਾ ਵੱਧਦੀ ਜਾ ਰਹੀ ਸੀ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਗੁਰਤਾ ਗੱਦੀ ਤੇ ਬੈਠਦੇ ਨੇ, ਫਿਰ ਮੁਸਲਮਾਨ ਜਿਹੜੇ ਨੇ ਉਹ ਵੀ ਗੁਰੂ ਨਾਨਕ ਦੇ ਘਰ ਦੇ ਜਿਹੜੇ ਨੇ ਉਹ ਪੈਰੋਕਾਰ ਬਣਦੇ ਨੇ, ਗੁਰੂ ਨਾਨਕ ਦੇ ਘਰ ਦੇ ਵਸ਼ਿੰਦੇ ਬਣਦੇ ਨੇ, ਗੁਰੂ ਨਾਨਕ ਦੇ ਪਿਆਰ ਕਰਨ ਵਾਲੇ ਬਣਦੇ ਨੇ। ਸਿੱਖੀਜ਼ਮ ਵੀ ਧਾਰਨ ਕਰਨਾ ਸ਼ੁਰੂ ਹੋ ਗਿਆ। ਬਹੁਤ ਮੁਸਲਮਾਨ ਸਿੱਖੀਜ਼ਮ ਦੇ ਵਿੱਚ ਆ ਗਏ, ਸਿੱਖ ਬਣਨੇ ਸ਼ੁਰੂ ਹੋ ਗਏ। ਜਿਹੜੇ ਕੱਟੜ ਮੁਸਲਮਾਨ ਲੋਕ ਹੁੰਦੇ ਨੇ ਉਹਨਾਂ ਨੂੰ ਇਹ ਗੱਲ ਬਰਦਾਸ਼ਤ ਨਾ ਕਿ ਹਿੰਦੂ ਤਾਂ ਜਾ ਰਹੇ ਨੇ ਪਰ ਮੁਸਲਮਾਨ ਕਿਉਂ ਜਿਹੜੇ ਸਿੱਖ ਬਣਦੇ ਜਾ। ਇਹ ਚਾਲਾਂ ਜਿਹੜੀਆਂ ਅੰਦਰ ਹੀ ਅੰਦਰ ਚੱਲ ਰਹੀਆਂ ਸੀ। ਸੋ ਪਹਿਲਾ ਕਾਰਨ ਜਿਹੜਾ ਸੀਗਾ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ, ਇਹ ਸਾਰੇ ਕਾਰਨ ਜਿਹੜੀਆਂ ਇਹ ਖਬਰਾਂ ਪਹੁੰਚ ਰਹੀਆਂ ਨੇ, ਜਿਹੜੀਆਂ ਅਕਬਰ ਤੱਕ ਪਹੁੰਚ ਰਹੀਆਂ ਨੇ। ਅਕਬਰ ਨੂੰ ਪਤਾ, ਪਰ ਅਕਬਰ ਨੂੰ ਪਤਾ ਆ ਕਿ ਜਿਹੜਾ ਗ੍ਰੰਥ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਲਿਖਿਆ ਆ ਉਹਦੇ ਵਿੱਚ ਜਾਂ ਗੁਰੂ ਨਾਨਕ ਦੇ ਘਰ ਵਿੱਚ ਕੋਈ ਵੀ ਜਿਹੜਾ ਕਿਸੇ ਨਾਲ ਬਦਸਲੂਕੀ ਜਾਂ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ। ਤੇ ਜਦੋਂ ਮੈਂ ਇਤਿਹਾਸ ਪੜ੍ਹ ਰਿਹਾ ਸੀ ਤਾਂ ਉਹਦੇ ਵਿੱਚ ਬੜੇ ਕਾਰਨ ਸਨ ਜਿਹੜੇ ਮੋਟੇ ਜਿਹੇ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ 1601 ਈਸਵੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀਆਂ ਪੋਥੀਆਂ ਸਨ, ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਅਮਰਦਾਸ ਸਾਹਿਬ ਤੱਕ, ਵਾਹਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਤੱਕ ਪੋਥੀਆਂ ਦੇ ਵਿੱਚ ਜਿਹੜੀ ਗੁਰਤਾ ਗੱਦੀ ਦੀ ਅੱਗੇ ਪ੍ਰਕਿਰਿਆ ਚੱਲਦੀ ਆ ਰਹੀ ਸੀ। ਜਦੋਂ ਉਹ ਪੋਥੀ ਜਿਹੜੀ ਸੀ ਉਹ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਮਿਲੀ ਤੇ ਸੱਚੇ ਪਾਤਸ਼ਾਹ ਜੀ ਨੇ ਪੋਥੀ ਦਾ ਪ੍ਰਕਾਸ਼ ਕੀਤਾ ਤੇ ਇਹ ਸ਼ਬਦ ਗਾਇਨ ਕੀਤਾ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਦਾਨਾ, ਰਤਨ ਲਾਲ ਜੰਗ ਕਸ਼ੂ ਦਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਓ ਖਰਚੋ ਰਲ ਮਿਲ ਭਾਈ, ਤੋੜ ਨਾ ਆਵੇ ਵੱਧ ਹੋ ਜਾਏ। ਇਹ ਜਦੋਂ ਖਜ਼ਾਨੇ ਨੂੰ ਖੋਲ ਕੇ ਵੇਖਿਆ ਤੇ ਸੱਚੇ ਪਾਤਸ਼ਾਹ ਨੇ ਕਿਹਾ ਕਿ ਇਹ ਖਜ਼ਾਨੇ ਦੇ ਵਿੱਚ ਕੋਈ ਰਲ ਨਾ ਹੋ ਜਾਵੇ, ਕਿਉਂਕਿ ਲਰਾਵਟ ਬਹੁਤ ਹੁੰਦੀ ਹੈ, ਮਿਕਸ ਬਹੁਤ ਹੁੰਦਾ ਹੈ, ਨਕਲੀ ਬਾਣੀ ਲਿਖਣ ਵਾਲੇ ਬੜੇ। ਚੇਤਾ ਰੱਖਿਓ, ਪੰਜਾਬ ਦੀ ਧਰਤੀ ਤੇ ਬਹੁਤ ਐਵੇਂ ਦੀ ਕੱਚੀ ਬਾਣੀ, ਜਿਹਨੂੰ ਕਹਿੰਦੇ ਨੇ ਕੱਚੀ ਬਾਣੀ ਗਾਉਣ ਵਾਲੀ, ਗੁਰੂ ਨਾਨਕ ਦੀ ਛਾਪ ਵਰਤ ਕੇ। ਹੁਣ ਇੱਕ ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖ ਦਿੰਦਾ, ਤੁਸੀਂ ਆਮ ਸੁਣੀ ਵੀ ਹੋਏਗੀ ਔਰ ਦੇਖੀ ਵੀ ਹੋਏਗੀ, ਜਦ ਕਿ ਇਹ ਪੰਕਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਹੀਂ ਹੈ। ਕਿਹੜੀ ਪੰਕਤੀ ਆ? ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੰਕਤੀ ਨਹੀਂ, ਪਰ ਨਾਨਕ ਸ਼ਬਦ ਆ ਗਿਆ। ਨਾਨਕ ਦਾ ਮਤਲਬ ਹੈ ਨਾਨਕ ਦੀ ਮੋਹਰ ਲੱਗੀ ਹੈ। ਨਾਨਕ ਸ਼ਬਦ ਆ ਗਿਆ, ਮਤਲਬ ਨਾਨਕ ਦੀ ਮੋਹਰ ਲੱਗੀ ਹੈ। ਤੇ ਆਮ ਕਰਕੇ ਜਿਹੜਾ ਬੰਦਾ ਆ ਉਹ ਟਪਲਾ ਖਾ ਜਾਂਦਾ ਕਿ ਵਾਕਈ ਹੀ ਗੁਰੂ ਨਾਨਕ ਦੀ ਬਾਣੀ ਹੋਏਗੀ, ਜਦ ਕਿ ਇਹ ਕੱਚੀ ਬਾਣੀ ਹੈ। ਗੁਰੂ ਨਾਨਕ ਦਾ ਸਿਰਫ ਨਾਂ ਵਰਤਿਆ ਆ, ਕੱਚੀ ਬਾਣੀ ਲਿਖੀ। ਹੁਣ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਾਸ ਜਦੋਂ ਇਹ ਪੋਥੀਆਂ ਪਹੁੰਚੀਆਂ ਤੇ ਪੋਥੀ ਦਾ ਸੱਚੇ ਪਾਤਸ਼ਾਹ ਨੇ ਵੇਖਿਆ ਕਿ ਇਹਨਾਂ ਪੋਥੀਆਂ ਨੂੰ ਇੱਕ ਥਾਂ ਨਹੀਂ, ਇੱਕ ਥਾਂ ਕਰਨਾ ਚਾਹੀਦਾ। ਤੇ ਰਾਮਸਰ ਸਾਹਿਬ ਦੇ ਸਥਾਨ ਤੇ ਬਾਬਾ ਬੁੱਢਾ ਜੀ ਨੂੰ ਬੁਲਾਇਆ, ਭਾਈ ਗੁਰਦਾਸ ਜੀ ਨੂੰ ਬੁਲਾਇਆ। ਭਾਈ ਗੁਰਦਾਸ ਜੀ ਨੂੰ ਕਿਹਾ ਤੁਸੀਂ ਬਾਣੀ ਲਿਖਣ ਦਾ ਕਾਰਜ ਕਰਨਾ ਆ। ਬਾਬਾ ਬੁੱਢਾ ਜੀ ਨੂੰ ਕਿਹਾ ਤੁਸੀਂ ਕਲਮਾਂ ਘੜਨੀ ਹੈ, ਤੇ ਜਿਹੜੀ ਕਲਮ ਇੱਕ ਵਾਰੀ ਲਿਖੀ ਜਾਂਦੀ ਹੈ ਉਹ ਦੁਬਾਰਾ ਉਹਨੂੰ ਘੜਿਆ ਨਹੀਂ ਜਾਂਦਾ, ਉਹਨੂੰ ਫਿਰ ਪਾਸੇ ਰੱਖ ਦਿੱਤਾ, ਨਵੀਂ ਕਲਮ ਘੜੀ ਜਾਂਦੀ। ਹਮੇਸ਼ਾ ਸਿਆਹੀ ਬਣਾਉਣ ਦਾ ਕਾਰਜ ਸਿਰਫ ਬਾਬਾ ਬੁੱਢਾ ਜੀ ਨੂੰ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਗੁਰੂ ਅਰਜਨ ਸਾਹਿਬ ਮਹਾਰਾਜ ਬਾਣੀ ਉਚਾਰਦੇ ਨੇ, ਭਾਈ ਗੁਰਦਾਸ ਜੀ ਲਿਖਦੇ ਨੇ। ਲਿਖਦੇ ਲਿਖਦੇ ਕਾਰਜ ਆਰੰਭ ਹੋਇਆ। ਤੇ ਪਹਿਲਾ ਕਾਰਨ ਤੁਹਾਡੇ ਸਾਹਮਣੇ ਰੱਖਣ ਲੱਗਾ, ਉਸ ਵਕਤ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹ ਸੁਨੇਹੇ ਭੇਜੇ ਸੀ ਪੰਜਾਬ ਦੇ ਵਿੱਚ ਕਿ ਜਿਸ ਕੋਲ ਵੀ ਗੁਰੂ ਨਾਨਕ ਦੀ ਛਾਪ ਬਾਣੀ ਹੈ ਜਾਂ ਆਪਣੀ ਕੋਈ ਬਾਣੀ ਹੈ ਉਹ ਲੈ ਕੇ ਆਓ, ਅਸੀਂ ਇੱਕ ਗ੍ਰੰਥ ਦੀ ਰਚਨਾ ਕਰਨੀ ਹੈ। ਉਸ ਗ੍ਰੰਥ ਦੇ ਵਿੱਚ ਤੁਹਾਡੀ ਬਾਣੀ ਦਰਜ ਕੀਤੀ ਜਾਏਗੀ, ਜੇ ਉਹਦੇ ਅਨੁਕੂਲ ਹੋਈ ਤਾਂ। ਬਹੁਤ ਸਾਰੇ ਜਿਹੜੇ ਭਗਤ ਸਾਹਿਬਾਨ ਪਹੁੰਚੇ, ਭਗਤਾਂ ਦੀ ਬਾਣੀ ਪਾਤਸ਼ਾਹ ਜੀ ਨੇ ਦਰਜ ਕੀਤੀ। ਔਰ 4 ਭਗਤ ਜਿਹੜੇ ਉਹ ਸਪੈਸ਼ਲ ਆਏ। ਇੱਕ ਭਗਤ ਸੀਗਾ ਜਿਹੜਾ ਦਿੱਲੀ ਤੋਂ ਆਇਆ ਸੀ, ਜਿਹਦਾ ਨਾਮ ਸੀ ਕਾਨਾ। ਇਹ ਪਹੁੰਚੇ ਤੇ ਇਹਨਾਂ ਆ ਕੇ ਆਪਣੀ ਬਾਣੀ ਜਿਹੜੀ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸੁਣਾਈ। 4 ਭਗਤਾਂ ਦੀ ਬਾਣੀ ਜਿਹੜੀ ਸੀ ਗੁਰਬਾਣੀ ਦੀ ਕਸਵੱਟੀ ਤੇ ਖਰੀ ਨਾ ਉਤਰ ਸਕੀ। ਕਸਵੱਟੀ ਦਾ ਮਤਲਬ ਉਸ ਪਰਖ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ, ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬਾਣੀ ਚਾਹੀਦੀ, ਉਸੇ ਪਹੁੰਚ ਹੀ ਨਹੀਂ ਸਕੀ। ਉਹਦੇ ਵਿੱਚ ਆਪਣੀ ਉਹਨਾਂ ਦੀ ਮੈਮੇ ਸੀ। ਗੁਰੂ ਸਾਹਿਬ ਜੀ ਕਹਿੰਦੇ
ਤੇਰੀ ਬਾਣੀ ਦੇ ਵਿੱਚ ਤੂੰ ਕਾਨੇ ਭਗਤ ਤੂੰ ਨਜ਼ਰ ਆਇਆ। ਕਾਨਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ, ਇਹ 4 ਬੰਦੇ ਸਨ। ਪਾਸ਼ਾ ਇਹਨਾਂ ਨੂੰ ਕਹਿਣ ਲੱਗੇ ਕਿ ਇਸ ਤੁਹਾਡੀ ਬਾਣੀ ਦੇ ਵਿੱਚ ਤੁਸੀਂ ਨਜ਼ਰ ਆ ਰਹੇ ਹੋ, ਪਰ ਬਾਕੀ ਜਿੰਨੀ ਵੀ ਬਾਣੀ ਇੱਧਰ ਦਰਜ ਹੈ, ਇਸ ਬਾਣੀ ਦੇ ਵਿੱਚੋਂ ਲਿਖਣ ਵਾਲਾ ਨਹੀਂ ਨਜ਼ਰ ਆ ਰਿਹਾ, ਕਰਤਾ ਨਜ਼ਰ ਆ ਰਿਹਾ, ਕਰਤਾਰ ਨਜ਼ਰ ਆ ਰਿਹਾ, ਰਾਮ ਨਜ਼ਰ ਆ ਰਿਹਾ, ਅੱਲਾ ਨਜ਼ਰ ਆ ਰਿਹਾ, ਵਾਹਿਗੁਰੂ ਨਜ਼ਰ ਆ ਰਿਹਾ। ਪਰ ਤੁਹਾਡੀ ਲਿਖੀ ਹੋਈ ਬਾਣੀ ਦੇ ਵਿੱਚੋਂ ਤੁਸੀਂ ਨਜ਼ਰ ਆ ਰਹੇ ਹੋ, ਕਰਤਾ ਪੁਰਖ ਨਜ਼ਰ ਨਹੀਂ ਆ ਰਿਹਾ। ਇਸ ਕਰਕੇ ਤੁਹਾਡੀ ਜਿਹੜੀ ਬਾਣੀ ਹੈ ਇੱਥੇ ਲਿਖੀ ਨਹੀਂ ਜਾਂਦੀ। 3 ਤਾਂ ਸ਼ਾਂਤ ਹੋ ਕੇ ਬਹਿ ਗਏ, ਪਰ ਉਹਨਾਂ ਨੇ ਵੀ ਅੰਦਰ ਖਾਤੇ ਜਿਹੜੀਆਂ ਬੜੀਆਂ ਚਿੱਠੀਆਂ ਜਿਹੜੀਆਂ ਅਕਬਰ ਨੂੰ ਲਿਖੀਆਂ। ਪਰ ਇੱਧਰ ਜਿਹੜਾ ਇਹ ਕਾਨਾ ਸੀ, ਇਹ ਅਸਲ ਦੇ ਵਿੱਚ ਦਿੱਲੀ ਦਾ ਰਹਿਣ ਵਾਲਾ ਹੈ ਚੰਦੂ, ਤੇ ਚੰਦੂ ਦੇ ਚਾਚੇ ਦਾ ਪੁੱਤ ਭਰਾ ਲੱਗਦਾ ਹੈ, ਚਾਚੇ ਦਾ ਮੁੰਡਾ ਹੈ, ਭਰਾ ਲੱਗਦਾ ਹੈ। ਤੇ ਉਧਰ ਚੰਦੂ ਨੇ ਕੁਝ ਸਮਾਂ ਪਹਿਲਾਂ ਗੁਰੂ ਘਰ ਦੇ ਵਿੱਚ ਚੰਦੂ ਨੇ ਆਪਣੀ ਬੇਟੀ ਦਾ ਰਿਸ਼ਤਾ ਕਰਨਾ ਚਾਹਿਆ, ਤੇ ਪ੍ਰੋਹਤਾਂ ਨੂੰ ਜਿਹੜੇ ਸੀ ਬ੍ਰਾਹਮਣਾਂ ਨੂੰ ਆਪਣੀ ਬੇਟੀ ਦਾ ਰਿਸ਼ਤਾ ਕਰਨੀ ਭੇਜ ਦਿੱਤਾ। ਜਿਵੇਂ ਅੱਜ ਵੀ ਵਿਚੋਲੇ ਅਸੀਂ ਭੇਜਦੇ ਕਿ ਵਿਚੋਲਗਿਰੀ ਕਰੋ। ਵੈਸੇ ਅੱਜ ਕੱਲ ਤੇ ਇਵੇਂ ਦਾ ਹੁੰਦਾ ਨਹੀਂ। ਅੱਜ ਕੱਲ ਤੇ ਵਿਚੋਲੇ ਗੁਸਾਖੀ ਦੀ ਖਿਮਾ ਜਿਹੜਾ ਮੈਂ ਆਪਣੇ ਪਾਸ ਹੀ ਹਟ ਕੇ ਗੱਲ ਕਰਨ ਲੱਗਾ, ਅੱਜ ਕੱਲ ਇੰਸਟਾਗ੍ਰਾਮ, ਫੇਸਬੁੱਕ, ਠੀਕ ਹੈ, ਵਟਸਐਪ, ਇਹ ਸਾਡੇ ਵਿਚੋਲੇ ਨੇ। ਪੁਰਾਤਨ ਸਮੇਂ ਦੇ ਵਿੱਚ ਜਿਹੜੇ ਸਨ ਉਹ ਬਜ਼ੁਰਗ ਅਗਲੇ ਬੰਨੇ ਜਿਹੜੇ ਸੀ ਉਹ ਵਿਚੋਲਗਿਰੀਆਂ ਕਰਕੇ, ਰਿਸ਼ਤੇ ਕਰਕੇ ਆਉਂਦੇ ਸਨ। ਉਹ ਵੇਖਦੇ ਸਨ ਕਿ ਫਲਾਣੇ ਦਾ ਘਰ ਇੰਨਾ ਉੱਚਾ ਆ ਤੇ ਫਲਾਣੇ ਦਾ ਘਰ ਇੰਨਾ ਉੱਚਾ, ਇਹਦੇ ਨੂੰ ਉੱਚਾ ਜਾਂ ਉਸ ਬੰਦੇ ਦੇ ਗੁਣਾਂ ਦੀ ਵੇਖੀ ਜਾਂਦੀ ਜਿਹਦੇ ਨਾਲ ਧੀ ਦਾ ਰਿਸ਼ਤਾ ਕਰਨਾ। ਉਹ तमाम ਰਿਸ਼ਤਿਆਂ ਨੂੰ ਵੇਖ ਕੇ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਇਹ ਚੰਦੂ ਦੇ ਭੇਜੇ ਹੋਏ ਜਿਹੜੇ ਬੰਦੇ ਸਨ ਇਹ ਪਹੁੰਚੇ, ਤੇ ਚੰਦੂ ਦੀ ਕੁੜੀ ਦਾ ਰਿਸ਼ਤਾ ਜਿਹੜਾ ਸੀ ਇਹ ਕਰਨ ਲਈ ਇਹਨਾਂ ਨੇ ਤਜਵੀਜ਼ ਰੱਖੀ, ਤੇ ਗੁਰੂ ਸਾਹਿਬ ਜੀ ਨੇ ਰਿਸ਼ਤਾ ਪ੍ਰਵਾਨ ਕੀਤਾ ਕਿ ਠੀਕ ਹੈ। ਉਧਰ ਇਹ ਰਿਸ਼ਤਾ ਅਜੇ ਪੂਰਾ ਹੋਣਾ, ਮੁਕੰਮਲ ਚੜ੍ਹਨਾ ਸੀ। ਜਾ ਕੇ ਉਹਨੇ ਦੱਸਿਆ ਪ੍ਰੋਹਤਾਂ ਨੇ, ਬ੍ਰਾਹਮਣਾਂ ਨੇ, ਕਿ ਤੇਰੀ ਕੁੜੀ ਦਾ ਰਿਸ਼ਤਾ ਕਰ ਰਹੇ। ਸੁਭਾਵ ਹੈ, ਕੁੜੀ ਦਾ ਪਿਓ ਪੁੱਛਣ ਲੱਗਾ ਕਿੱਥੇ ਰਿਸ਼ਤਾ ਕਰਕੇ ਹੈ। ਕਹਿੰਦੇ ਜੀ ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਬੇਟੇ ਨਾਲ, ਗੁਰੂ ਹਰਗੋਬਿੰਦ ਨਾਲ ਤੇਰੀ ਬੇਟੀ ਦਾ ਰਿਸ਼ਤਾ ਤੈਅ ਕੀਤਾ। ਤੇ ਹੁਣ ਕਈ ਵਾਰੀ ਨਾ ਬੰਦਾ ਹੰਕਾਰ ਵਿੱਚ ਆ ਤੇ ਚੇਤਾ ਰੱਖਿਓ, ਹੰਕਾਰ ਰਿਸ਼ਤੇ ਜਦੋਂ ਜੁੜਦੇ ਨਾ, ਮੈਂ ਅਕਸਰ ਬੇਨਤੀ ਕਰਦਾ ਹਾਂ, ਰਿਸ਼ਤਿਆਂ ਦੇ ਵਿੱਚ ਕਿਸੇ ਚੀਜ਼ ਦਾ ਮਾਪ ਤੋਲ ਨਹੀਂ ਹੋਣਾ ਚਾਹੀਦਾ, ਉੱਥੇ ਗੁਣਾਂ ਦੀ ਕਦਰ ਕੀਤੀ ਜਾਣੀ ਚਾਹੀਦੀ। ਜੇ ਅਸੀਂ ਧੀ ਦਾ ਰਿਸ਼ਤਾ ਕਰਨ ਜਾ ਰਹੇ ਹਾਂ ਤੇ ਉੱਥੇ ਵੇਖਿਆ ਜਾਣਾ ਚਾਹੀਦਾ ਅਗਲੇ ਬਣੇ ਕਿੰਨੇ ਕੁ ਗੁਣਵਾਨ ਬੱਚਾ ਆ, ਉਹ ਪੜ੍ਹਿਆ ਲਿਖਿਆ ਕਿੰਨਾ ਆ, ਉਹ ਐਜੂਕੇਟਡ ਕਿੰਨਾ ਆ। ਇਹ ਨਾ ਵੇਖੀ ਉਹਦੀ ਜ਼ਮੀਨ ਕਿੰਨੀ ਆ, ਜਾਇਦਾਦ ਕਿੰਨੀ ਆ, ਉਹ ਵੇਖੀ ਉਹਦੇ ਚ ਗੁਣ, ਉਹਦੀ ਕਾਬਲੀਅਤ ਕਿੰਨੀ ਕੁ ਹੈ ਕਿ ਉਹ ਸਾਡੀ ਧੀ ਨੂੰ ਕੁਛ ਰੱਖ ਸਕਦਾ। ਉਹਦੀਆਂ ਗੱਲਾਂ ਬਾਤਾਂ ਤੋਂ, ਉਹਦੇ ਜੀਵਨ ਤੋਂ ਇੱਥੋਂ ਪਤਾ ਉਹਦਾ ਜੀਵਨ ਕਿੰਨੀ ਕੁ ਘਾੜ ਆ, ਉਹ ਆਪਣੇ ਗੁਰੂ ਨਾਲ ਕਿੰਨਾ ਕੁ ਪਿਆਰ ਕਰਦਾ ਹੈ। ਕਿਸੇ ਵੀ ਮਜ਼ਹਬ ਦਾ ਹੋਵੇ, ਵਾਕਈ ਸਵੇਰੇ ਉੱਠਦਾ, ਅੰਮ੍ਰਿਤ ਵੇਲਾ ਸੰਭਾਲਦਾ ਆ, ਜੇ ਹਿੰਦੂ ਹੈ ਤੇ ਉੱਠ ਕੇ ਮੰਦਿਰ ਜਾਂਦਾ ਆ, ਜੇ ਮੁਸਲਮਾਨ ਹੈ ਤੇ ਉੱਠ ਕੇ ਨਮਾਜ਼ਾਂ ਪੜ੍ਹਦਾ ਆ, ਸਿੱਖ ਹੈ ਤੇ ਅੰਮ੍ਰਿਤ ਵੇਲੇ ਗੁਰੂ ਘਰ ਜਾਂਦਾ ਕਿ ਨਹੀਂ ਜਾਂਦਾ। ਜਿਹੜੇ ਵੀ ਮਜ਼ਹਬ ਨਾਲ ਜੁੜਿਆ, ਪਰ ਉਹ ਵਾਕਈ ਹੀ ਆਪਣੇ ਮਜ਼ਹਬ ਦੇ ਵਿੱਚ ਪਰਪੱਕ ਹੈਗਾ। ਪਰ ਇਹ ਨਹੀਂ ਵੇਖਿਆ ਜਾਂਦਾ। ਅੱਜ ਕੱਲ੍ਹ ਕੀ ਵੇਖਿਆ ਜਾਂਦਾ, ਕਿਸੇ ਵੀ ਮਜ਼ਹਬ ਦਾ ਹੋਵੇ ਪ੍ਰਵਾਨ। ਵੈਸੇ ਤਾਂ ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਕਿ ਸਿੱਖ ਦਾ ਵਿਆਹ ਜਿਹੜਾ ਆ ਉਹ ਸਿੱਖ ਨਾਲ ਹੀ ਹੋਣਾ ਚਾਹੀਦਾ। ਸਿੱਖ ਦਾ ਵਿਆਹ ਕਿਸੇ ਹਿੰਦੂ ਨਾਲ ਨਹੀਂ ਹੋ ਸਕਦਾ, ਸਿੱਖ ਦਾ ਵਿਆਹ ਕਿਸੇ ਮੁਸਲਮਾਨ ਨਾਲ ਨਹੀਂ ਹੋ ਸਕਦਾ, ਕਿਉਂਕਿ ਸਾਡੀ ਸਿੱਖ ਰਹਿਤ ਮਰਿਆਦਾ ਕਹਿੰਦੀ, ਸਿੱਖ ਮਤਲਬ ਅਮਰ ਨੇ, ਕਿਉਂਕਿ ਸਿੱਖ ਰਹਿਤ ਮਰਿਆਦਾ ਕੋਡ ਆਫ ਕੰਡਕਟ ਹੈ ਸਾਡਾ, ਸਿੱਖੀਜ਼ਮ ਸਾਡਾ। ਉਹ ਕਿਉਂਕਿ ਸਿੱਖੀਜ਼ਮ ਦੇ ਵਿੱਚ ਅਸੀਂ ਪੈਰ ਪਾਇਆ ਤੇ ਸਾਨੂੰ ਸਾਰੇ ਰੂਲ ਫੋਲੋ ਕਰਨੇ ਪੈਣੇ, ਕਿਉਂਕਿ ਜਿਹੜੇ ਧਰਮ ਦੇ ਵਿੱਚ ਵਾਹਿਗੁਰੂ, ਜਿਸ ਦੇਸ਼ ਵਿੱਚ ਅਸੀਂ ਰਹਿੰਦੇ ਆ, ਤੇ ਜੇ ਇੰਡੀਆ ਵਿੱਚ ਹੈ ਤੇ ਕੀਪ ਟੂ ਲੈਫਟ, ਤੇ ਜੇ ਅਸੀਂ ਅਮਰੀਕਾ ਕੈਨੇਡਾ ਵਿੱਚ ਕੀਪ ਟੂ ਰਾਈਟ, ਤੇ ਮੈਂ ਆਖਾਂ ਕਿ ਮੈਂ ਇੰਡੀਅਨ ਆ ਤੇ ਮੈਂ ਅਮਰੀਕਾ ਦੇ ਵਿੱਚ ਕੀਪ ਟੂ ਲੈਫਟ ਹੀ ਕਰੂੰਗਾ, ਤੇ ਉੱਥੋਂ ਦੀ ਸਰਕਾਰ ਨਹੀਂ ਮੰਨੀ, ਕਹਿੰਦੇ ਕਿ ਨਹੀਂ, ਇੱਥੋਂ ਦਾ ਕਾਨੂੰਨ ਹੈ ਰਾਈਟ ਤੇ ਰਾਈਟ ਹੀ ਕਰਨਾ। ਇਸੇ ਤਰ੍ਹਾਂ ਸਿੱਖੀਜ਼ਮ ਦੇ ਕੁਝ ਕਾਨੂੰਨ ਹੈ ਤੇ ਫੋਲੋ ਸਾਨੂੰ ਕਰਨੇ ਪੈਂਦੇ। ਸਿੱਖੀਜ਼ਮ ਦੇ ਕਾਨੂੰਨਾਂ ਵਿੱਚ ਲਿਖਿਆ ਸਿੱਖ ਦਾ ਵਿਆਹ ਜਿਹੜਾ ਸਿੱਖ ਨਾਲ, ਜਿਹੜੇ ਮੈਂ ਬੇਨਤੀ ਕਰ ਰਿਹਾ ਸੀ, ਜਦੋਂ ਵੀ ਕਿਸੇ, ਕਿਉਂਕਿ ਆਉਣ ਵਾਲੇ ਸਮੇਂ 'ਚ ਤੁਸੀਂ ਵੀ ਬੱਚੇ ਹੋ ਮੇਰੇ, ਛੋਟੇ ਵਿੱਚ ਵੱਡੇ ਵੀ ਹੋਣਗੇ, ਤੁਹਾਡੇ ਵੀ ਰਿਸ਼ਤੇ ਹੋਣਗੇ, ਪਰ ਰਿਸ਼ਤਿਆਂ ਦੇ ਵਿੱਚ ਕਦੀ ਵੀ ਕਿਸੇ ਦਾਜ ਦਾ, ਕਿਸੇ ਦਾ ਮੁੱਲ ਦਾ ਇਹ ਨਾ ਵੇਖੀਏ ਸੌਰੀ ਕਿ ਫਲਾਣਾ ਬੱਚਾ ਬਾਹਰੋਂ ਆਇਆ ਜੀ ਰਿਸ਼ਤਾ ਕਰ ਦਿਓ, ਫਲਾਣੀ ਧੀ ਬਾਹਰ ਗਈ ਹੈ ਉਹਦੇ ਨਾਲ ਰਿਸ਼ਤਾ ਕਰ ਦਿਓ। ਵੇਖੀਏ ਪਹਿਲਾਂ ਵਾਕਈ ਹੀ ਉਹ ਸਾਡੀ ਧੀ ਬਣਨ ਦੇ ਯੋਗ ਹੈ, ਜਿਵੇਂ ਸਾਡੀ ਘਰ ਦੀ ਧੀ ਆ, ਵਾਕਈ ਗੁਣ ਹੈਗੇ ਉਹਦੇ ਵਿੱਚ ਉਹੀ, ਕਿਉਂਕਿ ਕੱਲ ਨੂੰ ਉਹਨੇ ਵਿਚਰਨਾ ਸਾਡੇ ਨਾਲ। ਜੇ ਵਾਕਈ ਹੀ ਉਹਦੇ ਚ ਗੁਣ ਹੈਗੇ ਆ ਤੇ ਸਾਨੂੰ ਧੀ ਚਾਹੀਦੀ ਹੈ, ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਰਿਸ਼ਤਾ ਐਵੇਂ ਨਹੀਂ ਹੁੰਦਾ। ਪਰ ਚੰਦੂ ਜਿਹੜਾ ਸੀ ਥੋੜਾ ਹੰਕਾਰੀ ਵਿਅਕਤੀ ਵਾਲਾ ਸੀ। ਜਦੋਂ ਪੈਸੇ ਚਾਰ ਆ ਜਾਂਦੇ ਨਾ ਬੰਦੇ ਕੋਲ,
ਤੇ ਬੰਦਾ ਹੰਕਾਰ ਬਣ ਜਾਂਦਾ। ਤੇ ਹੰਕਾਰੀ ਬੰਦਾ ਕੀ ਕਹਿਣ ਲੱਗਾ, ਜਿਹੜੇ ਰਿਸ਼ਤੇ ਪ੍ਰੋਹਿਤ ਕਰਕੇ ਗਏ ਸਨ, ਜਦੋਂ ਦਿੱਲੀ ਵਿੱਚ ਇਹ ਖਬਰ ਪਹੁੰਚੀ ਤੇ ਕੁਝ ਸਿੱਖ ਉੱਥੋਂ ਦੀਆਂ ਸੰਗਤਾਂ ਵੀ ਚੰਦੂ ਦੇ ਨਾਲ ਜਿਹੜਾ ਸਾਂਝ ਰੱਖਦੀਆਂ ਸਨ ਉੱਥੇ ਪਹੁੰਚ ਕੇ, ਕਿਉਂਕਿ ਪਤਾ ਲੱਗ ਗਿਆ ਕਿ ਰਿਸ਼ਤਾ ਜਿਹੜਾ ਆ ਗੁਰੂ ਘਰ ਨਾਲ ਜੁੜਿਆ ਤੇ ਸੰਗਤਾਂ ਗੁਰੂ ਨਾਲ ਪਿਆਰ ਕਰਦੀਆਂ, ਤੇ ਸੁਭਾਵਿਕ ਚੰਦੂ ਦੇ ਕੋਲ ਪਹੁੰਚੀਆਂ। ਤੇ ਜਦੋਂ ਇਹ ਗੱਲ ਪਹੁੰਚੀ ਤੇ ਚੰਦੂ ਕਹਿਣ ਲੱਗਾ ਹੰਕਾਰ ਵਿੱਚ ਆ ਕੇ ਕਿ ਚੁਬਾਰੇ ਦੀ ਇੱਟ, ਆਪਣੇ ਆਪ ਨੂੰ ਚੁਬਾਰੇ ਦੀ ਇੱਟ ਮੋਰੀ ਨਾਲ ਲਾਏ। ਮੋਰੀ ਦਾ ਭਾਵ ਜਦੋਂ ਘਰ ਦੇ ਥੱਲੇ ਕੋਈ ਛੇਕ ਹੁੰਦਾ ਨਾ, ਮੋਰੀ ਕਿ ਇੱਟ ਫੜ ਕੇ ਤੁਸੀਂ ਮੋਰੀ, ਜਿਵੇਂ ਕਿਸੇ ਮੋਰੀ ਨੂੰ ਬੰਦ ਕਰਨਾ ਹੋਵੇ, ਕਿਸੇ ਹੋਲ ਨੂੰ, ਛੇਕ ਨੂੰ ਬੰਦ ਕਰਨਾ ਹੋਵੇ, ਉੱਥੇ ਜਿਹੜੀ ਆ ਤੁਸੀਂ ਉਹ ਇੱਟ ਰੱਖ ਦਿਓ ਤੇ ਉਹ ਮੋਰੀ ਬੰਦ ਹੋ ਜਾਏਗੀ, ਛੇਕ ਬੰਦ ਹੋ ਜਾਏਗੀ। ਹੁਣ ਇਸ ਗੱਲ ਦਾ ਗੁੱਸਾ ਜਿਹੜਾ ਸੰਗਤਾਂ ਨੂੰ ਬੜਾ ਲੱਗਾ ਕਿ ਚੰਦੂ ਇੰਨਾ ਹੰਕਾਰ ਹੋ ਗਿਆ, ਗੁਰੂ ਘਰ ਨੂੰ ਨੀਵਾਂ ਦਰਸਾ ਰਿਹਾ, ਆਪਣੇ ਆਪ ਨੂੰ ਉੱਚਾ ਕਹਿ। ਤੇ ਸੱਚੇ ਪਾਤਸ਼ਾਹ ਦੀਆਂ ਸੰਗਤਾਂ ਨੇ ਪਾਤਸ਼ਾਹ ਨੂੰ ਚਿੱਠੀ ਲਿਖੀ, ਪਾਤਸ਼ਾਹ ਚੰਦੂ ਦਾ ਭੇਜਿਆ ਹੋਇਆ ਰਿਸ਼ਤਾ ਤੁਸਾਂ ਨੇ ਪ੍ਰਵਾਨ ਨਹੀਂ ਜੇ ਕਰਨਾ। ਕਿਉਂਕਿ ਰਿਸ਼ਤਾ ਤਾਂ ਹੀ ਚੜਨਾ ਸੀਗਾ, ਉਧਰ ਰਿਸ਼ਤਾ ਹੋਣਾ ਸੀਗਾ, ਫਿਰ ਉਹਨਾਂ ਨੇ ਸਗਨ ਨੇ ਭੇਜਣਾ ਸੀਗਾ ਤੇ ਸਗਨ ਕਬੂਲਣਾ ਸੀ, ਫਿਰ ਇਹ ਰਿਸ਼ਤਾ ਪ੍ਰਵਾਨ ਹੋਣਾ ਸੀ, ਅਦਰਵਾਈਜ਼ ਰਿਸ਼ਤਾ ਪ੍ਰਵਾਨ ਨਹੀਂ ਸੀ। ਜਦੋਂ ਇਹ ਗੱਲ ਪਹੁੰਚੀ ਉਧਰੋਂ ਜਿਹੜੇ ਪ੍ਰੋਹਿਤ ਸਨ ਉਹ ਵੀ ਰਿਸ਼ਤਾ ਲੈ, ਫਿਰ ਵੀ ਉਹਨੇ ਕਿਹਾ ਠੀਕ ਹੈ ਮੰਨ ਲੈਣਾ, ਮੰਨ ਕੇ ਰਿਸ਼ਤਾ ਭੇਜ ਦਿੱਤਾ। ਨਾਲੇ ਇਹ ਵੀ ਹੰਕਾਰ ਭਰੀ ਬਿਰਤੀ ਵੀ ਰੱਖੀ। ਤੇ ਜਦੋਂ ਇਹ ਗੱਲਾਂ ਪਹੁੰਚੀਆਂ ਤੇ ਗੁਰੂ ਸਾਹਿਬ ਜੀ ਨੇ ਸੰਗਤਾਂ ਨੇ ਪਹਿਲਾਂ ਸੁਨੇਹਾ ਭੇਜ ਦਿੱਤਾ ਕਿ ਜਿਹੜਾ ਆ ਰਿਸ਼ਤਾ ਜਿਹੜਾ ਆ ਉਹ ਨਹੀਂ ਲੈਣਾ ਤੁਸੀਂ। ਤੇ ਗੁਰੂ ਸਾਹਿਬ ਨੇ ਕਿਹਾ ਠੀਕ ਆ। ਬਾਬਾ ਬੁੱਢਾ ਜੀ ਭਾਈ ਗੁਰਦਾਸ ਨੂੰ ਕੋਲ ਬੁਲਾਇਆ, ਪ੍ਰੋਹਿਤ ਆਏ, ਪਾਤਸ਼ਾਹ ਕਹਿੰਦੇ ਕਿ ਨਹੀਂ, ਸਾਨੂੰ ਤੁਹਾਡੀ ਭੇਜਿਆ ਹੋਇਆ ਦਸਵੀਰ ਤੇ ਚੰਦੂ ਦੀ ਕੁੜੀ ਦਾ ਰਿਸ਼ਤਾ ਪ੍ਰਵਾਨ ਨਹੀਂ ਹੈ, ਕਿਉਂਕਿ ਚੰਦੂ ਹੰਕਾਰੀ ਬਿਰਤੀ ਵਿੱਚ ਗੁਰੂ ਘਰ ਨੂੰ ਨੀਵਾਂ ਤੇ ਆਪਣੇ ਆਪ ਨੂੰ ਉੱਚਾ ਦਸਾ ਰਿਹਾ। ਐਸੇ ਹੰਕਾਰੀਆਂ ਦਾ ਸਾਨੂੰ ਰਿਸ਼ਤੇ ਦੀ ਲੋੜ ਹੈ। ਤੇ ਗੁਰੂ ਸਾਹਿਬ ਜੀ ਉਸੇ ਸੰਗਤ ਦੇ ਵਿੱਚ ਕਹਿਣ ਲੱਗੇ ਕਿ ਜੇ ਕੋਈ ਸੰਗਤ ਦੇ ਵਿੱਚ ਨਿਰਹੰਕਾਰੀ ਹੋਵੇ, ਅਸੀਂ ਉਹਦੀ ਧੀ ਦਾ ਰਿਸ਼ਤਾ ਪ੍ਰਵਾਨ ਕਰਾਂਗੇ ਸੰਗਤ ਦੇ ਵਿੱਚ। ਤੇ ਸੰਗਤ ਦੇ ਵਿੱਚੋਂ ਕਿ ਭਾਈ ਪਾਰੋ ਜੀ ਹੋਏ ਗੁਰੂ ਘਰ ਦੇ ਬੜੇ ਪ੍ਰੇਮੀ, ਉਹਨਾਂ ਦੀ ਅੰਸ਼ ਪਿੰਸ ਚੱਲਦੀ ਹੁੰਦੀ, ਉਹਨਾਂ ਦੀ ਅੰਸ਼ ਦੇ ਵਿੱਚੋਂ ਭਾਈ ਨਾਰਾਇਣ ਦਾਸ ਜੀ ਹੋਏ, ਉਹਨਾਂ ਨੇ ਆਪਣੀ ਬੇਟੀ ਦਾਮੋਦਰੀ ਦਾ ਰਿਸ਼ਤਾ ਸੱਚੇ ਪਾਤਸ਼ਾਹ ਦੇ ਸਾਹਮਣੇ ਰੱਖਿਆ। ਪਾਤਸ਼ਾਹ ਮੇਰੀ ਬੇਟੀ ਵਿਆਹੁਣ ਯੋਗ ਹੈ, ਜੇ ਤੁਹਾਡੀ ਆਗਿਆ ਹੋਵੇ ਤੇ ਸਾਹਿਬਜ਼ਾਦੇ ਦਾ ਭਾਵ ਗੁਰੂ ਹਰਗੋਬਿੰਦ ਸਾਹਿਬ ਨਾਲ ਅਸੀਂ ਆਪਣੀ ਬੇਟੀ ਦਾ ਰਿਸ਼ਤਾ ਕਰਨਾ ਚਾਹੁੰਦੇ। ਸੰਗਤ ਨੇ, ਸੱਚੇ ਪਾਤਸ਼ਾਹ ਨੇ ਸੰਗਤ ਦੇ ਵਿੱਚ ਉਹ ਰਿਸ਼ਤਾ ਲਿਆ, ਕਬੂਲ ਕਰ ਲਿਆ। ਇਸ ਤਰ੍ਹਾਂ ਰਿਸ਼ਤਾ ਹੋਇਆ। ਫਿਰ ਚੇਤਾ ਰੱਖਿਓ ਇਹ ਗੱਲਾਂ ਬੜੀਆਂ ਬਹੁਤ ਕੀਮਤੀ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦੇ ਵਿੱਚ ਬੜਾ ਕੁਝ ਛੁਪਿਆ ਪਿਆ, ਜਿਹੜਾ ਅਸੀਂ ਲੱਭਣ ਦਾ ਯਤਨ ਨਹੀਂ ਕਰਦੇ। ਅਸੀਂ ਸ਼ਹਾਦਤ ਦੇ ਉੱਤੇ ਫੋਕਸ ਦੇ ਦਿੰਦੇ ਹਾਂ, ਪਰ ਸੱਚੇ ਪਾਤਸ਼ਾਹ ਨੇ ਰਿਸ਼ਤੇ ਕਰਨ ਦੀ ਜਾਂਚ ਵੀ ਇੱਥੇ ਸਿਖਾਈ। ਹੰਕਾਰੀਆਂ ਨੂੰ ਕਿਵੇਂ ਝਾੜ ਪਾਈਦੀ ਇੱਥੇ ਸਿਖਾਈ। ਬੰਦੇ ਨੂੰ ਹੰਕਾਰ ਨਹੀਂ ਆਉਣਾ ਚਾਹੀਦਾ ਜਦੋਂ ਅਸੀਂ ਰਿਸ਼ਤਾ ਭਾਵੇਂ ਧੀ ਦਾ ਕਰਨ ਜਾਈਏ ਚਾਹੇ ਪੁੱਤ ਦਾ ਕਰਨ ਜਾਈਏ। ਹੰਕਾਰੀ ਬਿਰਤੀ ਲੈ ਕੇ ਨਹੀਂ ਜਾਣਾ ਚਾਹੀਦਾ, ਅੰਦਰੋਂ ਕੁਝ ਲੈਣ ਦੀ ਸ਼ਕਤੀ ਨਾ ਜਾਣਾ ਚਾਹੀਦਾ। ਅਸੀਂ ਗੁਣਾਂ ਨੂੰ ਸਾਂਝ ਕਰੀਏ, ਗੁਣਾਂ ਦੀ ਸਾਂਝ ਕਰਨੀ ਹੈ, ਨਾ ਕਿ ਅਵਗੁਣਾਂ ਦੀ। ਕਿਸੇ ਦੇ ਅਵਗੁਣ ਨਹੀਂ ਵੇਖਣੇ ਚਾਹੀਦੇ, ਪਰ ਸਾਡਾ ਫੋਕਸ ਹੁੰਦਾ ਆ ਫਲਾਣੇ ਨੇ ਕਿਹੜੀ ਗਲਤੀ ਕੀਤੀ, ਕਿਸ ਤਰ੍ਹਾਂ ਗਲਤ ਬੋਲਿਆ। ਹੁਣ ਮੈਂ ਹੀ ਬੋਲਦਾ ਪਿਆ, ਕਈ ਮੇਰੇ ਵਰਗੇ ਬੈਠੇ ਆ ਨਾ, ਗੁਰਬਾਣੀ ਦੀ ਪੰਕਤੀ ਗਲਤ ਬੋਲੀ, ਉਸ ਫਲਾਣੀ ਸਾਹਿਬ ਨੇ ਪੰਕਤੀ ਗਲਤ ਬੋਲੀ, ਉਹ ਹੱਥ ਬੜੇ ਮਲੋਕ ਮਾਰਦਾ। ਇਹ ਨਹੀਂ ਵੇਖਿਆ ਕਿ ਪੜਾਇਆ ਕੀ ਜਾ ਰਿਹਾ, ਸਿਖਾਇਆ ਕੀ ਜਾ ਰਿਹਾ, ਉਹਦੇ ਵੱਲ ਧਿਆਨ। ਖੈਰ, ਪਹਿਲਾ ਕਾਰਨ ਇਹ ਸੀਗਾ ਚੰਦੂ ਦੀ ਦੁਸ਼ਮਣੀ ਜਿਹੜੀ ਸੀ। ਚੰਦੂ ਦੀ ਕੁੜੀ ਦਾ ਰਿਸ਼ਤਾ ਜਦੋਂ ਮੋੜਿਆ, ਫਿਰ ਉਧਰੋਂ ਜਾ ਕੇ ਇਹਨੇ ਚੂਲ ਲਾ ਦਿੱਤੀ ਕਾਨੇ ਨੇ ਕਿਹਾ ਕਿ ਮੇਰੀ ਬੜੀ ਵੱਡੀ ਬੇਇੱਜ਼ਤੀ ਹੋਈ ਹੈ, ਮੇਰੀ ਬਾਣੀ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖੀ ਹੋਈ। ਇਹਨੇ ਵੀ ਲੁੱਤਾਂ ਜਿਹੜੀਆਂ ਆਪਣੇ ਅਖਬਾਰ ਨੂੰ ਲਾਈਆਂ, ਬੜੀਆਂ ਚਿੱਠੀਆਂ ਅਖਬਾਰ ਨੂੰ ਲਿਖੀਆਂ। ਫਿਰ ਉੱਥੇ ਪੰਜਾਬ ਦੇ ਵਿੱਚ ਇੱਕ ਸਖੀ ਸਰਵਰੀਆਂ ਦਾ ਬੜਾ ਵੱਡਾ ਗੜ ਸੀ। ਸਖੀ ਸਰਵਰੀਆਂ ਦੀਆਂ ਜਗ੍ਹਾ ਬੜੀਆਂ ਹੁੰਦੀਆਂ। ਜਿਹੜਾ ਸਖੀ ਸਰਵਰੀ ਹੈ ਪੰਜਾਬ ਦੇ ਵਿੱਚ ਨਹੀਂ ਆਇਆ, ਪਰ ਪੰਜਾਬ ਦੇ ਵਿੱਚ ਬੜੀਆਂ ਜਗ੍ਹਾ ਆ। ਕੋਈ ਲਾਲਾਂ ਵਾਲਾ ਕਹਿੰਦਾ ਹੈ, ਕੋਈ ਨਕੋਦਰ ਵਾਲਾ ਕਹਿੰਦਾ ਹੈ, ਕੋਈ ਇਸ ਤਰ੍ਹਾਂ ਬੜੀਆਂ, ਜਿਹਨੂੰ ਲਾਲਾਂ ਵਾਲਾ ਕਹਿ ਦਿੰਦੇ, ਲਾਲਾਂ ਵਾਲਾ ਪੀਰ, ਹਨਾ। ਪੀਰਾਂ ਦੀਆਂ ਜਗ੍ਹਾ ਬੜੀਆਂ, ਜਿਵੇਂ ਪੰਜਾਬ 'ਚ ਵੇਖਦੇ ਜਿੱਥੇ ਹਰਿਆ ਜਾਂ ਕੱਪੜਾ ਰੱਖੋ, 2 ਇੱਟਾਂ ਰੱਖ ਦੋ ਤੇ ਪੀਰ ਵਾਲੀ ਜਗ੍ਹਾ ਬਣ ਜਾਂਦੀ, ਕੰਮ ਚੱਲ ਜਾਂਦਾ। ਫਿਰ ਸਮਾਂ ਨਹੀਂ, ਮੈਂ ਤੇ ਇੱਕ ਗੱਲ ਬੜੀ ਵਧੀਆ ਸੁਣਾਉਣੀ ਸੀ ਤੁਹਾਨੂੰ ਕਿ ਪੀਰਾਂ ਦੀਆਂ ਜਗ੍ਹਾ ਕਿਵੇਂ ਬਣਦੀਆਂ। ਖੈਰ, ਫਿਰ ਮੈਂ 2 ਮਿੰਟ 'ਚ ਮੈਂ ਤੁਹਾਨੂੰ ਸਾਹਮਣੇ ਰੱਖ ਦੇਵਾਂ, ਕਿਉਂਕਿ ਆਪਾਂ ਅਨਭੋਲ ਕਈ ਵਾਰੀ ਫਸ ਜਾਂਦੇ ਐਵੇਂ, ਜਿਹੜੀ ਮਰਜ਼ੀ ਰਸਤੇ ਜਗ੍ਹਾ ਵੇਖਦੇ ਆ ਤੇ ਉਸ ਜਗ੍ਹਾ ਤੇ ਮੱਥਾ ਟੇਕਦੇ ਨੇ। ਦੇਖੋ, ਭਾਵੇਂ ਕਿਸੇ ਵੀ ਮਜ਼ਹਬ ਨਾਲ ਤੁਸੀਂ ਸੰਬੰਧ ਰੱਖਦੇ ਹੋ, ਚੇਤਾ ਰੱਖਿਓ ਜਿਸ ਦਰ ਪੇ ਕੋਈ ਸਰ ਨਾ ਝੁਕੇ ਉਸੇ ਦਰ ਨਹੀਂ ਕਹਿੰਦੇ। ਗੱਲ ਸੁਣੀ ਹੋਈ ਨਾ, ਪਰ ਜਿਹੜਾ ਸਿਰ ਦਰ ਤੇ ਝੁਕ ਜਾਵੇ ਉਹਨੂੰ ਸਿਰ ਵੀ ਨਹੀਂ ਕਹਿੰਦੇ। ਇਹ ਸਿਰ ਇੱਕੋ ਕੰਮ ਨਹੀਂ ਬਣਿਆ, ਇੱਕ ਮੁਰਸ਼ਿਦ ਵਾਸਤੇ, ਇੱਕ ਬੇੜੀ 'ਚ ਪੈਰ ਧਰਨ ਵਾਸਤੇ, ਇੱਕ ਪਲੇਨ ਤੇ ਚੜ੍ਹਨ ਵਾਸਤੇ। ਇੱਕੋ ਤੇ ਚੜੂਗਾ ਤੇ ਪਾਰ ਲੰਘੂਗਾ। ਅਮਰੀਕਾ ਕੈਨੇਡਾ ਜਾਣਾ ਤੇ 2-2 3-3 ਟਿਕਟਾਂ ਨਹੀਂ ਲੈਣੀਆਂ ਪੈਣੀਆਂ, ਇੱਕ ਟਿਕਟ ਲੈਣੀ ਪਏਗੀ, ਇੱਕੇ ਜਹਾਜ਼ ਤੇ ਚੜ੍ਹਨਾ ਪਏਗਾ, ਤਾਂ ਹੀ ਪਾਰ ਉਤਾਰਾ ਹੋਣਾ ਆ। ਇਸੇ ਕਰਕੇ ਭਾਸ਼ਾ ਆਪਾਂ ਪੜ੍ਹਦੇ ਦੋਹਰੇ ਦੇ ਵਿੱਚ ਵੈਸੇ ਇਹ ਪੰਕਤੀਆਂ ਐਡ ਨਹੀਂ, ਪਰ ਫਿਰ ਵੀ ਗਿਆਨ ਮਾਤਰ ਮੈਂ ਤੋਂ ਪੰਕਤੀਆਂ ਸਾਹਮਣੇ ਰੱਖ ਲਾਂਗਾ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤੇਰੇ ਪਾਰ, ਜਦ ਕਿ ਇਹ ਦੋਹਰੇ ਦੀਆਂ ਪੰਕਤੀਆਂ ਨਹੀਂ ਹੈ, ਫਿਰ ਮੈਂ ਧਿਆਨ ਵਿੱਚ ਲਿਆ। ਸੋ ਕਹਿਣ ਤੋਂ ਭਾਵ ਜਿਹੜੇ ਮੈਂ ਆਪਣੇ ਵਿਸ਼ੇ ਤੇ ਆ, ਜਦੋਂ ਇਹ ਸਾਰੀਆਂ ਚੀਜ਼ਾਂ ਸਨ ਗੁਰੂ ਸਾਹਿਬ ਜੀ ਦੇ ਖਿਲਾਫ ਜਾ ਰਹੀਆਂ ਸਨ, ਉੱਥੇ ਇਹਨੇ ਵੀ ਅਕਬਰ ਨੂੰ ਇਹ ਗੱਲਾਂ ਪਹੁੰਚੀਆਂ ਕਿ ਜਿਹੜਾ
ਚੰਦੂ ਨੇ ਵੀ ਆਪਣੀ ਗੱਲ ਪਹੁੰਚਾਈ ਕਿ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੀ ਬਾਣੀ ਲਿਖ ਰਹੇ ਨੇ ਉਹਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਜਿਹੜੀ ਆ ਮੁਹੰਮਦ ਸਾਹਿਬ ਦੇ ਖਿਲਾਫ ਗੱਲਾਂ ਲਿਖੀਆਂ, ਜਦ ਕਿ ਜਾਣਦਾ ਸੀਗਾ ਅਕਬਰ ਕਿ ਇਹ ਬਿਲਕੁਲ ਚੰਦੂ ਗਲਤ ਕਹਿ ਰਿਹਾ, ਕਿਉਂਕਿ ਚੰਦੂ ਜਿਹੜਾ ਸੀ ਉਹਦਾ ਦੀਵਾਨ ਸੀਗਾ ਅਕਬਰ। ਪਰ ਇਹਦੀਆਂ ਗੱਲਾਂ ਦਾ ਕਿਤੇ ਵੀ ਅਸਰ ਨਹੀਂ ਹੋਇਆ। ਪਰ ਇੱਕ ਵਾਰੀ ਫੇਰ ਵੀ ਉਹ ਕਹਿੰਦਾ ਕਿ ਮੈਂ ਆਪ ਜਿਹੜੀ ਇਹਦੀ ਤਫਤੀਸ਼ ਕਰਾਂਗਾ। ਉਹ ਬਟਾਲੇ ਲਾਗੇ ਆਇਆ, ਕਿਉਂਕਿ ਉਹ ਦਿੱਲੀ ਸੀਗਾ, ਉਹ ਬਟਾਲੇ ਲਾਗੇ ਪਹੁੰਚਿਆ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸੁਨੇਹਾ ਭੇਜਿਆ। ਉਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋ ਚੁੱਕਾ ਸੀ ਤੇ ਉਹਨੇ ਸੁਨੇਹਾ ਭੇਜਿਆ ਕਿ ਮੈਂ ਤੁਹਾਡੇ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦਾ। ਪਾਤਸ਼ਾਹ ਆਪ ਤੇ ਨਹੀਂ ਗਏ, ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਤੁਸੀਂ ਬੜੇ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੈ ਕੇ ਜਾਓ। ਉਸ ਵਕਤ ਤੱਕ ਕਈ ਬੀੜਾਂ ਦੇ ਉਤਾਰੇ ਹੋ ਚੁੱਕੇ ਸਨ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਦੋਂ ਗ੍ਰੰਥ ਸਾਹਿਬ ਨੂੰ ਬੜੇ ਸਤਿਕਾਰ ਸਹਿਤ ਲੈ ਕੇ ਗਏ, ਉੱਥੇ 3 ਵਾਰ ਜਿਹੜੇ ਹੁਕਮਨਾਮੇ ਲੈ ਗਏ, ਤਿੰਨਾਂ ਵਾਕਾਂ ਦੇ ਵਿੱਚ ਜਿਹੜਾ ਸੀ ਉਹ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਅਕਾਲ ਪੁਰਖ ਨੂੰ ਜਿਹੜੇ ਫਾਰਸੀ ਦੇ ਵਿੱਚ ਹੁਕਮਨਾਮੇ ਆਏ, ਅਕਬਰ ਸ਼ਾਰੋ ਖੁਸ਼ ਹੋ ਗਿਆ। ਅਕਬਰ ਅਖੀਰ ਤੇ ਕਹਿੰਦਾ ਕਿ ਉਹ ਅਜੇ ਵੀ ਨਾ ਮੰਨਣ ਜਿਹੜੇ ਨਾਲ ਆਏ ਸੀ ਕਿ ਨਹੀਂ ਅਜੇ ਕਹਿੰਦੇ ਅਖੀਰ ਤੇ ਲਓ। ਤੇ ਫਿਰ ਅਖੀਰ ਤੇ ਹੁਕਮ ਆਇਆ, ਅਵਲ ਅੱਲਾ ਨੂਰ ਪਾਇਆ ਕੁਦਰਤ ਕੀ ਸਭ ਬੰਦੇ, ਏਕ ਨੂਰ ਤੇ ਸਭ ਜਗ ਪੁਜਾ ਕੌਣ ਭਲੇ ਕੋ। ਫਿਰ ਉਹਨਾਂ ਨੇ ਪਿੱਛੇ ਹਟੇ, ਪਰ ਫਿਰ ਵੀ ਅੰਦਰ ਖਾਦੇ ਸੁਲਗਦੇ ਰਹੇ ਕਿ ਇਹ ਜਿਹੜੀ ਦੁਕਾਨ ਇਹਨੂੰ ਬੰਦ ਕਰਨ ਦਾ ਯਤਨ ਕਰ। ਖੈਰ ਸ਼ੰਕੇ ਨਿਵਰਤ ਹੋਏ। ਫਿਰ ਸਖੀ ਸਰਵਰੀ ਪੰਜਾਬ ਦੇ ਵਿੱਚ ਗੜ ਸੀਗਾ ਜਿਹੜੀ ਮੈਂ ਆ ਤੁਹਾਡੇ ਸਾਹਮਣੇ ਗੱਲ ਰੱਖ ਦਿੱਤੀ ਸੀ। ਜਦੋਂ ਇਹ ਗੱਲ ਖਤਮ ਹੋਈ, ਅਕਬਰ ਨੇ ਵੇਖਿਆ ਸਖੀ ਸਰਵੀਰ ਨੇ ਬੜੀਆਂ ਚਿੱਠੀਆਂ ਲਾਈਆਂ, ਕਿਉਂਕਿ ਸਖੀ ਸਰਵੀਰ ਨੂੰ ਡਰ ਪੈ ਗਿਆ ਸੀਗਾ ਕਿ ਸਾਡੀ ਦੁਕਾਨ ਬੰਦ ਨਾ ਹੋ ਜਾਵੇ। ਜਿਵੇਂ ਬੇਨਤੀ ਕਰ ਰਿਹਾ ਸੀਗਾ ਕਿ ਲਾਲ ਪੀਲੇ ਜਿਹੜੇ ਧਾਗੇ ਰੱਖ ਕੇ ਜਾਂ ਇੱਟਾਂ ਰੱਖ ਕੇ, ਹਰੇ ਰੰਗ ਦੀਆਂ ਇੱਟਾਂ ਰੱਖ ਕੇ ਮਿੰਟ 'ਚ ਦੁਕਾਨ ਬਣ ਜਾਂਦੀ ਹੈ। ਮੈਂ ਛੋਟੀ ਜਿਹੀ ਗੱਲ ਸੁਣਾਉਣ ਲੱਗਾ, ਫਿਰ ਮੇਰੇ ਦਿਮਾਗ 'ਚ ਸਲਿੱਪ ਹੋ ਗਈ। ਮੈਂ ਇਸ ਤਰ੍ਹਾਂ ਸੀਗਾ, ਇੱਕ ਬੰਦਾ ਨਹੀਂ ਜਿਹੜਾ ਰੋਜ਼ ਆਪਣੇ ਸ਼ਹਿਰ ਨੂੰ ਜਾਂਦਾ ਸੀਗਾ, ਸ਼ਹਿਰ ਕੰਮ ਕਰਕੇ ਆਉਂਦਾ ਸੀਗਾ, ਥੱਕਿਆ ਟੁੱਟਿਆ ਘਰੇ ਵਾਪਸ ਆਉਂਦਾ ਸੀ। ਰਸਤੇ 'ਚ ਇੱਕ ਜਗ੍ਹਾ ਪੈਂਦੀ ਸੀ, ਉਹ ਜਗ੍ਹਾ ਤੇ ਨਲਕਾ ਲੱਗਾ ਸੀਗਾ, ਨਾਲੇ ਤੇ ਉਹਨੇ ਪਾਣੀ ਪੀਣਾ, ਨਾਲੇ ਉੱਥੇ ਬਹਿਣਾ, ਉਹਨੇ ਸਾਹ ਲੈਣਾ ਤੇ ਨਾਲੇ ਉੱਥੇ ਝਾੜੂ ਲੈ ਕੇ ਜਗ੍ਹਾ ਦੀ ਸੇਵਾ ਕਰਨੀ। ਉਹ ਜਿਹੜਾ ਜਗ੍ਹਾ ਦੇ ਉੱਤੇ ਬੜਾ ਬੰਦਾ ਬੈਠਾ ਹੋਇਆ ਸੀ, ਉਹਨੇ ਵੇਖਿਆ ਕਿ ਬੰਦਾ ਬੜਾ ਵਧੀਆ ਹੈ, ਉਹਨੇ ਉਹਨੂੰ ਖੋਤਾ ਦੇ ਦਿੱਤਾ, ਕਹਿੰਦਾ ਲੈ ਖੋਤੇ ਤੇ ਕੰਮ ਕਰਨ ਜਾ। ਉਹ ਖੋਤੇ ਲੈ ਕੇ ਉਹਨੇ ਸ਼ਹਿਰ ਜਾਣਾ ਹੈ। ਜਿਹੜਾ ਪਹਿਲਾਂ 1 ਘੰਟਾ ਲੱਗਦਾ ਸੀ ਉਹਨੂੰ 15 ਮਿੰਟ ਲੱਗਣੇ ਸ਼ੁਰੂ ਹੋ ਗਏ। ਖੋਤੇ ਤੇ ਭੱਜ ਕੇ ਜਾਣਾ, ਸਾਹ ਵੀ ਨਾ ਚੜਨਾ, ਵਾਪਸ ਆ ਜਾਣਾ। ਉਹ ਕਿਤੇ ਰੱਬ ਦੀ ਇਹਦੀ ਕਰਨੀ ਹੋਈ ਕਿ ਰਸਤੇ ਦੇ ਵਿੱਚ ਉਹ ਜਾਂਦਿਆਂ ਸ਼ਹਿਰ ਨੂੰ ਜਾਂਦੇ ਖੋਤਾ ਮਰ ਗਿਆ। ਹੁਣ ਖੋਤਾ ਬੜਾ ਉਹਦਾ ਸਾਥ ਦਿੰਦਾ ਸੀ, ਖੋਤਾ ਮਰ ਗਿਆ ਤੇ ਰੋਣਾ ਪਿੱਟਣਾ ਪੈ ਗਿਆ ਉਹਨੂੰ ਕਿ ਮੇਰਾ ਖੋਤਾ ਮਰ ਗਿਆ। ਹੁਣ ਕੀ ਕੀਤਾ, ਸਿਆਣਾ ਸੀ ਕਿ ਉਹਨੇ ਮਿੱਟੀ ਪੁੱਟੀ ਦੇ ਖੋਤੇ ਨੂੰ ਵੇਚਦਾ ਦਿੱਤਾ, ਮਿੱਟੀ ਪਾ ਕੇ ਲਾਗੇ ਰੋਣ ਲੱਗ ਪਿਆ ਕਿ ਮੇਰਾ ਤਾਂ ਕਾਰੋਬਾਰ ਹੀ ਇਹਦੇ ਨਾਲ ਚੱਲਦਾ ਸੀ। ਕਿੱਥੇ ਮੈਂ ਸ਼ਹਿਰ 'ਚ 1 ਘੰਟੇ ਜਾਂਦਾ ਸੀ, ਕਿਤੇ 15 ਮਿੰਟਾਂ ਜਾਂਦਾ ਮੇਰਾ ਖੋਤਾ ਮਰ ਗਿਆ। ਹੁਣ ਲਾਗੋ ਚਾਗੋ ਜਿਹੜੇ ਸਾਡੇ ਵਰਗੇ ਮੂਰਖ ਲੋਕ ਜਿਹੜੇ ਲਾਗੋ ਲੰਘਦੇ ਆ ਨਾ, ਉਹਨਾਂ ਨੇ ਵੇਖਿਆ, ਕਹਿੰਦੇ ਕਿ ਆਹ ਬੰਦਾ ਬੜਾ ਰੋ ਰਿਹਾ, ਕੀ ਹੋਇਆ? ਉਹਨੂੰ ਪੁੱਛਿਆ, ਉਹਨੇ ਵੈਸੇ ਕਹਿ ਦਿੱਤਾ ਮਰ ਗਿਆ ਖੋਤੇ ਸ਼ਾਹ। ਕਹਿੰਦੇ ਸ਼ਾਹ, ਖੋਤੇ ਸ਼ਾਹ? ਉਹ ਲੋਕਾਂ ਨੇ ਮੱਥਾ ਟੇਕਣਾ ਸ਼ੁਰੂ ਕਰਤਾ ਕਿ ਰੁਪਈਆ 2 ਰੁਪਈਏ ਰੱਖਣੇ। ਹੌਲੀ ਭੀੜ ਲੱਗ ਗਈ। ਉੱਤੇ ਲਿਖ ਦਿੱਤਾ ਮੇਲਾ 7 ਕੱਤਕ ਇੱਥਾ ਮੇਲੇ ਲੈ ਗਏ ਉੱਤੇ। ਉਹ ਧੜ ਲੋਕ ਅਕਸਰ ਵੇਖਿਓ, ਜਿੱਥੇ ਭੀੜ ਹੋਏਗੀ ਨਾ, ਭੇਡਾਂ ਦੀ ਭੀੜ, ਕਿਉਂਕਿ ਭੇਡ ਦੇ ਮਗਰ ਭੇਡ ਜਾਂਦੀ ਹੈ। ਭੇਡਾਂ ਚਾਲ ਜਿਹਨੂੰ ਕਹਿੰਦੇ ਨਾ, ਭੇਡ ਚਾਲ ਜਿਹੜੀ ਆ, ਭੇਡ ਚਾਲ ਹੈ ਇਹੋ ਜਿਹੀ ਆ ਕਿ ਜੇ ਇੱਕ ਭੇਡ ਖੂਹ 'ਚ ਡਿੱਗੀ ਨਾ, ਉਹਦੇ ਮਗਰ ਭਾਵੇਂ 100 ਭੇਡ ਆ, ਸਾਰੀ ਭੇਡ ਖੂਹ ਦੇ ਵਿੱਚ ਡਿੱਗੂਗੀ। ਇਵੇਂ ਦੀ ਸਾਡੀ ਲੋਕ ਵੀ ਇਵੇਂ ਦੇ ਬਣ ਚੁੱਕੇ ਨੇ। ਕਿਸੇ ਨੇ ਪੁੱਛਣਾ ਨਹੀਂ ਹੈ ਅਗਲੇ ਬੰਨੇ ਕੌਣ ਸੀ, ਕਿਵੇਂ ਮਰਿਆ, ਕੀ ਉਹਨੇ ਕੰਮ ਕੀਤਾ, ਕੀ ਨਹੀਂ ਕੀਤਾ, ਉਹਦਾ ਪਿਓ ਕੌਣ ਸੀ, ਉਹਦੀ ਮਾਂ ਕੌਣ ਸੀ, ਕਿਸੇ ਨੇ ਨਹੀਂ ਪੁੱਛਣਾ। ਬਸ ਭੇਡਾਂ ਚਾਲ ਹੈ ਕਿ ਫਲਾਣੇ ਨੇ ਮੱਥਾ ਟੇਕਿਆ, ਮੈਂ ਵੀ ਟੇਕਣਾ ਹੀ ਟੇਕਣਾ, ਮੈਂ ਵੀ ਹੱਥ ਦੇ ਉੱਤੇ ਤੇਲ ਰੱਖ ਕੇ ਜਾਣਾ ਹੀ ਜਾਣਾ ਹੈ, ਮੈਂ ਵੀ ਤੇਲ ਪਾਉਣਾ ਦੀਵੇ ਦੇ ਵਿੱਚ। ਧੜਾ ਲੋਕ ਜਿਹੜੇ ਅੱਜ ਵੀ ਪੰਜਾਬ ਦੀ ਧਰਤੀ ਤੇ ਜਾਂ ਪੰਜਾਬ ਤੋਂ ਬਾਹਰ ਸਾਰੇ ਇਵੇਂ ਦੁਕਾਨਾਂ ਚੱਲਦੀਆਂ। ਜਿੰਨੀਆਂ ਸਖੀ ਸਰਵਰੀ ਦੀਆਂ ਦੁਕਾਨਾਂ ਨੇ ਜਾਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਦੁਕਾਨਾਂ ਬਣੀਆਂ ਹੋਈਆਂ ਨੇ, ਭਾਵੇਂ ਕੋਈ ਲਾਡੀ ਸ਼ਾਹ ਆ, ਭਾਵੇਂ ਕੋਈ ਵੀ ਹੈਗਾ, ਲੋਕਾਂ ਨੂੰ ਨਸ਼ਿਆਂ ਤੇ ਲਾ ਰਹੇ ਨੇ, ਚੰਗੀ ਸਿੱਖਿਆ ਨਹੀਂ ਦੇ। ਬੀੜੀਆਂ ਪੀ ਕੇ ਦੱਸਦੇ ਨੇ ਕਿ ਐਵੇਂ ਬੀੜੀਆਂ ਪੀਓ, ਨਸ਼ਿਆਂ ਤੇ ਲਾ ਰਹੇ ਨੇ, ਚੰਗੀ ਸਿੱਖਿਆ ਨਹੀਂ ਦੇ ਰਹੇ। ਇਵੇਂ ਜਿੰਨੀਆਂ ਜਿਹੜੀਆਂ ਸਖੀ ਸਰਵਰੀ ਦੀਆਂ, ਜਲਾਲਾਂ ਵਾਲੇ ਦੀਆਂ ਜਿਹੜੀਆਂ ਵੀ ਦੁਕਾਨਾਂ, ਜਿਹੜੀਆਂ ਕਬਰਾਂ ਦੀਆਂ, ਪੀਰਾਂ ਦੀਆਂ ਕਬਰਾਂ ਬਣੀਆਂ ਹੋਈਆਂ, ਇਵੇਂ ਬਣੀਆਂ। ਹੁਣ ਜਦੋਂ ਭੇਡਾਂ ਚਾਲ ਲਾਗੇ ਮੱਥਾ ਟੇਕਣਾ ਸ਼ੁਰੂ, ਉਹਦਾ ਕਾਰੋਬਾਰ ਚੱਲ ਗਿਆ। ਹੁਣ ਜਿਹੜਾ ਪਹਿਲਾ ਦੁਕਾਨਦਾਰ ਸੀਗਾ, ਜਿਹਨੇ ਪਹਿਲਾਂ ਦੁਕਾਨ ਖੋਲੀ ਸੀ, ਉਹਨੂੰ ਬੜਾ ਫਿਕਰ ਪਿਆ, ਕਹਿੰਦਾ ਮੇਰੇ ਕੋਲ ਗਾਹਕੀ ਘਟ ਗਈ ਆ। ਉਹਨੇ ਵੇਖਿਆ, ਪੁੱਛਿਆ, ਕਹਿੰਦੇ ਕਿ ਅੱਗੇ ਹੋਰ ਬਾਬਾ ਖੋਤੇ ਸ਼ਾਹ ਵੀ ਪੈਦਾ ਹੋ ਗਿਆ। ਉਹਨੂੰ ਮਿਲ ਗਿਆ ਉੱਥੇ, ਕਹਿੰਦਾ ਆਹ ਤੇ ਬੰਦਾ ਉਹੀ ਜਿਹਨੂੰ ਮੈਂ ਖੋਤਾ ਦਿੱਤਾ। ਕਹਿੰਦਾ ਸੁਣਾ ਕੀ ਹਾਲ ਤੇਰਾ? ਕਹਿੰਦਾ ਅੱਗੇ ਨੂੰ ਵਧੀਆ। ਕਹਿੰਦਾ ਉਹਨੇ ਮੱਥਾ ਟੇਕਿਆ, ਕਹਿੰਦਾ ਤੁਹਾਡੇ ਕਰਕੇ ਮੇਰਾ ਅੱਗੇ ਨੂੰ ਜ਼ਿਆਦਾ ਵਧੀਆ ਹੋ ਗਿਆ। ਅੱਗੇ ਮੈਂ ਸ਼ਹਿਰ ਜਾਂਦਾ ਸੀ, ਹੁਣ ਮੇਰਾ ਇੱਥੇ ਕਸੂਤਰ ਆ ਗਿਆ ਕੰਮ। ਹੁਣ ਇੱਥੋਂ ਇੱਟਾਂ ਵਾਲਾ ਟਰੈਕਟਰ ਜਾਂਦਾ ਹੈ, ਕੋਈ ਉਹ ਵੀ 2 ਇੱਟਾਂ ਸੁੱਟ ਜਾਂਦਾ, 4 ਇੱਟਾਂ, ਹੁਣ ਕਮਰਾ ਵੀ ਪੈ ਗਿਆ ਚੰਗਾ, ਪਹਿਲਾਂ ਤਾਂ ਕਮਰਾ ਵੀ ਨਹੀਂ ਸੀ ਹੈਗਾ।
ਪਰ ਹੁਣ ਕੰਮ ਚੱਲ ਗਿਆ, ਰੋਜ਼ ਦਾ 50-100 ਬਣ ਜਾਂਦਾ ਕਿ ਸ਼ਹਿਰ ਜਾ ਕੇ 5 ਰੁਪਏ 10 ਰੁਪਏ ਕਮਾਉਣਾ ਸੀਗਾ, ਹੁਣ ਇੱਥੇ 100 ਰੁਪਏ ਬਣ ਜਾਂਦਾ। ਮੇਰਾ ਤਾਂ ਤੁਹਾਡੇ ਖੋਤੇ ਨੇ ਬੜਾ ਸਾਥ ਹੈ। ਕਹਿੰਦਾ ਕਿਵੇਂ? ਕਹਿੰਦਾ ਮਰ ਗਿਆ ਸੀ, ਉਹਦੀ ਕਬਰ ਬਣਾਤੀ। ਕਹਿੰਦਾ ਕੋਈ ਗੱਲ ਨਹੀਂ, ਐਵੇਂ ਮਰੀ ਜਾ, ਜਿੱਥੇ ਤੂੰ ਆ ਕੇ ਮੱਥਾ ਟੇਕਦਾ ਸੀ ਇਹ ਖੋਤੇ ਦੀ ਮਾਂ ਸੀ, ਕਹਿੰਦਾ ਉੱਥੇ ਮੈਂ ਉੱਥੇ ਕੰਮ ਚਲਾਇਆ ਸੀ, ਇੱਥੇ ਹੁਣ ਤੇਰਾ ਚੱਲ ਰਿਹਾ। ਖੈਰ, ਜਿਹੜੀ ਮੈਂ ਗੱਲ ਕਰ ਰਿਹਾ, ਸਖੀ ਸਰਵਰੀਆਂ ਦਾ ਬੜਾ ਜ਼ੋਰ ਸੀ ਉਸ ਵਕਤ। ਸਖੀ ਸਰਵਰੀਆਂ ਦੀ ਜਗ੍ਹਾ ਸੀ ਘਰਾਂ ਘਰਾਂ ਦੇ ਵਿੱਚ, ਜਿਵੇਂ ਅੱਜ ਵੀ ਪਿੰਡਾਂ ਦੇ ਵਿੱਚ ਘਰਾਂ ਘਰਾਂ ਵਿੱਚ ਜਗ੍ਹਾ ਸੀ। ਤੇ ਸਖੀ ਸਰਵਰੀਆਂ ਦਾ ਇੱਕ ਚੇਲਾ ਸੀਗਾ ਮੰਝ, ਠੀਕ ਹੈ ਜੀ। ਮੰਝ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਮਿਲਣ ਆਇਆ, ਤੇ ਮੰਝ ਜਦੋਂ ਗੁਰੂ ਨੂੰ ਮਿਲ ਕੇ ਗਿਆ, ਮਿਲਿਆ ਤੇ ਪਾਤਸ਼ਾਹ ਦਾ ਹੀ ਹੋ ਗਿਆ। ਜਦੋਂ ਪਾਤਸ਼ਾਹ ਦੇ ਘਰ ਦੀਆਂ ਵੇਖੀਆਂ ਕਿ ਇੱਥੇ ਸਭ ਨੂੰ ਬਰਾਬਰਤਾ ਦਿੰਦੇ ਨੇ, ਸੱਚੇ ਪਾਤਸ਼ਾਹ ਸਭ ਨੂੰ ਇੰਨਾ ਨਿੱਘਾ ਪਿਆਰ ਦਿੰਦੇ ਨੇ, ਉਹ ਵੇਖਿਆ ਤੇ ਪਾਤਸ਼ਾਹ ਜਿੱਥੇ ਪਾਤਸ਼ਾਹ ਸਿੱਖੀ ਦੇ ਰਹੇ ਸਨ, ਜਦੋਂ ਸਿੱਖ ਮੰਡਲੀ ਲੈਣ ਵਿੱਚ ਲੱਗ ਰਹੇ, ਦਾਤੇ ਦੇ ਚਰਨਾਂ 'ਚ ਗਿਆ ਤੇ ਦਾਤੇ ਨੂੰ ਨਮਸਕਾਰ ਕੀਤੀ। ਦਾਤੇ ਨੂੰ ਕਹਿਣ ਲੱਗਾ, ਮੰਝ ਕਿ ਪਾਤਸ਼ਾਹ ਮੈਂ ਤੁਹਾਡਾ ਸਿੱਖ ਬਣਨਾ ਚਾਹੁੰਦਾ, ਮੈਨੂੰ ਵੀ ਸਿੱਖੀ ਦੀ ਦਾਤ ਦਿਓ। ਦਾਤੇ ਨੇ ਬੜਾ ਵਧੀਆ ਜਵਾਬ ਦਿੱਤਾ। ਪਾਤਸ਼ਾਹ ਕਹਿਣ ਲੱਗੇ, ਮੰਝ ਜੀ ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਮੰਝ ਦੇ ਅੰਦਰ ਸਵਾਲ ਪੈਦਾ ਹੋ ਗਿਆ, ਪਾਤਸ਼ਾਹ ਮੈਨੂੰ ਪਤਾ ਨਹੀਂ ਲੱਗਿਆ। ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਕਿ ਸਿੱਖੀ ਤੇਰੇ ਅੰਦਰ ਪਹਿਲਾਂ ਸਖੀ ਸਰਵਰੀ ਦੀ, ਉਹਦੇ ਉੱਤੇ ਮੇਰੀ ਸਿੱਖੀ ਨਹੀਂ ਟਿਕੀ, ਤੇ ਕੀ ਕਰਨਾ ਪਏਗਾ? ਪਾਤਸ਼ਾਹ ਕਹਿੰਦੇ ਕਬਰ ਢਾ ਦੇ, ਜਿਹੜੀ ਘਰੇ ਤੇਰੀ ਕਬਰ ਬਣੀ ਉਹਨੂੰ ਢਾ ਦੇ, ਢਾਏਗਾ ਅੰਦਰਲੀ ਕਬਰ ਢੱਠੂਗੀ ਤੇ ਫਿਰ ਤੇਰੀ ਉੱਤੇ ਸਿੱਖੀ ਤੈਨੂੰ ਮਿਲੇਗੀ। ਭਾਈ ਮੰਝ ਜੀ ਨੇ ਇਤਨਾ ਹੀ ਕੀਤਾ। ਘਰ ਗਏ, ਜਿੱਥੇ ਭਾਈ ਮੰਝ ਜੀ ਇਲਾਕੇ ਵਿੱਚ ਇੱਕ ਬੜੇ ਵੱਡੇ ਮੰਨੇ ਪਰਮੰਨੇ ਸਨ ਕਿ ਲੋਕ ਉਹਨਾਂ ਦੇ ਘਰੇ ਆ ਕੇ ਕੰਮ ਕਰਦੇ ਸਨ, ਇੱਕ ਵੱਡੇ ਗੁਰੂ ਵਾਂਗੂ ਉਹਨਾਂ ਦੇ ਘਰੇ ਆ ਕੇ ਕੰਮ ਕਰਨਾ, ਉਹਨਾਂ ਦੇ ਡੰਗਰਾਂ ਨੂੰ ਪੱਠੇ ਪਾਉਣੇ, ਉਹਨਾਂ ਦੇ ਭਾਂਡੇ ਮਾਂਜਣੇ, ਉਹਨਾਂ ਨੂੰ ਰੋਟੀ ਬਣਾ ਕੇ ਖਵਾਉਣੀ। ਤੇ ਭਾਈ ਮੰਝ ਨੇ ਜਦੋਂ ਆ ਕੇ ਕਬਰ ਢਾਈ ਤੇ ਲੋਕਾਂ ਦੇ ਵਿੱਚ ਹਾਹਾਕਾਰ ਮਚ, ਸਾਰਿਆਂ ਨੇ ਬਾਈਕਾਟ ਕਰਤਾ ਭਾਈ ਮੰਝ। ਅੱਜ ਤੋਂ ਬਾਅਦ ਭਾਈ ਮੰਝ ਨੂੰ ਕੋਈ ਨਹੀਂ ਮਿਲੇਗਾ, ਇਹਨਾਂ ਦੇ ਜਿਹੜੇ ਡੰਗਰ ਸਨ ਇਹਨਾਂ ਨੂੰ ਕੋਈ ਹੱਥ ਨਹੀਂ ਲਾਏਗਾ, ਮਾਲ ਡੰਗਰ ਨੂੰ ਹੱਥ ਨਹੀਂ ਲਾਏਗਾ। ਪਹਿਲਾਂ ਭਾਈ ਮੰਝ ਦੇ ਘਰੇ ਆ ਕੇ ਪੱਠੇ ਪਾਉਂਦੇ ਸਨ ਤੇ ਹੁਣ ਉਹਨਾਂ ਦੀਆਂ ਮੱਝਾਂ ਨੂੰ ਕੋਈ ਪੱਠਾ ਨਹੀਂ। ਭਾਈ ਮੰਝ ਨੇ ਕਬਰ ਢਾਈ, ਬੜੀ ਗਰੀਬੀ ਵਿੱਚ ਚਲੇ ਗਏ। ਫਿਰ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਿਆ, ਪਾਤਸ਼ਾਹ ਨੇ ਬੁਲਾਇਆ, ਦਾਤੇ ਦੇ ਦਰ ਤੇ ਆਏ। ਪਾਤਸ਼ਾਹ ਜੀ ਨੇ ਸਿੱਖੀ ਦੀ ਦਾਤ ਦਿੱਤੀ, ਕਿਹਾ ਤੁਸੀਂ ਅੰਮ੍ਰਿਤਸਰ ਦੀ ਧਰਤੀ ਤੇ ਰਹਿਣਾ, ਜਦੋਂ ਅਸੀਂ ਕਹਾਂਗੇ ਉਦੋਂ ਜਾਣਾ। ਫਿਰ ਬੜੀ ਕਠਿਨ ਘਾਲਣਾ, ਬਹੁਤ ਕਠਿਨ ਘਾਲਣਾ ਭਾਈ ਮੰਝ ਨੇ ਕਮਾਈ। ਤੇ ਇੱਕ ਦਿਨ ਦੀ ਬਾਤ, ਭਾਈ ਮੰਝ ਜੀ ਗਏ ਨੇ ਜੰਗਲ ਦੇ ਵਿੱਚ ਲੱਕੜਾਂ ਲੈਣ ਵਾਸਤੇ। ਬਿਲਕੁਲ ਮੇਰੇ ਇੱਥੋਂ ਇਹ 2 ਕਿਲੋਮੀਟਰ ਦੂਰੀ ਤੇ ਭਾਈ ਮੰਝ ਜੀ ਦਾ ਗੁਰਦੁਆਰਾ। ਭਾਈ ਮੰਝ ਸਾਹਿਬ ਉੱਥੇ ਗਏ ਲੰਗਰ ਵਾਸਤੇ, ਲੱਕੜਾਂ ਲੈਣ ਵਾਸਤੇ, ਤੇ ਖੂਹ ਦੇ ਵਿੱਚ ਡਿੱਗ ਕੇ। ਹੁਣ ਇੱਕ ਚੇਤਾ ਰੱਖਿਓ, ਇੱਥੋਂ ਕੀ ਸਿੱਖਿਆ ਮਿਲਦੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਦਾ ਹੈ ਬੜਾ ਵੱਡਾ ਇਤਿਹਾਸਿਕ ਪੱਖ, ਭਾਵੇਂ ਛੋਟੇ ਛੋਟੀਆਂ ਗੱਲਾਂ ਤੁਹਾਡੇ ਸਾਹਮਣੇ। ਭਾਈ ਮੰਝ ਜੀ ਨਾਲ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ, ਭਰੋਸਾ ਹੋਣਾ ਚਾਹੀਦਾ ਕਿ ਮੇਰਾ ਗੁਰੂ ਜਿਹੜਾ ਨਾ ਮੈਨੂੰ ਖੂਹ ਦੇ ਵਿੱਚ ਡਿੱਗੇ ਨੂੰ ਵੀ ਕੱਢ ਸਕਦਾ। ਇੰਨਾ ਵਿਸ਼ਵਾਸ ਹੋਣਾ ਚਾਹੀਦਾ ਕਿ ਜੇ ਮੈਂ ਕਿਤੇ ਡਿੱਗ ਵੀ ਜਾਵਾਂ ਨਾ ਤੇ ਗੁਰੂ ਵਾਕਈ ਹੀ ਕੱਢਦਾ ਜੀ, ਇਹ 'ਚ ਕੋਈ ਸ਼ੱਕ ਨਹੀਂ। ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਤੇ ਗੁਰੂ ਤੁਹਾਨੂੰ ਮੁਰਦਿਆਂ ਦੇ ਵਿੱਚ ਵੀ ਜਾਨ ਪਾ ਕੇ ਜਾਨ ਬਚਾ ਦਿੰਦਾ, ਕੱਢੀ ਹੋਈ ਜਾਨ ਨੂੰ ਵੀ ਪਾ ਦਿੰਦਾ। ਸਤਿਗੁਰ ਮੇਰਾ ਮਾਰ ਜਵਾਲੇ, ਮੁਰਦੇ ਤੋਂ ਬਾਅਦ ਵੀ ਜਾਨ ਪਾ ਦਿੰਦਾ। ਇਹ ਵਿਸ਼ਵਾਸ ਹੋਣਾ ਚਾਹੀਦਾ। ਜੇ ਵਿਸ਼ਵਾਸ ਨਹੀਂ ਹੈ ਤੇ ਜਿਉਂਦੇ ਜੀ ਵੀ ਮਰ ਜਾਵਾਂਗੇ ਅਸੀਂ। ਜਦੋਂ ਭਾਈ ਮੰਝ ਜੀ ਖੂਹ 'ਚ ਡਿੱਗੇ ਤੇ ਪੁਕਾਰਾ ਕਰਨ ਲੱਗੇ, ਧੰਨ ਗੁਰੂ ਅਰਜਨ ਸਾਹਿਬ। ਇੱਧਰ ਗੁਰੂ ਸਾਹਿਬ ਜੀ ਉਸੇ ਵਕਤ ਸਿੱਖਾਂ ਨੂੰ ਕਿਹਾ ਕਿ ਭਾਈ ਭੱਜ। ਦੀਵਾਨ ਸਜੇ 'ਚੋਂ ਪਾਤਸ਼ਾਹ ਉਸੇ ਵਕਤ ਉੱਠੇ। ਸੱਚੇ ਪਾਤਸ਼ਾਹ ਕਹਿੰਦੇ ਕਿ ਰਸਾ ਲੈ ਕੇ ਆਓ, ਸਾਡਾ ਪਿਆਰਾ ਸਿੱਖ ਖੂਹ 'ਚ ਡਿੱਗ ਪਿਆ। ਕਿਉਂਕਿ ਗੁਰੂ ਅੰਤਰਜਾਮੀ ਨਾ, ਚੇਤਾ ਰੱਖਿਓ, ਗੁਰੂ ਮਾੜਾ ਮੋਟਾ ਨਹੀਂ ਹੈ। ਸਾਡਾ ਸਤਿਗੁਰੂ ਜਿਹੜਾ ਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ, ਅੰਤਰਜਾਮੀ ਹੈ, ਤੁਹਾਡੇ ਅੰਦਰ ਦੀਆਂ ਗੱਲਾਂ ਜਾਣਦੇ ਆ। ਸਾਡੇ ਅੰਦਰ ਕਿਹੜਾ ਫੁਰਨਾ ਆਉਂਦਾ ਆ, ਉਹ ਫੁਰਨੇ ਨੂੰ ਵੀ ਫੜਦਾ ਹੈ ਪਾਤਸ਼ਾਹ। ਤਾਈਓ ਸੱਚੇ ਪਾਤਸ਼ਾਹ ਕਹਿੰਦੇ ਨੇ ਫੁਰਨਾ ਵੀ ਗਲਤ ਨਾ ਹੋਣਾ ਚਾਹੀਦਾ ਤੇਰੇ ਅੰਦਰ, ਕਿਉਂਕਿ ਜੇ ਫੁਰਨਾ ਗਲਤ ਆ ਗਿਆ ਤਾਂ ਗੁਰੂ ਨੇ ਉੱਥੇ ਤੇਰੇ ਉੱਤੇ ਕਾਨੂੰਨ ਲਾਗੂ ਕਰ ਦੇਣਾ, ਤੂੰ ਗਲਤ ਹੈ। ਦੁਨੀਆ ਦਾ ਕਾਨੂੰਨ ਤੇ ਬਾਅਦ 'ਚ ਲਾਗੂ ਹੋਣਾ ਨਾ, ਪਹਿਲਾਂ ਤੇਰੇ ਅੰਦਰ ਮਾੜੇ ਵਿਚਾਰ ਆਏ, ਉੱਥੇ ਗੁਰੂ ਨੇ ਕਾਨੂੰਨ ਲਾਗੂ ਕਰਕੇ ਤੈਨੂੰ ਗਲਤ ਕਰ। ਕੀੜਾ ਥਾਪ ਦੇ ਪਾਤਸ਼ਾਹੀ ਤੇ ਕੀੜਿਆਂ ਨੂੰ ਪਾਤਸ਼ਾਹ ਵੀ ਬਣਾ ਦਿੰਦਾ ਆ। ਤੇ ਫਿਰ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਫਿਰ ਉੱਥੇ ਕੀੜਿਆਂ ਦੇ ਵਿੱਚ ਕੀੜਾ ਕਰਕੇ ਵੀ ਦੋਸ਼ ਜਿਹੜਾ ਮੱਥੇ ਤੇ ਮੜ ਦਿੰਦਾ। ਇਵੇਂ ਦਾ ਵੀ ਹੁੰਦਾ। ਭਾਈ ਮੰਝ ਜੀ ਕੋਲ ਗਏ ਤੇ ਪਾਤਸ਼ਾਹ ਕਹਿਣ ਲੱਗੇ, ਭਾਈ ਮੰਝ ਜੀ ਆ ਰਸਾ ਸੁੱਟਿਆ ਵਿੱਚ, ਆਜੋ ਬਾਹਰ। ਭਾਈ ਮੰਝ ਕਹਿਣ ਲੱਗੇ, ਨਹੀਂ ਪਾਤਸ਼ਾਹ, ਪਹਿਲਾਂ ਲੱਕੜਾਂ ਸਿਰ ਤੇ ਲੱਕੜਾਂ ਨੇ, ਆ ਪਾਣੀ ਦੇ ਵਿੱਚ ਪਹਿਲਾਂ ਲੱਕੜਾਂ ਬਾਹਰ ਕੱਢੀਆਂ। ਫਿਰ ਭਾਈ ਮੰਝ ਜੀ ਬਾਹਰ ਨਿਕਲੇ ਤੇ ਪਾਤਸ਼ਾਹ ਨੇ ਘੁੱਟ ਕੇ ਕਾਲਜੇ ਨਾਲ ਤੇ ਵਾਰ ਦਿੱਤਾ, ਕਿਆ ਮੰਝ ਪਿਆਰਾ ਗੁਰੂ ਕੋ, ਮੰਝ ਪਿਆਰਾ, ਮੰਝ ਗੁਰੂ ਕਾ ਬੋਝ ਥਾ ਜਗ ਲੰਘਣਾ। ਤੇ ਭਾਈ ਮੰਝ ਕਹਿਣ ਲੱਗੇ, ਦੱਸੋ ਕੀ ਚਾਹੀਦਾ। ਤੇ ਪਾਤਸ਼ਾਹ ਕਹਿਣ ਲੱਗੇ, ਭਾਈ ਮੰਝ ਕਹਿਣ ਲੱਗੇ, ਪਾਤਸ਼ਾਹ ਅੱਜ ਤੋਂ ਬਾਅਦ ਆਪਣੇ ਸਿੱਖਾਂ ਨੇ ਇੰਨੀ ਵੱਡੀ ਪ੍ਰੀਖਿਆ ਨਾ ਲਈ, ਇੰਨੀ ਵੱਡੀ ਪ੍ਰੀਖਿਆ ਲਈ। ਪਾਤਸ਼ਾਹ ਕਹਿੰਦੇ, ਨਹੀਂ, ਤੂੰ ਮੇਰਾ ਬੋਝਾ ਆ, ਜਿਹੜਾ ਤੈਨੂੰ ਸੁਣੇਗਾ ਉਹ ਪਾਰ ਕਰ। ਖੈਰ, ਭਾਈ ਮੰਝ ਨੇ ਸਖੀ ਸਰਵਰੀਆਂ ਦਾ ਲੱਕ ਤੋੜਿਆ ਸੀ ਪੰਜਾਬ ਦੇ ਵਿੱਚ।
फिर वो इथों गुरु साहब जी के प्रचारक थापे गए, अपनी मंजी थापी गई, और फिर अपने इलाके में प्रचार करना शुरू कर दिता। सखी सरवरियां का लक टुट गया पंजाब दे विच, भाई मंझ ने प्रचार किया। ਜਦੋਂ ਇਹ ਸਖੀ ਸਰਵੇ ਨੂੰ ਪਤਾ ਲੱਗਿਆ ਕਿ ਸਾਡਾ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਅਸੀਂ ਪੂਰਾ ਤਾਣਾ ਬਣਾ ਖਿਲਾਰਿਆ ਹੋਇਆ ਜਗ੍ਹਾ ਜਗ੍ਹਾ ਦੇ ਉੱਤੇ, ਜਿਵੇਂ ਅੱਜ ਕੱਲ ਦੇ ਬਾਬੇ ਵੀ ਆਪਣੀਆਂ ਜਿਵੇਂ ਗੋਲਕਾਂ ਲਾ ਦਿੰਦੇ ਨਾ, ਫਲਾਣੇ ਫਲਾਣੇ ਘਰ ਦੇ ਵਿੱਚ ਕਈ ਜਗ੍ਹਾ ਗੋਲਕਾਂ ਲਾਈਆਂ ਹੁੰਦੀਆਂ ਜਿਨ੍ਹਾਂ ਨੇ ਆਪਣੇ ਢਿੱਡ ਭਰਨੇ ਹੁੰਦੇ। ਕੁਝ ਗੋਲਕਾਂ ਐਵੇਂ ਦੀਆਂ ਜਿਹੜੀਆਂ ਸੰਗਤ ਲਈ ਹੁੰਦੀਆਂ ਨੇ ਕਿ ਵਾਕਈ ਹੀ ਤੁਹਾਡਾ ਦਿੱਤਾ ਹੋਇਆ ਦਸਵੰਧ ਸੰਗਤ ਤੱਕ ਜਾਏਗਾ। ਜਿਵੇਂ ਐਜੂਕੇਸ਼ਨ ਪੰਜਾਬ ਪ੍ਰੋਜੈਕਟ ਕਰ ਰਹੀ ਹੈ, ਲੋਕਾਂ ਦਾ ਦਸਵੰਧ ਲੈ ਕੇ, ਲੋਕਾਂ ਕੋਲੋਂ ਸੰਗਤ ਦਾ ਦਸਵੰਧ ਲੈ ਕੇ ਬੱਚਿਆਂ ਦੇ ਉੱਤੇ ਲਾ ਰਹੀ, ਇਹਨੂੰ ਕਹਿੰਦੇ ਦਸਵੰਧ ਪਹੁੰਚਾਉਣਾ। ਤੇ ਕੁਝ ਹੁੰਦੇ ਕਿ ਆਪਣੇ ਵਾਸਤੇ ਸੰਗਤ ਦਾ ਦਸਵੰਧ ਲੈ ਕੇ ਆਪਣੇ ਢਿੱਡ ਭਰਨ ਵਾਸਤੇ, ਤੇ ਪਤਾ ਲੱਗ ਜਾਂਦਾ ਉਹਨਾਂ ਦਾ। ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ, ਇਹਨਾਂ ਨੇ ਵੀ ਅਕਬਰ ਨੂੰ ਬੜੀਆਂ ਚੂੜਾਂ ਲਾਈਆਂ, ਪਰ ਅਕਬਰ ਕਿਸੇ ਦੀ ਗੱਲ ਦੇ ਵਿੱਚ ਆਉਂਦਾ। ਕੁਝ ਸਮਾਂ ਪਿਆ, ਅਕਬਰ ਮਰ ਗਿਆ। ਪਰ ਅਕਬਰ ਦਾ ਬੇਟਾ ਸੀਗਾ ਸਲੀਮ। ਸਲੀਮ ਨੂੰ ਪਹਿਲਾਂ ਹੀ ਹੱਥਾਂ 'ਚ ਇਹਨਾਂ ਨੇ ਕਰ ਲਿਆ ਸੀਗਾ। ਸ਼ੇਖ ਅਹਿਮਦ ਸ਼ਾਹ ਸਰਹੰਦੀ ਬੁਖਾਰੀ, ਸ਼ੇਖ ਬੁਖਾਰੀ ਨੇ, ਅਹਿਮਦ ਸ਼ਾਹ ਸਰਹੰਦੀ ਨੇ, ਸਖੀ ਸਰਵਰੀਆਂ ਨੇ ਕਿ ਜੇ ਤੈਨੂੰ ਅਸੀਂ ਗੱਦੀ ਤੇ ਬਿਠਾਈਏ, ਤੈਨੂੰ ਤਾਜ ਤੇ ਤਖਤ ਤੇ ਬਿਠਾਈਏ, ਫਿਰ ਸਾਡੀਆਂ ਗੱਲਾਂ ਤੂੰ ਸਾਰੀਆਂ ਮੰਨੇਗਾ। ਸਭ ਤੋਂ ਪਹਿਲਾਂ ਗੁਰੂ ਅਰਜਨ ਦੀ ਦੁਕਾਨ ਜਿਹੜੀ ਤੂੰ ਬੰਦ ਕਰੋ। ਉਹ ਕਹਿੰਦਾ ਠੀਕ ਹੈ। ਉਹ ਸਾਰਿਆਂ ਨੇ ਸਪੋਰਟ ਕੀਤੀ ਤੇ ਉਹਨੂੰ ਗੱਦੀ ਤੇ ਬਿਠਾ ਦਿੱਤਾ ਗਿਆ। ਉਹਨੇ ਸਲੀਮ ਨੇ ਬੈਠਦਿਆਂ ਸਾਰ ਆਪਣਾ ਨਾਮ ਚੇਂਜ ਕੀਤਾ ਕਿ ਮੇਰਾ ਨਾਮ ਅੱਜ ਤੋਂ ਬਾਅਦ ਜਹਾਂਗੀਰ ਹੈ। ਹੁਣ ਜਹਾਂਗੀਰ ਦਾ ਮਤਲਬ ਇਹ ਹੈਗਾ, ਗੀਰ ਦਾ ਮਤਲਬ ਹੱਥ, ਗੀਰ, ਜਹਾਂ ਦਾ ਮਤਲਬ ਹੈ ਜਹਾਨ। ਮੈਂ ਜਹਾਨ ਨੂੰ ਆਪਣੀ ਮੁੱਠੀ 'ਚ ਕਰ ਲਾਂਗਾ, ਜਹਾਂਗੀਰ ਆਪਣੀ ਮੁੱਠੀ 'ਚ ਕਰ ਲਵਾਂ। ਫਿਰ ਉਹਨੇ ਬੜੇ ਜ਼ੁਲਮ ਸ਼ੁਰੂ ਕੀਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ। ਸਭ ਤੋਂ ਪਹਿਲਾਂ ਉਹਨੇ ਆਪਣੇ ਤੁਜ਼ਕੇ ਜਹਾਂਗੀਰ ਦੇ ਵਿੱਚ ਲਿਖਿਆ, ਕਹਿੰਦਾ ਕਿ ਮੇਰੇ ਮਨ ਦਾ ਬੜੇ ਚਿਰ ਦਾ ਇਹ ਬਲਬਲਾ ਸੀਗਾ ਕਿ ਜਿਹੜੀ ਗੋਇੰਦਵਾਲ ਦੀ ਕਿਨਾਰੇ ਤੇ ਬਿਆਸ ਕੰਢੇ ਦੇ ਉੱਤੇ ਜਿਹੜੀ ਦੁਕਾਨ ਖੁੱਲੀ ਹੈ, ਇਸ ਦੁਕਾਨ ਨੂੰ ਬੰਦ ਕਰ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਭਾਵ ਗੁਰੂ ਕਰ ਲੋ। ਫਿਰ ਉਹਨੇ ਕੀ ਕੀਤਾ ਕਿ ਜਿਹੜਾ ਜਦੋਂ ਇਹ ਹੁਕਮ ਜਾਰੀ ਕੀਤਾ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਜਿਹੜਾ ਹੁਣ ਫੜਿਆ ਜਾਵੇ। ਉਹਨੇ ਇਹ, ਕਿਉਂਕਿ ਇਹ ਸਾਰੀਆਂ ਚੀਜ਼ਾਂ ਵਿੱਚ ਆ ਗਈਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਾਰਨ ਬਣਿਆ, ਇੱਕ ਜਾਤ ਪਾਤ ਦਾ ਕਾਰਨ ਬਣਿਆ, ਦੂਜਾ ਸੀ ਪ੍ਰਿਥੀ ਚੰਦ ਦਾ, ਗੁਰੂ ਅਰਜਨ ਸਾਹਿਬ ਮਹਾਰਾਜ ਦਾ ਵੱਡਾ ਭਰਾ ਆ ਪ੍ਰਿਥੀ ਚੰਦ, ਉਹਦੀ ਵਿਰੋਧਤਾ ਸੀ। ਹੁਣ ਉਹ ਪ੍ਰਿਥੀ ਚੰਦ ਵੀ ਵਿਰੋਧ ਕਰਨ ਲੱਗਾ ਗੁਰੂ ਅਰਜਨ ਸਾਹਿਬ ਦਾ। ਉਹ ਚਾਹੁੰਦਾ ਸੀ ਕਿ ਜਿਹੜੀ ਗੁਰੂ ਰਾਮਦਾਸ ਮਹਾਰਾਜ ਗੱਦੀ ਦੇਣ, ਉਹ ਛੋਟੇ ਬੇਟੇ ਨੂੰ ਨਾ ਦੇਣ, ਵੱਡੇ ਬੇਟੇ ਨੂੰ ਦੇਣ। ਤੇ ਵੱਡੇ ਬੇਟਾ ਇਹਨਾਂ ਲਾਇਕ ਨਹੀਂ ਸੀਗਾ, ਕਿਉਂਕਿ ਗੁਰੂ ਨਾਨਕ ਦੇ ਘਰ ਦੀ ਗੱਦੀ ਇੱਥੇ ਗੁਣਾਂ ਦੀ ਗੱਦੀ ਹੈ। ਇੱਥੇ ਇਹ ਨਹੀਂ ਕਿ ਪੈਟਰਨ ਨਹੀਂ ਹੈ ਕਿ ਪਿਤਾ ਤੋਂ ਬਾਅਦ ਬੇਟੇ ਨੂੰ ਮਿਲਣੀ ਹੈ, ਇਹ ਨਹੀਂ। ਇੱਥੇ ਵੇਖਿਆ ਜਾਂਦਾ ਕਿ ਕਿਹੜਾ ਉਸ ਯੋਗ ਹੈ, ਗੱਦੀ ਦੇ ਯੋਗ ਕਿਹੜਾ। ਤਾਂ ਹੀ ਉਹ ਸੱਚੇ ਪਾਤਸ਼ਾਹ ਨੇ ਬਾਣੀ ਚ ਪੁੱਤਰੀ ਕੌਣ ਨਾ ਪਾਲਿਓ, ਕਿ ਪੁੱਤਰਾਂ ਨੇ ਗੱਲ ਮੰਨੀ ਨਹੀਂ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ, ਆਪਣੇ ਚੇਲੇ ਨੂੰ ਗੱਦੀ ਦਿੱਤੀ ਹੈ। ਫਿਰ ਗੁਰੂ ਅਮਰਦਾਸ ਵਾਹਿਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਫਿਰ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ, ਆਪਣੇ ਚੇਲੇ ਨੂੰ ਗੱਦੀ ਦਿੱਤੀ ਹੈ। ਫਿਰ ਅਗਲੇ ਬੰਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਫਿਰ ਉੱਤੇ ਆਪਣੇ ਬੇਟਿਆਂ ਨੂੰ ਗੱਦੀ ਨਹੀਂ ਦਿੱਤੀ, ਆਪਣੇ ਜਵਾਈ ਨੂੰ ਗੱਦੀ ਦਿੱਤੀ। ਤੇ ਗੁਰੂ ਰਾਮਦਾਸ ਮਹਾਰਾਜ ਨੇ ਗੁਣਾਂ ਨੂੰ ਵੇਖਿਆ ਤੇ ਜਿਹਨੇ ਗੁਰੂ ਦੀ ਗੱਲ ਨੂੰ ਕਮਾਇਆ, ਹਰ ਇੱਕ ਗੱਲ ਨੂੰ ਖਿੜੇ ਮੱਥੇ ਕਮਾਇਆ। ਇੱਕ ਵਾਰ ਦੀ ਗੱਲ, ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਰਿਸ਼ਤੇਦਾਰੀ ਕਿਉਂਕਿ ਚੂਨਾ ਮੰਡੀ ਲਾਹੌਰ ਨਾਨਕੇ ਹੈ ਵਾਹਿਗੁਰੂ, ਉੱਥੇ ਹੈਗਾ ਆਪਣੇ ਦਾਦਕਾ ਪਿੰਡ ਆ, ਸੱਚੇ ਪਾਤਸ਼ਾਹ ਦਾ ਜੱਦੀ ਪਿੰਡ ਆ ਚੂਨਾ ਮੰਡੀ ਲਾਹੌਰ। ਉੱਥੇ ਵਿਆਹ ਸੀਗਾ ਤੇ ਸਹਾਰੀ ਮਲ ਦੇ ਬੇਟੇ ਦਾ, ਕਿਉਂਕਿ ਸੱਚੇ ਪਾਤਸ਼ਾਹ ਜੀ ਦਾ ਭਰਾ ਲੱਗਦਾ, ਤੇ ਉਹਦੇ ਰਿਸ਼ਤੇਦਾਰੀ ਦੇ ਵਿੱਚ ਵਿਆਹ। ਤੇ ਪਾਤਸ਼ਾਹ ਕਹਿੰਦੇ ਮੈਂ ਜਾ ਨਹੀਂ ਸਕਦਾ। ਕਾਰਨ ਇਹ ਆਪਣੇ ਪੁੱਤਰਾਂ ਨੂੰ ਸਾਹਮਣੇ ਕਹਿੰਦੇ ਕਿ ਜੇ ਮੈਂ ਗਿਆ ਤੇ ਮੇਰੇ ਨਾਲ ਸੰਗਤਾਂ ਜਾਣਗੀਆਂ, ਤੇ ਸੰਗਤਾਂ ਦਾ ਪ੍ਰਬੰਧ ਜਿਹੜਾ ਅਗਲੇ ਬੰਨੇ ਹੋਣਾ ਨਹੀਂ, ਕਿਉਂਕਿ ਇਹ ਗੁਰੂ ਘਰ ਆ ਤੇ ਗੁਰੂ ਘਰ ਦਾ ਪ੍ਰਬੰਧ ਜਿਹੜਾ ਕਰਨਾ ਕਿਸੇ ਲਈ ਔਖਾ ਹੋ ਜਾਣਾ। ਇਸ ਕਰਕੇ ਮੇਰਾ ਇੱਕ ਬੇਟਾ ਜਾ ਕੇ ਉੱਥੇ ਫਰਜ਼ ਅਦਾ ਕਰਾਂ, ਤੇ ਨਾਲ ਸ਼ਰਤ ਰੱਖੀ ਕਿ ਜਿੰਨਾ ਚਿਰ ਮੈਂ ਨਹੀਂ ਕਹੂੰਗਾ ਉਹਨਾਂ ਚਿਰ ਆਉਣਾ ਨਹੀਂ। ਤੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਵੱਡੇ ਬੇਟੇ ਨੂੰ ਕਿਹਾ, ਪ੍ਰਿਥੀ ਚੰਦ ਨੂੰ। ਪ੍ਰਿਥੀ ਚੰਦ ਕਹਿੰਦਾ ਕਿ ਮੈਂ ਤੇ ਕੰਮਾਂ ਦੇ ਵਿੱਚ ਬਹੁਤ ਬਿਜ਼ੀ ਹਾਂ, ਮੈਂ ਤੇ ਜਾ ਨਹੀਂ ਸਕਦਾ। ਉਹਨੂੰ ਪਤਾ ਸੀਗਾ ਕਿ ਜੇ ਮੈਂ ਇੱਥੋਂ ਚਲੇ ਗਿਆ ਤੇ ਗੱਦੀ ਕਿਤੇ ਗੁਰੂ ਅਰਜਨ ਨੂੰ ਨਾ ਮਿਲ ਜਾਵੇ। ਫਿਰ ਪ੍ਰਿਥੀ ਚੰਦ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਦੂਜੇ ਬੇਟੇ ਨੂੰ ਪੁੱਛਿਆ, ਅਖੀਰ ਤੀਜੇ ਬੇਟੇ ਨੂੰ ਪੁੱਛਿਆ। ਜਦੋਂ ਤੀਜੇ ਬੇਟੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੁੱਛਿਆ, ਅਰਜਨ ਪਾਤਸ਼ਾਹ ਜੀ ਕਹਿਣ ਲੱਗੇ ਕਿ ਪਾਤਸ਼ਾਹ ਜੋ ਤੁਹਾਡਾ ਹੁਕਮ। ਸੱਚੇ ਪਾਤਸ਼ਾਹ ਕਹਿੰਦੇ ਜਿੰਨਾ ਚਿਰ ਮੈਂ ਹੁਕਮ ਨਹੀਂ ਕਰਾਂਗਾ ਤੁਸੀਂ ਵਾਪਸ ਨਹੀਂ ਆਓ। ਕਹਿੰਦੇ ਠੀਕ ਹੈ ਸੱਚ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਲਾਹੌਰ ਗਏ, ਲਾਹੌਰ ਦੇ ਵਿੱਚ ਜਾ ਕੇ ਉਸ ਵਿਆਹ ਦੇ ਵਿੱਚ ਸ਼ਾਮਲ ਹੋਏ। ਫਿਰ ਉੱਥੇ ਸੱਚੇ ਪਾਤਸ਼ਾਹ ਜੀ ਨੇ 3 ਚਿੱਠੀਆਂ ਲਿਖੀਆਂ। ਜਦੋਂ ਕਾਫੀ ਸਮਾਂ ਹੋ ਗਿਆ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਲੱਗਿਆ ਕਿ ਗੁਰੂ ਰਾਮਦਾਸ ਮਹਾਰਾਜ ਮੈਨੂੰ ਭੁੱਲ ਤੇ ਨਹੀਂ ਗਿਆ। ਫਿਰ ਸੱਚੇ ਪਾਤਸ਼ਾਹ ਨੇ ਚਿੱਠੀਆਂ ਲਿਖੀਆਂ, ਜਿਹਨੂੰ ਸ਼ਬਦ ਹਜ਼ਾਰੇ ਨਾਂ ਦੇ ਉੱਤੇ ਅਸੀਂ ਪੜ੍ਹਦੇ ਹਾਂ। ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਬਿਲਕ ਕਰੇ ਚਾਤਰਿਕ ਨਾਈ, ਤ੍ਰਿਖਣ ਉੱਤੇ ਸ਼ਾਤ ਨਾਵੇਂ ਬਿਨ ਦੇਖੇ ਗੁਰਦਰਬਾਰੀ। ਇਹ ਮਨ ਦੇ ਵਲਵਲੇ ਸਨ।
ਇਹ ਚਿੱਠੀਆਂ ਭੇਜੀਆਂ ਤੇ ਇਹ ਚਿੱਠੀਆਂ ਤਿੰਨੇ ਚਿੱਠੀਆਂ ਜਿਹੜੀਆਂ ਸਨ ਇਹ ਪ੍ਰਿਥੀ ਚੰਦ ਨੂੰ ਮਿਲਦੀਆਂ ਰਹੀਆਂ। ਉਹਨੇ ਚੰਦੂ ਨੇ 1 ਲੱਖ ਰੁਪਇਆ ਭੇਜਿਆ ਸੀਗਾ ਰਿਸ਼ਤਾ ਜੋੜਨ ਵਾਸਤੇ, ਕਿਵੇਂ ਆਰ 1 ਲੱਖ ਰੁਪਇਆ ਲੈ ਲਓ, ਮੈਨੂੰ ਮੇਰੀ ਗਲਤੀ ਮਾਫ ਕਰ ਦਿਓ ਤੇ ਮੇਰੀ ਰਿਸ਼ਤਾ ਕਰ ਲਓ। ਪਾਤਸ਼ਾਹ ਕਹਿੰਦੇ ਲਾਲਚ ਵਸ ਹੋ ਕੇ ਅਸੀਂ ਰਿਸ਼ਤਾ ਨਹੀਂ ਕਰਦੇ। ਫਿਰ ਵੀ ਦਾਤੇ ਨੇ ਰਿਸ਼ਤਾ ਨਹੀਂ ਸੀ ਲਿਆ। ਉਹਨੂੰ 1 ਲੱਖ ਦਾ ਵੀ ਗੁੱਸਾ ਕਿ 1 ਲੱਖ ਮੇਰਾ ਲਿਆ, ਜਿਹੜਾ ਮੈਂ ਭੇਜਿਆ ਪਰ ਲਿਆ ਨਹੀਂ। ਫਿਰ ਉਹਨੇ ਚੰਦੂ ਨੇ ਕੀ ਕੀਤਾ, 1 ਲੱਖ ਰੁਪਇਆ ਜਹਾਂਗੀਰ ਨੂੰ ਦੇ ਕੇ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਆਪਣੇ ਵੱਲ ਕੀਤਾ, ਆਪਣੇ ਹਿੱਸੇ 'ਚ ਲਿਆ, ਭਾਵ ਕਿ ਇਹਨੂੰ ਖਤਮ ਕਰ ਲਾ। ਜਦੋਂ ਕਿਉਂਕਿ ਇੱਧਰ ਜਹਾਂਗੀਰ ਨੇ ਕਹਿ ਦਿੱਤਾ ਸੀ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਦੁਕਾਨ ਬੰਦ ਕਰੋ, ਇਹਨੂੰ ਫੜ ਕੇ ਲਿਆਓ ਲਾਹੌਰ ਦੇ ਵਿੱਚ ਤੇ ਕਤਲ ਕੀਤਾ ਜਾਓ। ਜਾਸਾ ਕਾਨੂੰਨ ਲਾਗੂ ਹੋ ਗਿਆ। ਜਾਸਾ ਕਾਨੂੰਨ ਉਹ ਹੁੰਦਾ ਬੇਟਾ, ਸਾਰੇ ਮੈਂ ਬੱਚਿਆਂ ਨੂੰ ਕਹਿ ਰਿਹਾ, ਜਾਸਾ ਕਾਨੂੰਨ ਉਹ ਹੈ ਜਿਹਦੇ ਮੁਤਾਬਕ ਮਰਨ ਵਾਲੇ ਦਾ ਇੱਕ ਵੀ ਖੂਨ ਜਿਹੜਾ ਸੀ ਜ਼ਮੀਨ ਤੇ ਨਹੀਂ ਸੀ ਡਿੱਗਿਆ ਜਾਂਦਾ। ਉਹਨਾਂ ਨੂੰ ਇਸ ਗੱਲ ਦਾ ਡਰ ਸੀਗਾ ਕਿ ਜੇ ਇੱਕ ਵੀ ਕਤਰਾ ਜ਼ਮੀਨ ਤੇ ਡਿੱਗ ਪਿਆ ਤੇ ਪਤਾ ਨਹੀਂ ਇਹਦੇ ਵਿੱਚੋਂ ਹੋਰ ਕਿੰਨੇ ਅਰਜਨ ਪੈਦਾ ਹੋ ਜਾਣ। ਇਸ ਕਰਕੇ ਇੱਕ ਕਤਰਾ ਵੀ ਜ਼ਮੀਨ ਤੇ ਨਾ ਡਿੱਗੇ, ਇਹ ਜਾਸਾ ਕਾਨੂੰਨ ਹੁੰਦਾ ਸੀ। ਉਹਦੇ ਵਿੱਚ ਤਪਾਇਆ ਜਾਂਦਾ ਸੀ, ਸਿਰ 'ਚ ਰੇਤ ਪਾਈ ਜਾਂਦੀ ਸੀ, ਉਬਾਲਿਆ ਜਾਂਦਾ ਸੀ, ਅਖੀਰ ਰੋੜਿਆ ਜਾਂਦਾ ਸੀ। ਇਹ ਕਾਨੂੰਨ ਸੀਗਾ ਜਾਸਾ ਕਾਨੂੰਨ ਹੋ ਗਿਆ ਸ਼ੁਰੂ। ਤੇ ਮੈਂ ਕਿਉਂਕਿ ਸਮਾਂ ਸਿਰਫ 8 ਮਿੰਟ ਰਹਿ ਗਿਆ, ਮੈਂ ਇਹਦੇ ਵਿੱਚ ਖਤਮ ਕਰਨ ਦਾ ਯਤਨ ਕਰਾਂਗਾ। ਸੱਚੇ ਪਾਤਸ਼ਾਹ ਜਹਾਂਗੀਰ ਨੇ ਤਸੀਹੇ ਦੇਣੇ ਸ਼ੁਰੂ ਕੀਤੇ। ਗੁਰਦਿੱਤਾ ਪੜਭੁੰਜਾ ਮੰਗਾਇਆ ਗਿਆ, ਗੁਰਦਿੱਤੇ ਪੜਭੁੰਜੇ ਨੂੰ ਕਿਹਾ ਕਿ ਤੂੰ ਤੱਤੀ ਰੇਤ ਪਾਉਣੀ ਆ, ਤੱਤੀ ਰੇਤ ਵੀ ਕੀਤੀ, ਸਭ ਕੁਝ। ਜਦੋਂ ਸੱਚੇ ਪਾਤਸ਼ਾਹ ਤੱਤੀ ਪਹਿਲਾਂ ਦੇਗ 'ਚੋਂ ਪਾਲਿਆ ਗਿਆ, ਪਹਿਲੇ ਦਿਨ ਦੇਗ 'ਚੋਂ ਪਾਲਿਆ ਗਿਆ, ਫਿਰ ਅਗਲਾ ਦਿਨ ਸੀਗਾ ਕਿ ਦੇਗ ਦੇ ਵਿੱਚੋਂ ਬਾਅਦ ਅਗਲੇ ਦਿਨ ਮੁੜ ਕੇ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾ ਕੇ ਜਿਹੜੇ ਛਾਲੇ ਹੋਏ ਸਨ ਪਾਤਸ਼ਾਹ ਦੇ ਸਰੀਰ ਤੇ, ਉਹਦੇ ਤੱਤੀ ਰੇਤ ਪਾਈ ਗਈ। ਤੇ ਜਦੋਂ ਇਹ ਸਾਰੇ ਤੇ ਸੀਗੇ ਸਾਈਂ ਮੀਆਂ ਮੀਰ ਜੀ ਨੇ ਦੇਖੇ, ਕਿਉਂਕਿ ਮੀਆਂ ਮੀਰ ਜੀ ਗੁਰੂ ਸਾਹਿਬ ਦੇ ਭੌਰੇ ਨੇ, ਭੱਜੇ ਆਏ ਨੇ ਤੇ ਪਾਤਸ਼ਾਹ ਨੂੰ ਕਹਿੰਦੇ ਦਾਤਾ ਤੁਸੀਂ ਇੱਕ ਵਾਰੀ ਹੁਕਮ ਤਾਂ ਕਰੋ, ਮੈਂ ਦਿੱਲੀ ਦੀ ਇੱਟ ਨਾ ਇੱਟ ਖੜਕਾ ਦਾਂ। ਦਾਤਾ ਕਹਿੰਦੇ ਕਿ ਨਹੀਂ ਸਾਈਂ ਮੀਆਂ ਮੀਰ ਜੀ, ਇੱਥੇ ਸੱਚੇ ਪਾਤਸ਼ਾਹ ਤੀਰਾ ਕੀਆ ਮੀਠਾ ਲਾ ਕੇ ਹਰ ਨਾਮ ਪਦਾਰਥ ਨਾਨਕ ਮੰਨ। ਇੱਥੇ ਰੱਬ ਦਾ ਜੋ ਵੀ ਕੀਤਾ ਜਾ ਰਿਹਾ ਵਧੀਆ ਕੀਤਾ ਜਾ ਰਿਹਾ, ਅਸੀਂ ਮਿੱਠਾ ਕਰਕੇ ਮੰਨਦੇ। ਸਾਈਂ ਮੀਆਂ ਮੀਰ ਜੀ ਦੀ ਅੱਖਾਂ 'ਚ ਹੰਝੂ ਆਏ। ਸਾਈਂ ਮੀਆਂ ਮੀਰ ਜੀ ਨਮਸਕਾਰ ਕੀਤੀ। ਫਿਰ ਨਾ ਇੱਕ ਆਮ ਕਰਕੇ ਗੂਗਲ ਦੇ ਉੱਤੇ ਇੱਕ ਸਰਚ ਕਰੋਗੇ ਨਾ, ਸ਼ਬੀਲਾਂ ਦੇ ਨਾਲ ਸੰਬੰਧਿਤ, ਮੈਂ ਖਤਮ ਇੱਥੇ ਕਰ ਲਗਾ, ਸ਼ਬੀਲਾਂ ਦੇ ਨਾਲ ਸੰਬੰਧਿਤ ਇੱਕ ਗੱਲ ਕੀਤੀ ਜਾਂਦੀ ਹੈ। ਕਹਿੰਦੇ ਕਿ ਜਿਹੜਾ ਪ੍ਰਿਥੀ ਚੰਦ ਸੀ, ਵਾਹਿਗੁਰੂ ਜਿਹੜਾ ਸੀਗਾ ਚੰਦੂ ਦੀ ਕਹਿੰਦੇ ਨੌ ਸੀ, ਉਹ ਨੌ ਜਿਹੜੀ ਸੀ ਉਸ ਜਿੱਥੇ ਤਸੀਹੇ ਦਿੱਤੇ ਜਾ ਰਹੇ ਸਨ ਉੱਥੇ ਸ਼ਰਬਤ ਬਣਾ ਕੇ ਲੈ ਕੇ ਆਏ ਸੀ। ਇਹ ਗਲਤ ਇਨਫੋਰਮੇਸ਼ਨ ਹੈ ਜਿਹੜੀ ਮੈਂ ਤੁਹਾਡੇ ਸਾਹਮਣੇ ਰੱਖਾਂ। ਇਹ ਗਲਤ ਗੂਗਲ ਦੇ ਉੱਤੇ ਸ਼ਬੀਲ ਦਾ ਇਤਿਹਾਸ ਪੜਿਆ ਜਾਵੇ ਨਾ, ਸ਼ਬੀਲਾਂ ਦਾ ਇਤਿਹਾਸ, ਕਹਿੰਦੇ ਜੀ ਚੰਦੂ ਦੀ ਜਿਹੜੀ ਨੌ ਸੀ ਉਹ ਸ਼ਰਬਤ ਲੈ ਕੇ ਆਈ, ਦਾਤੇ ਨੂੰ ਦੇਣ ਲੱਗੇ ਤੇ ਦਾਤਾ ਕਹਿੰਦੇ ਕਿ ਅਸੀਂ ਤੇ ਹੁਣ ਇਹ ਛਕਣਾ ਨਹੀਂ, ਇੱਥੇ ਸ਼ਹਾਦਤ ਛਕਣੀ, ਅਸੀਂ ਇਹ ਜਲ ਨਹੀਂ ਛਕਦੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਲ ਜਿਹੜੀਆਂ ਸਾਡੀਆਂ ਸੰਗਤਾਂ ਛਕਣਗੀਆਂ। ਇਹਦਾ ਮਤਲਬ ਸ਼ਬੀਲ ਚੰਦੂ ਦੀ ਨੋ ਸ਼ੁਰੂ ਕਰਤੀ, ਬਿਲਕੁਲ ਗਲਤ ਹੈ ਇਹ, ਕਿਉਂਕਿ ਉਹਦੇ ਉੱਤੇ ਇੰਨੇ ਕੁ ਆਪਾਂ ਸ਼ੇਅਰ ਕਰ ਦਿੱਤੀ, ਉਹ ਅੱਜ ਤੱਕ ਉੱਥੇ ਗੱਲ ਪਈ ਹੋਈ ਹੈ ਗੂਗਲ ਦੇ ਉੱਤੇ ਕਿ ਚੰਦੂ ਦੀ ਜਿਹੜੀ ਨੋ ਸੀ ਉਹ ਲੈ ਕੇ ਆਏ ਸੀ, ਜਦ ਕਿ ਬਿਲਕੁਲ ਗਲਤ ਹੈ ਇਨਫੋਰਮੇਸ਼ਨ ਤੁਹਾਡੇ ਸਾਹਮਣੇ ਤਾਂ ਰੱਖੀ। ਇਹ ਕਿਉਂਕਿ ਗਰਮੀ ਦੇ ਦਿਨਾਂ ਦੇ ਵਿੱਚ ਸੱਚੇ ਪਾਤਸ਼ਾਹ 30 ਜੂਨ 1606 ਈਸਵੀ ਨੂੰ ਸ਼ਹਾਦਤ ਹੁੰਦੀ ਹੈ। ਗਰਮੀ ਦੇ ਦਿਨਾਂ ਵਿੱਚ ਜਿੱਥੇ ਪੂਰੀ ਗਰਮੀ ਵੀ ਵਰਦੀ ਹੈ, ਉੱਥੇ ਗੁਰੂ ਕਾ ਸਿੰਘ ਫਿਰ ਵੀ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਦੇ ਲੰਗਰ ਚਲਾਉਂਦਾ। ਇਹ ਗੁਰੂ ਨਾਨਕ ਦੇ ਘਰ ਦੀ ਵਿਲੱਖਣਤਾ ਆ। ਇੱਕ ਪਾਸੇ ਸਾਡੇ ਜ਼ੁਲਮ ਹੁੰਦਾ ਆ, ਦੂਜੇ ਪਾਸੇ ਅਸੀਂ ਪਾਣੀ ਦੇ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਦੇ ਲੰਗਰ ਲਾਉਂਦੇ, ਛਬੀਲਾਂ ਲਾਉਂਦੇ ਆ ਕਿ ਤੁਸੀਂ ਛਕ ਜਾਓ। ਸਾਡਾ ਗੁਰੂ ਤਤੀ ਤਵੀ ਤੇ ਬੈਠਾ, ਪਰ ਅਸੀਂ ਉਸੇ ਗੁਰੂ ਦੇ ਠੰਡੇ ਵਰਸਾਈ ਹੋਈ, ਅਸੀਂ ਤੁਹਾਨੂੰ ਠੰਡ ਵਰਤਾ ਰਹੇ ਹਾਂ, ਠੰਡ ਵਰਸਾ। ਗੁਰੂ ਅਰਜਨ ਸਾਹਿਬ ਮਹਾਰਾਜ ਦੇ ਬੜੇ ਤਸੀਹੇ ਹੋਏ ਜਦੋਂ ਦੂਜੇ ਦਿਨ ਉਹਨਾਂ ਦੇ ਤੱਤੀ ਰੇਤਾ ਪਾਈ ਗਈ, ਗੁਰਦਿੱਤੇ ਪੜਭੁੰਜੇ, ਗੁਰਦਿੱਤਾ ਪੜਭੁੰਜਾ ਜਿਹੜਾ ਸੀ ਤੱਤੀ ਰੇਤ ਪਾਉਂਦਾ ਪਾਉਂਦਾ ਖੜ ਗਿਆ। ਤੇ ਪਾਤਸ਼ਾਹ ਕਹਿਣਗੇ ਕੀ ਹੋਇਆ ਗੁਰਦਿੱਤੇ? ਕਹਿੰਦੇ ਦਾਤਾ ਅੱਜ ਤੁਹਾਡੇ ਅੰਦਰ ਦੀ ਜਿਹੜੀ ਠੰਡਕ ਸੀ ਨਾ ਉਹ ਮੈਂ ਮਹਿਸੂਸ ਕਰ ਲਈ। ਪਾਤਸ਼ਾਹ ਕਹਿੰਦੇ ਆਪਣੇ ਅੰਦਰ ਦਾ ਰੋਹ ਜਗਾ ਕੇ ਰੱਖੀ, ਤੇਰੇ ਕੋਲ ਅਜੇ ਬੜੀ ਵੱਡੀ ਸੇਵਾ ਲੈਣੀ ਹੈ ਜੀ। ਹੁਣ ਸੇਵਾ ਉਹ ਕਿਹੜੀ ਸੀਗੀ? ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਰਦਿੱਤੇ ਪੜਭੁੰਜੇ ਦੇ ਕੜਛੇ ਨਾਲ, ਜਿਸ ਕੜਛੇ ਨਾਲ ਰੇਤ ਪਾਈ ਉਹੀ ਕੜਛਾ ਚੰਦੂ ਦੇ ਸਿਰ ਵਿੱਚ ਵੱਜਣਾ ਤੇ ਚੰਦੂ ਨੇ ਮਰਨਾ। ਇਹ ਪਹਿਲਾਂ ਹੀ ਦਾਤੇ ਨੇ ਹਿੰਟ ਦੇ ਦਿੱਤਾ ਸੀ। ਫਿਰ ਪਾਤਸ਼ਾਹ ਜੀ ਨੂੰ ਤਤੀ ਦੇਵੀ ਤੇ ਬਿਠਾਇਆ ਗਿਆ, ਰੇਤਾ ਪਾਈ ਗਈ, ਥੱਲੇ ਅੱਗ ਮਚਾਈ ਗਈ। ਫਿਰ ਅਖੀਰ ਸੱਚੇ ਪਾਤਸ਼ਾਹ ਜੀ ਨੂੰ ਬੰਨ ਕੇ ਰਾਵੀ ਦਰਿਆ ਦੇ ਵਿੱਚ ਰੋੜਿਆ ਗਿਆ, ਜਦ ਕਿ ਇਹ ਪ੍ਰਚਲਿਤ ਕੀਤਾ ਕਿ ਪਾਤਸ਼ਾਹ ਕਹਿੰਦੇ ਕਿ ਹੁਣ ਮੈਂ ਇਸ਼ਨਾਨ ਕਰਨਾ ਹੈ। ਨਹੀਂ, ਇਹ ਬਿਲਕੁਲ ਗਲਤ ਹੈ, ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਆਪ ਮੌਤ ਮਰਨਾ, ਇਹਨੂੰ ਕਹਿੰਦੇ ਆਤਮ ਹੱਤਿਆ, ਆਤਮਾ ਦੀ ਹੱਤਿਆ ਕਰਨੀ, ਆਪਣੇ ਆਪ ਮਰਨਾ। ਪਰ ਜੇ ਕਿਸੇ ਨੂੰ ਮਾਰਿਆ ਜਾਂਦਾ ਉਹ ਸ਼ਹਾਦਤ ਹੈ। ਸ਼ਹਾਦਤ ਨੂੰ ਬੜਾ ਛੋਟਾ ਕੀਤਾ ਜਾਂਦਾ ਜਦੋਂ ਅਸੀਂ ਇਹ ਕਹਿ ਦਿੰਦੇ ਹਾਂ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇੱਛਾ ਜ਼ਾਹਰ ਕੀਤੀ ਕਿ ਮੈਂ
ਹੁਣ ਇਸ਼ਨਾਨ ਕਰਨਾ, ਉਹ ਵੀ ਰਾਵੀ ਦਰਿਆ ਦੇ ਉੱਤੇ ਜਾ ਕੇ। ਤੇ ਰਾਵੀ ਦਰਿਆ ਦੇ ਉੱਤੇ ਪਾਤਸ਼ਾਹ ਇਸ਼ਨਾਨ ਕਰਨ ਗਿਆ ਤੇ ਮੁੜ ਕੇ ਪੌੜੀ, ਬਿਲਕੁਲ ਨਹੀਂ। ਰਾਵੀ ਦਰਿਆ ਦੇ ਵਿੱਚ ਪਾਤਸ਼ਾਹ ਜੀ ਨੂੰ ਬੰਨ ਕੇ ਧੱਕਾ ਦਿੱਤਾ ਗਿਆ ਤੇ ਰਾਵੀ ਦਰਿਆ ਦੇ ਵਿੱਚ ਰੁੜ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ 30 ਜੂਨ 1606 ਈਸਵੀ ਨੂੰ ਪਾਤਸ਼ਾਹ ਦੀ ਸ਼ਹਾਦਤ ਹੋਈ। ਇਸੀ ਪਾਤਸ਼ਾਹ ਦੀ ਸ਼ਹਾਦਤ ਦਾ ਜਿਹੜਾ ਸਿਲਸਿਲਾ ਮੈਂ ਤੁਹਾਡੇ ਨਾਲ ਜਿਹੜਾ ਸ਼ਹਾਦਤ ਦਾ ਪ੍ਰਕਰਨ ਸੀ ਮੈਂ ਤੁਹਾਡੇ ਨਾਲ ਸਾਂਝਾ ਕੀਤਾ। ਮਾਲਕ ਕਿਰਪਾ ਕਰਨ, ਸੱਚੇ ਪਾਤਸ਼ਾਹ ਆਪ ਅਗਨੀ ਦੇ ਉੱਤੇ ਅੱਗ ਤੇ ਬਹਿ ਕੇ, ਤੱਤੀ ਤਵੀ ਤੇ ਬਹਿ ਕੇ ਸਾਨੂੰ ਠੰਡਕ ਦਾ ਜਿਹੜਾ ਆ ਉਹ ਠੰਡ ਵਰਸਾਉਣ ਦਾ ਜਿਹੜਾ ਆ ਸੁਨੇਹਾ ਦੇ ਕੇ ਕਹੇ ਕਿ ਅਸੀਂ ਵੀ ਭਾਵੇਂ ਬਾਹਰੋਂ ਜਿੰਨੇ ਮਰਜ਼ੀ ਤਪਾਏ ਹੋਈਏ, ਅੰਦਰੋਂ ਠੰਡ ਵਰਤਣੀ ਹੈ, ਅੰਦਰੋਂ ਕਦੀ ਵੀ ਗਰਮ ਨਹੀਂ ਹੋਣਾ। ਹਾਂ, ਸਿੱਖ ਜਦੋਂ ਗਰਮ ਹੁੰਦਾ ਆ ਫਿਰ ਹੱਥ ਵਿੱਚ ਸ਼ਮਸ਼ੀਰ ਫੜ ਕੇ ਉਸ ਕਿੰਨਾ ਗਰਮ ਹੋਏਗਾ, ਕਿਹੜੀ ਵੱਡੀ ਜਦੋਂ ਸਿਰ ਦੇ ਉੱਤੋਂ ਦੀ ਪਾਣੀ ਲੰਘ ਜਾਵੇ। ਹੁਣ ਪਤਾ ਕਿ ਸਾਡੀਆਂ ਪਹਿਲਾਂ ਜ਼ਮੀਨਾਂ ਦੇ ਉੱਤੇ ਨਿੱਕੇ ਨਿੱਕੇ ਕਬਜ਼ੇ ਹੋ ਰਹੇ ਸਨ, ਕਿਉਂਕਿ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਹੁਣ ਸਾਡੀ ਮਾਂ ਨੂੰ, ਭਾਵ ਸਾਡੀ ਜ਼ਮੀਨ ਨੂੰ ਹੱਥ ਪਾਇਆ ਜਾ ਰਿਹਾ। ਹੁਣ ਹੱਥ ਵਿੱਚ ਆਪਣੇ ਹੱਕ ਲੈਣ ਲਈ ਸਾਨੂੰ ਬਾਰਡਰ ਮਲਣੀ ਹੀ ਪੈਣਗੇ। ਸੋ ਇਹ ਸੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਅੱਜ ਮੈਂ ਸਾਂਝੀ ਕੀਤੀ। ਜੇ ਕਿਸੇ ਦਾ ਕੋਈ ਸਵਾਲ ਹੋਵੇ ਤੇ 3 ਮਿੰਟ ਹੈਗੇ, ਤੁਸੀਂ ਸਵਾਲ ਕਰ ਸਕਦੇ ਹੋ। ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬ ਐਜੂਕੇਸ਼ਨ ਪੰਜਾਬ ਪ੍ਰੋਜੈਕਟ ਵਾਲੇ ਵੀਰਾਂ ਦਾ, ਸਾਰਿਆਂ ਦਾ, ਜਿਨ੍ਹਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਜਿਹੜਾ ਕੰਮ ਕਰ ਰਹੇ ਨੇ। ਪਰ ਬੱਚਿਆਂ ਨੂੰ ਬਾਰ-ਬਾਰ ਬੇਨਤੀ ਕਰਾਂਗਾ, ਫਿਰ ਸੁਹਿਰਦ ਹੋ ਕੇ, ਠੀਕ ਹੈ, ਐਵੇਂ ਨਹੀਂ ਕਿ ਇਹਨੂੰ ਸੁਹਿਰਦ ਹੋਣਾ ਨਹੀਂ, ਸੁਹਿਰਦ ਹੋ ਕੇ ਜਿਹੜੇ ਆ ਇਸ ਕਲਾਸ ਨੂੰ ਅਟੈਂਡ ਕਰਿਆ ਕਰੋ। ਇਹਨੂੰ ਸਮਝਿਆ ਕਰੋ ਕਿ ਵਾਕਈ ਹੀ ਇਹ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਮੈਂ ਕਿਸੇ ਵੀ ਹਾਲ 'ਚ ਬੈਠਾ ਹਾਂ, ਪਰ ਕੈਮਰਾ ਔਨ ਕਰਕੇ ਬੈਠਾ। ਬੜੇ ਸਾਡੇ ਭਾਈ ਰਣਜੀਤ ਸਿੰਘ ਜੀ ਵੀ ਕੈਮਰੇ ਸਾਹਮਣੇ ਬੈਠੇ ਆ, ਮੈਂ ਹੁਣੇ ਵੇਖ ਲਿਆ ਅੱਗੇ ਕਰਕੇ, ਉਹ ਵੀ ਦੇਖ ਰਹੇ। ਸੋ ਬਹੁਤ ਬਹੁਤ ਵਧੀਆ ਸਾਰਿਆਂ ਦਾ ਲੱਗਿਆ ਮੈਨੂੰ। ਜਸਵੀਰ ਸਿੰਘ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਮੈਨੂੰ ਫਿਰ ਇਸ ਨਾ ਚੀਜ਼ ਨੂੰ ਸਮਾਂ ਦੇ ਕੇ ਨਵਾਜਿਆ। ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਬਹੁਤ ਬਹੁਤ ਧੰਨਵਾਦ ਜੀ, ਜੋ ਆਪ ਜੀ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਨੂੰ ਅੱਜ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੇ ਬਾਰੇ ਵਿਸਥਾਰ ਦੇ ਨਾਲ ਦੱਸਿਆ। ਐਜੂਕੇਟ ਪੰਜਾਬ ਪ੍ਰੋਜੈਕਟ ਦੀ ਸਮੂਹ ਟੀਮ ਵੱਲੋਂ ਤੇ ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ ਵੱਲੋਂ ਭਾਈ ਅਮਰ ਸਿੰਘ ਜੀ ਦਾ ਬਹੁਤ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਸੀ ਕਿ ਹਰ ਵਾਰੀ ਤੁਸੀਂ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਤੁਸੀਂ ਬੱਚਿਆਂ ਨਾਲ ਰੂਬਰੂ ਹੁੰਦੇ ਹੋ ਤੇ ਬਹੁਤ ਵਧੀਆ ਢੰਗ ਨਾਲ ਸਮਝਾਉਂਦੇ ਹੋ। ਔਰ ਅੱਜ ਜਿਹੜੀ ਤੁਸੀਂ ਬੜੀ ਪਿਆਰੀ ਗੱਲ ਕੀਤੀ ਕਿ ਜ਼ਰੂਰੀ ਹੈ ਕਿ ਅਸੀਂ ਸਾਰੇ ਕੈਮਰਾ ਔਨ ਕਰਕੇ ਬੈਠੀਏ, ਇਹਦੇ ਨਾਲ ਜਿਹੜੀ ਬੱਚੇ ਹੋਰ ਥੋੜੇ ਅਟੈਂਟਿਵ ਹੁੰਦੇ ਨੇ ਤੇ ਨੋਟਸ ਹੋਰ ਵਧੀਆ ਬਣਾਉਂਦੇ ਨੇ। ਸੋ ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ। ਆਪ ਜੀ ਬੜੇ ਪ੍ਰੇਮ ਦੇ ਨਾਲ, ਬੜੇ ਉਤਸ਼ਾਹ ਦੇ ਨਾਲ ਵਿਦਿਆਰਥੀਆਂ ਨੂੰ ਹਰ ਗੱਲ ਨੂੰ ਚੰਗੇ ਤਰੀਕੇ ਨਾਲ ਉਹਨਾਂ ਦੇ ਲੈਵਲ ਤੇ ਜਾ ਕੇ ਸਮਝਾਉਂਦੇ ਹੋ। ਤੇ ਸਰਦਾਰ ਜਸਵਿੰਦਰ ਸਿੰਘ ਜੀ ਵੱਲੋਂ ਖਾਸ ਤੌਰ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਸੋ ਅਸੀਂ ਧੰਨਵਾਦ ਜੀ, ਬਹੁਤ ਧੰਨਵਾਦ। ਤੁਸੀਂ ਮੈਨੂੰ ਇੰਨਾ ਸਮਾਂ ਦੇ ਦਿੰਦੇ, ਮੈਨੂੰ ਇੰਨਾ ਹੀ ਮੈਂ ਸੋਚਦਾ ਕਿ ਮੈਂ ਹਵਾ 'ਚ ਉੱਡ ਰਿਹਾ ਬਹੁਤ ਜ਼ਿਆਦਾ। ਮੈਨੂੰ ਬਹੁਤ ਬਹੁਤ ਧੰਨਵਾਦ ਹੈ ਕਿ ਐਜੂਕੇਸ਼ਨ ਪੰਜਾਬ ਪ੍ਰੋਜੈਕਟ ਤੋਂ ਕਾਲ ਆਉਂਦੀ ਹੈ ਤਾਂ ਮਤਲਬ ਮੈਂ ਆਪਣੇ ਨੂੰ ਬੜਾ ਸੁਭਾਗਾ ਸਮਝਦਾ ਕਿ ਇਸ ਕੀੜੇ ਨੂੰ ਯਾਦ ਕਰ ਲੈਂਦੇ ਕੋਈ ਮਾੜਾ ਮੋਟਾ ਮੈਂ ਚਲੋ ਸਾਹਮਣੇ ਆਪਣੀ ਗੱਲਾਂ ਤੁਹਾਡੇ ਨਾਲ ਰੱਖ ਦੇਣਾ ਜੀ। ਬਹੁਤ ਧੰਨਵਾਦ ਵੀਰ ਜੀ। ਅਸੀਂ 1-2 ਹੈਂਡ ਰੇਜ਼ ਲਵਾਂਗੇ ਜੀ। ਹਾਂਜੀ, ਮੈਂ ਇੰਚਾਰਜ ਜਿਹੜੇ ਹੈਗੇ ਨੇ ਅੱਜ ਤੇ ਉਹਨਾਂ ਨੂੰ ਬੇਨਤੀ ਕਰਾਂਗੀ ਕਿ ਉਹ 1-2 ਹੈਂਡ ਰੇਜ਼ ਲੈਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਹਰਗੋਬਿੰਦ ਸਾਹਿਬ ਜੀ ਦਾ ਰਿਸ਼ਤਾ ਕਿਹਨਾਂ ਨਾਲ ਹੋਇਆ ਸੀ? ਮਾਤਾ ਦਮੋਦਰੀ ਜੀ ਨਾਲ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ। ਸਾਰੇ ਸਟੂਡੈਂਟਸ ਨੂੰ ਇੱਕ ਬੇਨਤੀ ਹੈ ਕਿ ਜਿਹੜਾ ਅੱਜ ਦਾ ਸੈਸ਼ਨ ਹੈ ਇਹ YouTube ਤੇ ਵੀ ਪਿਆ ਹੋਏਗਾ। ਸੋ ਲਿੰਕ ਤੁਹਾਡੇ ਸਾਰਿਆਂ ਨਾਲ ਜਿਹੜਾ ਉਹ ਸ਼ੇਅਰ ਕੀਤਾ ਗਿਆ ਹੈ। ਜ਼ਰੂਰ ਆਪਣੇ ਪੇਰੈਂਟਸ ਨੂੰ ਵੀ ਦੱਸਿਏ, ਕੱਲ ਸ਼ਹੀਦੀ ਪੁਰਬ ਹੈ, ਸਾਨੂੰ ਸਾਰਿਆਂ ਨੂੰ ਇਤਿਹਾਸ ਜ਼ਰੂਰ ਪਤਾ ਹੋਣਾ ਚਾਹੀਦਾ ਜੀ। ਹਾਂਜੀ, ਨੈਕਸਟ ਜੀ ਨਿਹਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮੇਰਾ ਇਹ ਸਵਾਲ ਸੀ ਜਿਹੜਾ ਤੁਸੀਂ ਕਿਹਾ ਸੀਗਾ ਵੀ ਜਿਹੜੇ ਲੋਕ ਲਾਲਾਂ ਵਾਲੇ ਪੀਰ ਦੀ ਆਰਾਧਨਾ ਕਰਦੇ ਆ, ਹਨਾ ਜੀ, ਅਸੀਂ ਜਦੋਂ ਮਤਲਬ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਏਦਾਂ ਕਹਿੰਦੇ ਹੈਗੇ ਵੀ ਜਿਹੜੇ ਉਹਨਾਂ ਦੇ ਵੱਡੇ ਸੀਗੇ ਉਹਨਾਂ ਨੇ ਮਤਲਬ ਵੀ ਜਦੋਂ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਉਹਨਾਂ ਦੇ ਵਾਸਤੇ ਹਾਂ ਦਾ ਨਾਰਾ ਮਾਰਿਆ ਸੀਗਾ, ਤੇ ਫਿਰ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਸਮਝਾ ਸਕਦੇ ਹਾਂ ਜੀ? ਦੇਖੋ ਜੀ, ਮੈਂ ਫਿਰ ਕਹਾਂ ਕਿ ਅੱਜ ਅਸੀਂ ਵੀ ਮਲੇਰਕੋਟਲੇ ਦੇ ਵਿੱਚ ਗੁਰਦੁਆਰਾ ਹਾ ਦਾ ਨਾਰਾ ਹੈ, ਅਸੀਂ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਹਾਂ, ਦਿਲ 'ਚ ਸਮਾ ਕੇ ਬੈਠੇ ਹਾਂ। ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਅਸੀਂ ਉਹਨਾਂ ਦੇ ਨਾਂ ਦੇ ਉੱਤੇ ਗੁਰਦੁਆਰੇ ਬਣਾਏ। ਮਲੇਰਕੋਟਲੇ ਨਵਾਬ ਦੇ ਨਾਂ ਦੇ ਉੱਤੇ ਗੁਰਦੁਆਰਾ ਹੈ, ਗੁਰਦੁਆਰਾ ਹਾ ਦਾ ਨਾਰਾ, ਕਿ ਜਿਨ੍ਹਾਂ ਨੇ ਹੱਕ ਵਿੱਚ ਆਵਾਜ਼ ਉਠਾਈ ਹੈ। ਗੁਰੂ ਨਾਨਕ ਦਾ ਘਰ ਤੇ ਸਭ ਲਈ ਸਾਂਝਾ ਹੈ, ਪਰ ਅਸੀਂ ਉਹਨਾਂ ਨੇ ਕਹਿਣਾ ਕਿ ਤੁਸੀਂ ਦੱਸੋ ਕਿ ਜਿਹੜਾ ਲਾਲਾਂ ਵਾਲਾ ਹੈ ਉਹ ਜੰਮਿਆ ਕਦੋਂ, ਮਰਿਆ ਕਦੋਂ, ਕੀ ਕੀਤਾ ਉਹਨੇ, ਪੁੰਨ ਦਾ ਕੰਮ ਕਿਹੜਾ ਕੀਤਾ, ਸਮਾਜ ਭਲਾਈ ਲਈ ਕਿਹੜਾ ਕੰਮ ਕੀਤਾ।
ਐਟਲੀਸਟ ਤੁਹਾਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਨਾ ਕਿ ਜਿਹਦੇ ਨਾਲ ਤੁਸੀਂ ਜੁੜੇ ਹੋ। ਹੁਣ ਇੱਕ ਮੈਂ ਛੋਟੀ ਜੀ ਗੱਲ ਕਰਨ ਲੱਗਾ, ਐਜੂਕੇਸ਼ਨ ਪੰਜਾਬ ਪ੍ਰੋਜੈਕਟ ਨਾਲ ਜੁੜੇ ਹੋ, ਤੁਹਾਨੂੰ ਪਤਾ ਹੈ ਕਦੋਂ ਜੰਮੀ ਹੈ, ਕੀ ਕਰ ਰਹੀ ਹੈ, ਭਲੇ ਦੀ ਕੰਮ ਕਰ ਰਹੀ ਹੈ, ਕਿਸ ਤਰ੍ਹਾਂ ਦੇ ਕਰ ਰਿਹਾ, ਕੌਣ ਕੌਣ ਇਹਦੇ ਨਾਲ ਜੁੜਿਆ, ਸਾਰਾ ਆਪਾਂ ਨੂੰ ਪਤਾ ਨਾ ਕਿ ਅੱਖਾਂ ਬੰਦ ਕਰਕੇ ਜੁੜ ਗਏ ਜੀ ਐਜੂਕੇਸ਼ਨ ਪੰਜਾਬ ਨਾਲ, ਪਰ ਆਪਾਂ ਨੂੰ ਪਤਾ ਹੈ ਕਿ ਪਿੱਛੇ ਕੰਮ ਕੌਣ ਕਰ ਰਿਹਾ। ਹਾਂਜੀ ਜਦੋਂ ਪਤਾ ਹੀ ਨਹੀਂ ਕਿ ਲਾਲਾਂ ਵਾਲਾ ਜੰਮਿਆ ਕਦੋਂ, ਮਰਿਆ ਕਦੋਂ, ਠੀਕ ਹੈ, ਉਹਨੇ ਭਲਾਈ ਦੀ ਕੰਮ ਕੀ ਕੀਤਾ, ਲੋਕਾਂ ਲਈ ਸਹੂਲਤ ਕੀ ਮਿਲ ਰਹੀ ਹੈ, ਉੱਥੋਂ ਸਿੱਖਿਆ ਕੀ ਮਿਲ ਰਹੀ ਹੈ। ਕਲਾ ਦੇ ਤੀਵੀ ਚ ਤੇਲ ਪਾਉਣ ਦਾ ਕੰਮ ਹੋੜਾ ਬਣ ਜਾਂਦਾ। ਹੁਣ ਮੈਂ ਛੋਟੀ ਜਿਹੀ ਐਗਜ਼ਾਮਪਲ ਦੇਣਾ, ਕਿਸੇ ਬੱਚੇ ਨੂੰ ਆਪਾਂ ਕਹੀਏ ਕਿ ਤੂੰ PhD ਕਰਨੀ ਹੈ ਤੇ PhD ਕਿਤਾਬਾਂ ਸਾਹਮਣੇ ਰੱਖ ਕੇ ਤੇ ਦੀਵਾ ਜਗਾ ਕੇ ਉੱਤੇ ਤੇਲ ਪਾ ਕੇ ਕਰ ਲੂਗਾ? ਨਹੀਂ ਉਹਨੂੰ ਪੜ੍ਹਨਾ ਪਏਗਾ। ਇਸ ਕਰਕੇ ਸਟੱਡੀ ਮਸਟ ਆ, ਬਿਨਾਂ ਸਟੱਡੀ ਤੋਂ ਕੁਛ ਨਹੀਂ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਟੱਡੀ ਬਿਲਕੁਲ ਮਸਟ ਆ। ਬਾਕੀ ਕਿਸੇ ਕੋਲ ਵੀ ਏਡਾ ਇਵੇਂ ਦਾ ਗ੍ਰੰਥ ਨਹੀਂ ਹੈਗਾ ਜਿਹੜਾ ਸਾਡੇ ਕੋਲ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਬੇਟਾ ਕਿਉਂਕਿ ਹੈਂਡ ਰੇਸ ਕਾਫੀ ਹੈਗੇ ਨੇ ਜੀ, ਆਪ ਦੀ ਕੋਈ ਹੋ ਗਿਆ ਆਪਾਂ ਤਾਂ ਹੀ ਅੱਗੇ ਲਈਏ, ਨਹੀਂ ਤਾਂ ਆਪਾਂ ਸਮਾਪਤੀ ਕਰ ਸਕਦੇ ਜੀ ਜੀ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੁਸੀਂ ਲੈ ਸਕਦੇ ਕੋਈ ਗੱਲ ਨਹੀਂ। ਕੀ ਹੋਰ ਵਿਦਿਆਰਥੀਆਂ ਦੇ ਹੈਂਡ ਰੇਸ ਜਿਹੜੇ ਕੁਐਸਚਨਸ ਉਹ ਲਵਾਂਗੇ। ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਜੀ ਸਾਰੇ ਵਿਦਿਆਰਥੀਆਂ ਨੂੰ ਕਿ ਅਸੀਂ ਇੱਕ ਲਿੰਕ ਜਿਹੜਾ ਅੱਜ ਗਰੁੱਪ ਦੇ ਵਿੱਚ ਸ਼ੇਅਰ ਕਰਾਂਗੇ। ਕੱਲ ਸਾਰਿਆਂ ਨੂੰ ਛੁੱਟੀ ਹੈ ਜੀ ਸਕੂਲ ਦੇ ਵਿੱਚ, ਸੋ ਕੱਲ ਇੱਕ ਐਕਸਟਰਾ ਵਰਕ ਤੁਸੀਂ ਕਰਨਾ ਹੈ ਕਿ ਡਾਕਟਰ ਬ੍ਰਿਜਪਾਲ ਸਿੰਘ ਜੀ ਦਾ ਇੱਕ ਸੈਸ਼ਨ ਜੋ ਕਿ ਅੱਜ 4 ਤੋਂ 5 ਸੀ ਕਿਸੇ ਹੋਰ ਸੰਸਥਾ ਵੱਲੋਂ, ਤੇ ਉਹਦਾ ਜਿਹੜਾ ਲਿੰਕ ਹੈ ਅਸੀਂ ਅੱਜ ਨੂੰ ਸ਼ੇਅਰ ਕਰਾਂਗੇ, ਕਿਉਂਕਿ ਸਿੱਖੋ ਅਸੀਂ ਸਭ ਪਾਸੋਂ ਹੈ, ਜਿੱਥੋਂ ਸਿੱਖਣ ਨੂੰ ਮਿਲੇ ਉੱਥੋਂ ਸਿੱਖੀਏ ਜੀ। ਸੋ ਜ਼ਰੂਰ ਤੁਹਾਨੂੰ ਭੇਜਾਂਗੇ। ਕੱਲ ਗੁਰਦੁਆਰਾ ਸਾਹਿਬ ਤੋਂ ਫ੍ਰੀ ਹੋ ਕੇ ਸਾਰਿਆਂ ਨੇ ਉਹ ਵਾਲਾ ਲਿੰਕ ਦੇਖ ਕੇ ਉਹਦਾ ਵੀ ਫੀਡਬੈਕ ਭੇਜਣਾ, ਤੇ ਕੱਲ ਸ਼ਾਮ ਨੂੰ 4 ਤੋਂ 5 ਦਾ ਕੈਂਪ ਵੀ ਅਟੈਂਡ ਕਰਨਾ ਜੀ। ਸੋ ਹਾਂਜੀ, ਨੈਕਸਟ ਕੁਐਸਚਨ 13505। ਹਾਂਜੀ, ਇੰਚਾਰਜ ਅੱਗੇ ਸੰਭਾਲਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਮੇਰਾ ਇਹ ਕੁਐਸਚਨ ਸੀਗਾ, ਜਿਹੜੀ ਗੁਰੂ ਜੀ ਸਾਹਿਬ ਜੀ ਨੇ ਚਿੱਠੀਆਂ ਲਿਖੀਆਂ ਸੀ, ਉਹਨਾਂ ਵਿੱਚ ਚਿੱਠੀਆਂ ਵਿੱਚ ਕੀ ਲਿਖਿਆ ਹੋਇਆ ਸੀ ਜੀ? ਜੀ, ਇੱਕ ਤੇ ਨਾ ਸਰ ਨਾ ਕਿਹਾ ਕਰੋ, ਮੈਂ ਕਿ ਬੜੀ ਵਾਰੀ ਕਿਹਾ ਕਿ ਵੀਰ ਕਿਹਾ ਕਰੋ, ਕਿਉਂਕਿ ਆਪਾਂ ਸਾਰੇ ਭੈਣ ਭਰਾ ਆ ਨਾ, ਤੇ ਜੇ ਮੈਂ ਵੱਡਾ ਸਾਰਿਆਂ ਤੋਂ ਮੈਨੂੰ ਵੀਰ ਜੀ ਕਹਿ ਸਕਦੇ ਤੁਸੀਂ। ਵੀਰ ਜੀ ਕਹਿ ਕਰੋ, ਸਾਨੂੰ ਮੈਨੂੰ ਐ ਲੱਗਦਾ ਕਿ ਮੈਨੂੰ ਆਪਣਾਪਣ ਹੈ ਨਾ, ਮੈਂ ਆਪਣੇ ਭੈਣ ਭਰਾਵਾਂ ਚ ਬੈਠਾ, ਉਹ ਸਾਰਾ ਵਾਲਾ ਐ ਲੱਗਦਾ ਕੰਮ ਜੇ ਮੈਂ ਆਪਣੀ ਕਲਾਸ ਬੈਠਾ। ਸੋ ਵੀਰ ਕਿਹਾ ਕਰੋ, ਠੀਕ ਹੈ। ਹਾਂਜੀ, ਮੈਂ ਪਹਿਲਾਂ ਵੀ ਦੱਸਿਆ ਸੀਗਾ ਬੇਟਾ ਭੈਣ ਮੇਰੀਏ ਕਿ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਹਜ਼ਾਰੇ ਨਾਂ ਦੀ ਇੱਕ ਬਾਣੀ ਆਪਾਂ ਪੜ੍ਹਦੇ ਹਾਂ, ਮੇਰਾ ਮਨ ਲੋਚੇ ਗੁਰਦਰਸ਼ਨ ਪਾਈ ਦਿਲ ਕਰੇ, ਇਹ ਪੂਰੇ 4 ਸ਼ਬਦ ਆ। ਤੁਸੀਂ ਪੜ੍ਹੋਗੇ ਨਾ ਗੁਰੂ ਗ੍ਰੰਥ ਸਾਹਿਬ ਵਿੱਚ, ਜਦੋਂ ਆਪਾਂ ਜਾਂ ਕਿਸੇ ਗੁਟਕੇ ਦੇ ਵਿੱਚੋਂ ਤੁਹਾਨੂੰ ਇਹ ਸ਼ਬਦ ਮਿਲ ਜਾਣਗੇ ਸਾਰੇ, ਤੇ ਇਹ ਸ਼ਬਦ ਸਨ ਮੇਰਾ ਮਨ ਲੋਚੇ। ਉਹ ਬਾਣੀ ਦੇ ਸ਼ਬਦਾਂ ਦੇ ਵਿੱਚ ਗੱਲ ਆਪਣੀ ਪਹੁੰਚਾਈ ਸੀ, ਦਾਤਾ ਮੇਰਾ ਮਨ ਜਿਹੜਾ ਆ ਤੇਰੇ ਦਰਸ਼ਨਾਂ ਦੀ ਲਾਲਸਾ ਮੰਗ ਰਿਹਾ, ਬਿਲਕ ਕਰੇ ਇੱਕ ਵੀ ਵਿਲਮ ਨਹੀਂ ਕਰਾਂ, ਚਾਤਰਿਕ ਨਹੀਂ, ਜਿਵੇਂ ਚਾਤਰਿਕ ਸਵਾਂਤੀ ਬੂੰਦ ਲਈ ਤਰਸਦਾ ਨਾ, ਇਵੇਂ ਮੈਂ ਤਰਸਣਾ। ਤ੍ਰਿਖਾ ਨਾ ਹੋਵੇ, ਸ਼ਾਂਤ ਨਾ ਹੋਵੇ, ਬਿਨ ਦੇਖੇ ਗੁਰੂ ਦਰਬਾਰ, ਮੈਨੂੰ ਦੇਖਣ, ਮੈਨੂੰ ਅੰਦਰ ਠੰਡ ਨਹੀਂ ਪੈ ਰਹੀ ਜਿੰਨਾ ਚਿਰ ਮੈਂ ਤੈਨੂੰ ਵੇਖਾਂ ਨਾ। ਇਹ ਸ਼ਬਦ ਸਨ ਦਾਤੇ, ਉਹ 4 ਸ਼ਬਦ ਆ, ਤੁਸੀਂ ਪੜ੍ਹ ਸਕਦੇ ਜੀ। ਓਕੇ ਵੀਰ ਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ। ਉਸ ਤੋਂ ਬਾਅਦ ਹਾਂਜੀ 11165 ਸੁਖਮਨਪ੍ਰੀਤ ਕੌਰ ਜੀ। ਸਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਜਿਨ੍ਹਾਂ ਨੇ ਗੁਰੂ ਜੀ ਨੂੰ ਸ਼ਹੀਦ ਕੀਤਾ ਸੀ, ਉਹਨਾਂ ਦਾ ਨਾਮ ਕੀ ਸੀ? ਤੁਸੀਂ ਆਪਣਾ ਪਹਿਲਾਂ ਮੂੰਹ ਖਾਓਗੇ ਮੈਨੂੰ? ਕੈਮਰਾ ਨਹੀਂ ਆਉਣ ਤੁਹਾਡਾ, ਕੈਮਰਾ ਬੰਦ ਕੀਤਾ? ਚਲੋ ਖੈਰ, ਜਿਨ੍ਹਾਂ ਨੇ ਸ਼ਹੀਦ ਕੀਤਾ ਸੀਗਾ ਉਹਦਾ ਨਾਂ ਮੈਂ ਅੱਗੇ ਵੀ ਦੱਸਿਆ ਕਿ ਸ਼ਹੀਦ ਕਰਨ ਦੇ ਵਿੱਚ ਬੜਿਆਂ ਜ਼ਿਆਦਿਆਂ ਦਾ ਸਹਿਯੋਗ ਸੀਗਾ। ਬੜਿਆਂ ਨੇ ਆਪਣੀ ਜਿਹੜਾ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰਨ ਦੇ ਵਿੱਚ ਕਾਰਨ ਬਣੀ ਸੀ, ਤੇ ਅਖੀਰ ਦੇ ਵਿੱਚ ਚੰਦੂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਸੀਗਾ। ਤੇ ਚੰਦੂ ਦੇ ਨਾਲ ਗੁਰਦਿੱਤਾ ਪੜਪੂੰਜਾ ਜਿਹਨੇ ਉੱਤੇ ਰੇਤ ਪਾਈ ਸੀਗੀ। ਇਸ ਤਰ੍ਹਾਂ ਬਹੁਤ ਜ਼ਿਆਦਾ ਕਾਰਨ ਨੇ ਜਿਹੜੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕਰਨ ਦੇ ਵਿੱਚ ਸਹਾਇਕ ਬਣਦੇ। 11930 ਅਲਕਲਾ ਕੋਮਲਪ੍ਰੀਤ ਕੌਰ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਵੀਰ ਜੀ ਮੇਰਾ ਕੁਐਸਚਨ ਹੈ ਜੀ, ਜਿਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੌੜੀ ਰਾਗ ਵਿੱਚ ਜੀ ਸ਼ਬਦ ਆਉਂਦੇ ਆ ਜੀ, ਸ਼ਬਦ ਆਉਂਦੇ ਜੀ ਗੌੜੀ 12ਵਾਂ ਦੇ ਸਿਰਲੇਖ ਸ਼ਬਦ ਆਉਂਦੇ ਆ, ਗੌੜੀ 12ਵਾਂ, ਗੌੜੀ 13ਵਾਂ ਜੀ। ਤਾਂ ਉਸ ਜੀ ਗੌੜੀ 12ਵਾਂ, ਗੌੜੀ 13ਵਾਂ ਦਾ ਕੀ ਅਰਥ ਹੈ ਜੀ? ਇਹਦਾ ਥੋੜਾ ਨਾ ਹੈਗਾ ਆਨਸਰ ਤੇ ਹੈਗਾ, ਮੈਂ ਦੇ ਵੀ ਦਵਾਂਗਾ, ਪਰ ਥੋੜਾ ਜਿਹਾ ਲੰਬਾ ਹੈ ਆਨਸਰ, ਕਿਉਂਕਿ ਇਹ ਗੁਰੂ ਸਾਹਿਬ ਜੀ ਨੇ ਘਰਾਂ ਦੇ ਨਾਲ ਉਚਾਰਨ ਕੀਤਾ ਹੋਇਆ। ਉਹ ਘਰਾਂ ਦੀ ਗੱਲ ਕੀਤੀ ਹੋਈ ਕਿ ਕਿਹੜੇ ਘਰ ਵਿੱਚ ਗਾਉਣ ਦੀ ਹਦਾਇਤ, 13ਵਾਂ 14ਵਾਂ 15ਵਾਂ, ਇਹ ਘਰਾਂ ਦੀ ਗੱਲ ਕੀਤੀ ਹੋਈ ਹੈ। ਇਹ ਰਾਗੀ ਸਾਹਿਬਾਨ ਜਿਹੜੇ ਉਹਨਾਂ ਨੂੰ ਪਤਾ ਕਿ ਗਾਉਣ ਕਿਹੜੇ ਘਰ ਵਿੱਚ ਗਾਉਣਾ ਹੈ। ਇਹ ਰਾਗੀਆਂ ਲਈ ਮਹੱਤਵਪੂਰਨ ਹੁੰਦਾ ਹੈ ਕਿ ਆਹ ਗੌੜੀ 13ਵੇਂ ਘਰ ਵਿੱਚ ਗਾਉਣੀ ਹੈ, ਇਹ ਉਹਦੇ ਨਾਲ ਸੰਬੰਧਿਤ।
ਜੀ ਠੀਕ ਹੈ ਜੀ तो हाँ जी ਵਾਹਿਗੁਰੂ समा ਜੀ हो ਕਾ चुका है ਖਾਲਸਾ जी ਵਾਹਿਗੁਰੂ ਜੀ ਕੀ ਖਾਲਸਾ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਆਪ ਜੀ ਦਾ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਧੰਨਵਾਦ ਜੀ ਜੋ ਆਪਨੇ ਗੁਰੂ ਪਾਤਸ਼ਾਹ ਜੀ ਜੀਵਨ ਦੇ ਬਾਰੇ ਸਾਡੇ ਨਾਲ ਅਨਮੋਲ ਵਿਚਾਰ ਸਾਂਝੇ ਕੀਤੇ ਜੀ ਆਪ ਸਾਰਿਆਂ ਦਾ ਹੀ ਇੱਕ ਤੋਂ ਫੇਰ ਧੰਨਵਾਦ ਜੀ ਕੱਲ ਆਪਾਂ ਫੇਰ ਇਸੇ ਸਮੇਂ ਕੈਂਪ ਦੇ ਵਿੱਚ ਜੁੜਨਾ ਕਰਾਂਗੇ ਜੀ ਜਿੱਥੇ ਅਸੀਂ ਜੀ। ਆਪ ਜੁੜਨਾ ਹੈ ਹੋਰਾਂ ਨੂੰ ਵੀ ਜੋੜੀਏ ਜੀ ਸੋ ਜਿਹੜੇ ਬੱਚਿਆਂ ਨੇ ਅਟੈਂਡੈਂਸ ਨਹੀਂ ਲਗਾਈ ਉਹ ਅਟੈਂਡੈਂਸ ਲਗਾ ਕੇ ਲੀਵ ਕਰ ਸਕਦੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ।